ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਕੁਝ ਸਮਾਂ ਪਹਿਲਾਂ ਇੱਕ ਫੈਸਲਾ ਸੁਣਾਇਆ ਸੀ ਅਪਰਾਧੀ ਤਹੱਵੁਰ ਰਾਣਾ ਦੇ ਖਿਲਾਫ, ਜਿਨ੍ਹਾਂ ਨੇ 26 ਸਤੰਬਰ 2008 ਦੇ ਵਿੱਚ ਮੁੰਬਈ ਦੇ ਵਿੱਚ ਬੰਬਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਹਦੇ ਵਿੱਚ 166 ਲੋਕਾਂ ਦੀ ਮੌਤ ਹੋਈ। ਸੋ ਫੈਸਲਾ ਇਹ ਸੀ ਕਿ ਇਸ ਅਪਰਾਧੀ ਨੂੰ, ਇਸ ਆਤੰਕਵਾਦੀ ਨੂੰ ਵਾਪਸ ਭੇਜ ਦਿੱਤਾ ਜਾਵੇ ਭਾਰਤ, ਪਰ ਉਸਨੇ ਸਟੇ ਲਿੱਤਾ ਹੈ। ਉਹ ਡਿਟੈਂਸ਼ਨ ਦੇ ਵਿੱਚ ਹੈ, ਇਸ ਵਕਤ ਹਿਰਾਸਤ ਦੇ ਵਿੱਚ ਹੈ, ਪਰ ਫਿਰ ਵੀ ਕੋਰਟ ਦੇ ਵਿੱਚ ਉਹਦਾ ਕੇਸ ਚੱਲਦਾ ਪਿਆ ਕੈਲੀਫੋਰਨੀਆ ਦੀ ਇੱਕ ਅਦਾਲਤ ਦੇ ਵਿੱਚ। ਤਾਂ ਰੀਸੈਂਟਲੀ ਜੋ ਬਾਈਡਨ ਸਾਹਿਬ ਨਾਲ ਮੁਲਾਕਾਤ ਹੋਈ ਹੈ, ਮੋਦੀ ਸਾਹਿਬ ਦੀ ਇੱਕ ਸਟੇਟ ਵਿਜ਼ਿਟ ਦੇ ਦੌਰਾਨ, ਇਹ ਮਾਮਲਾ ਵੀ ਡਿਸਕਸ ਹੋਇਆ। ਤੇ ਹੁਣ ਬਾਈਡਨ ਪ੍ਰਸ਼ਾਸਨ ਨੇ ਉਸ ਕੋਰਟ ਨੂੰ ਰਿਕੁਐਸਟ ਕੀਤੀ ਹੈ ਕੈਲੀਫੋਰਨੀਆ ਦੇ ਵਿੱਚ ਕਿ ਇਸ ਅਪਰਾਧੀ ਨੂੰ ਵਾਪਸ ਭਾਰਤ ਭੇਜਿਆ ਜਾਵੇ, ਕਿਉਂਕਿ ਇਹ ਭਾਰਤ ਦੇ ਲੋਕਾਂ ਦਾ ਅਪਰਾਧੀ ਹੈ। ਇਸ ਨੂੰ ਯੂਨਾਈਟਿਡ ਸਟੇਟਸ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਮਿਲਣਾ ਚਾਹੀਦਾ। ਸੋ ਇਹ ਮਾਮਲਾ ਕਾਫੀ ਅੱਗੇ ਵਧਿਆ ਹੈ। ਤਾਂ ਆਉਣ ਵਾਲੇ ਵਕਤ ਵਿੱਚ ਹੋ ਸਕਦਾ ਹੈ ਇਹ ਚੀਜ਼ ਦੇਖਣ ਨੂੰ ਮਿਲੇ ਕਿ ਤਹੱਵੁਰ ਰਾਣਾ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇ। ਇਸ ਵਕਤ ਇਹ 62 ਸਾਲ ਦੀ ਉਮਰ ਹੈ। ਤੇ ਇਹਨਾਂ ਦਾ ਜਿਹੜਾ ਇੱਕ ਹੋਰ ਸਾਥੀ ਸੀ ਅਜ਼ਮਲ ਕਸਾਬ, ਉਸ ਨੂੰ ਫਾਂਸੀ ਦਿੱਤੀ ਗਈ ਸੀ 21 ਨਵੰਬਰ 2012 ਨੂੰ ਬੰਬਈ ਦੇ ਵਿੱਚ, ਭਾਰਤ ਦੇ ਵਿੱਚ, ਕਿਉਂਕਿ ਉਹ ਬੰਦਾ ਅਰੈਸਟ ਹੋ ਗਿਆ ਸੀ ਜੋ ਇਸ ਕੇਸ ਦੇ ਵਿੱਚ ਇਨਵੋਲਵ ਸੀ। ਸੋ ਇਹ ਕੇਸ ਫਿਰ ਤੋਂ ਉਠਾਇਆ ਗਿਆ ਹੈ ਇੰਟਰਨੈਸ਼ਨਲ ਕੋਰਟਸ ਦੇ ਵਿੱਚ, ਇੰਟਰਨੈਸ਼ਨਲ ਲੈਵਲ ਦੇ ਉੱਤੇ। ਸੋ ਇਹਦੇ ਉੱਤੇ ਹੁਣ ਕਾਰਵਾਈ ਹੋਣ ਜਾ ਰਹੀ ਹੈ। ਆਈ ਥਿੰਕ ਔਰ ਵੀ ਆਲ ਥਿੰਕ ਕਿ ਇਹਦੇ ਵਿੱਚ ਇੱਕ ਪੋਜ਼ੀਟਿਵ ਰਿਜ਼ਲਟ ਆਏਗਾ ਔਰ ਭਾਰਤ ਦਾ ਅਪਰਾਧੀ ਭਾਰਤ ਵਿੱਚ ਵਾਪਸ ਆਏਗਾ। ਤਾਂ ਭਾਰਤ ਦੇ ਕਾਨੂੰਨ ਦੇ ਮੁਤਾਬਿਕ, ਕੌਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਿਕ ਉਸ ਦੇ ਉੱਤੇ ਕੇਸ ਚੱਲੇਗਾ ਔਰ ਉਸ ਦਾ ਫੈਸਲਾ ਹੋਏਗਾ ਔਰ ਉਸ ਨੂੰ ਉਸ ਦੀ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਏਗੀ। ਦੂਸਰਾ ਮਾਮਲਾ ਜੋ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਇੰਟਰਨੈਸ਼ਨਲ ਲੈਵਲ ਤੇ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨਸ ਨੇ ਇੱਕ ਮੁੱਦਾ ਚੁੱਕਿਆ ਹੈ ਕਿ ਦੁਨੀਆ ਦੇ ਵਿੱਚ ਜੰਗਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ। ਯੂਕਰੇਨ ਦੀ ਵਾਰ ਹਜੇ ਤੱਕ ਚੱਲ ਰਹੀ ਹੈ ਔਰ ਉਹਦੇ ਵਿੱਚ ਤਕਰੀਬਨ ਬੱਚਿਆਂ ਦੇ ਉੱਤੇ ਜਿਹੜਾ ਤਸ਼ੱਦਦ ਹੋ ਰਿਹਾ ਹੈ ਉਹ ਕਾਬਿਲ ਗੌਰ ਹੈ। ਉਸ ਤੋਂ ਇਲਾਵਾ ਇਜ਼ਰਾਈਲ, ਫਿਲਿਸਤੀਨ, ਕਾਂਗੋ, ਸੋਮਾਲੀਆ, ਤਾਂ ਜਿਹੜੇ ਅਫਰੀਕੀ ਦੇਸ਼ ਨੇ, ਹੋਰ ਵੀ ਜਿੱਥੇ ਜਿੱਥੇ ਵੀ ਤਸ਼ੱਦਦ ਹੋ ਰਿਹਾ ਹੈ ਬੱਚਿਆਂ ਦੇ ਉੱਤੇ, ਔਰ 10 ਲੱਖ ਦੇ ਕਰੀਬ ਬੱਚੇ ਆਪਣੇ ਥਾਂ ਤੋਂ ਦੂਸਰੀ ਥਾਂ ਤੇ ਜਾ ਚੁੱਕੇ ਨੇ, ਆਪਣੇ ਪਰਿਵਾਰਾਂ ਤੋਂ ਵਿਛੜ ਚੁੱਕੇ ਨੇ, ਕਈਆਂ ਦੇ ਪਰਿਵਾਰ ਮਾਰੇ ਜਾ ਚੁੱਕੇ ਨੇ। 10 ਲੱਖ ਦੇ ਕਰੀਬ ਬੱਚੇ ਸਫਰ ਕਰ ਰਹੇ ਨੇ। ਉਹਨਾਂ ਦੇ ਹੱਕਾਂ ਦਾ ਕੀ ਬਣੇਗਾ? ਯੂਨਾਈਟਿਡ ਨੇਸ਼ਨਸ ਨੇ ਇਹ ਸਵਾਲ ਉਠਾਇਆ ਹੈ ਔਰ ਅਮਰੀਕਾ ਇਹਦੇ ਵਿੱਚ ਮੋਹਰੀ ਹੋ ਕੇ ਅੱਗੇ ਆਇਆ ਹੈ ਕਿ ਅਸੀਂ ਕੁਝ ਨਾ ਕੁਝ ਦੁਨੀਆ ਦੇ ਤੌਰ ਤੇ ਸਾਰੇ ਮੁਲਕ ਮਿਲ ਕੇ ਅਜਿਹੇ ਕੋਸ਼ਿਸ਼ ਕਰੀਏ ਕਿ ਹਿਊਮਨ ਰਾਈਟਸ ਦੇ ਤਹਿਤ ਬੱਚਿਆਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ ਤੇ ਨਾਲ ਬਾਕੀ ਹੋਰ ਵੀ ਮੁੱਦੇ ਨੇ ਜਿਹੜੇ ਮਾਨਵ ਅਧਿਕਾਰ ਨਾਲ ਜੁੜੇ ਹੋਏ, ਉਹਨਾਂ ਦੀ ਵੀ ਰੱਖਿਆ ਕੀਤੀ ਜਾ ਸਕੇ, ਕਿਉਂਕਿ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ। ਜੰਗਾਂ ਹੁੰਦੀਆਂ ਨੇ ਦੇਸ਼ਾਂ ਦੇ ਵਿੱਚ, ਜੰਗਾਂ ਹੁੰਦੀਆਂ ਨੇ ਦੇਸ਼ਾਂ ਦੇ ਅੰਦਰ, ਕਿਤੇ ਕੋਈ ਬਗਾਵਤ ਹੁੰਦੀ ਹੈ, ਪਰ ਇਹ ਸਿਟੀਜ਼ਨਸ ਕਿਉਂ ਸਫਰ ਕਰਦੇ ਨੇ ਕੁਝ ਇੱਕ ਲੋਕਾਂ ਦੇ ਕਾਰਨ? ਇਹ ਮੁੱਦਾ ਕਾਬਿਲੇ ਗੌਰ ਹੈ। ਤਾਂ ਹੁਣ ਚੱਲਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਵੱਲ, ਆਪਣੇ ਪੰਜਾਬ ਦੇ ਮੁੱਦਿਆਂ ਦੇ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਬਲਕਾਰ ਜੀ ਠੀਕ ਠਾਕ? ਜੀ ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ। ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਸਾਡੀ ਸਾਰਿਆਂ ਦੀ। ਸੋ ਆਪਾਂ ਦੁਨੀਆ ਦੇ ਮੁੱਦਿਆਂ ਦੇ ਨਾਲ ਨਾਲ ਅੱਗੇ ਵੱਧਦੇ ਹਾਂ ਤੇ ਅਮਰੀਕਾ ਦਾ ਇੱਕ ਹੋਰ ਮੁੱਦਾ, ਜਿੱਦਾਂ ਮੈਂ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ, ਉਸ ਤੋਂ ਪਹਿਲਾਂ ਅੱਤਵਾਦ ਦੀ ਵੀ ਗੱਲ ਕੀਤੀ ਹੈ ਔਰ ਰੀਸੈਂਟਲੀ ਜੋ ਵਿਜ਼ਿਟ ਰਹੀ ਹੈ ਮੋਦੀ ਸਾਹਿਬ ਦੀ ਬਾਈਡਨ ਸਾਹਿਬ ਨਾਲ, ਸਾਰੀ ਡਿਸਕਸ਼ਨਸ ਹੋਈਆਂ ਨੇ ਇੰਟਰਨਲ ਐਂਡ ਐਕਸਟਰਨਲ ਸਿਕਿਉਰਿਟੀ, ਉਹਦੀ ਵੀ ਗੱਲ ਹੋਈ ਹੈ ਕਿ ਬੜੇ ਮਸਲੇ ਨੇ ਅਮਰੀਕਾ ਦੇ ਜਿਹੜੇ ਹੁਣੇ ਵਾਪਰੇ ਆ ਨਾ, ਬਹੁਤ ਅੱਤਵਾਦ ਦਾ ਖਾਸ ਕਰਕੇ, ਕਿਉਂਕਿ ਪੂਰੀ ਦੁਨੀਆ ਸਫਰ ਕਰਦੀ ਪਈ ਹੈ। ਔਰ ਅਮਰੀਕਾ ਵੀ ਜਿਹੜੇ ਵਰਲਡ ਟ੍ਰੇਡ ਸੈਂਟਰ ਉਡਾ ਦਿੱਤੇ ਗਏ ਸੀਗੇ 9/11 ਘਟਨਾ, ਉਹ ਵੀ ਸਫਰ ਕਰ ਚੁੱਕਾ ਹੈ। ਸੋ ਇਸ ਵਕਤ ਜੋ ਪੂਰੀ ਦੁਨੀਆ ਦੇ ਵਿੱਚ ਨਾ ਰੇਸਿਜ਼ਮ ਹੈ, ਇੱਕ ਕਾਸਟ ਦੂਸਰੇ ਕਾਸਟ ਨੂੰ ਆਪਣੇ ਆਪ ਤੋਂ ਬਿਹਤਰ ਸਮਝਦੀ ਹੈ। ਭਾਰਤ ਦੇ ਵਿੱਚ ਤਾਂ ਬਹੁਤ ਹੈ ਇਹ ਚੀਜ਼, ਦੁਨੀਆ ਦੇ ਤਕਰੀਬਨ ਹਰ ਸ਼ਹਿਰ ਦੇ ਵਿੱਚ, ਹਰ ਦੇਸ਼ ਦੇ ਵਿੱਚ ਇਹ ਚੀਜ਼ ਵਾਪਰ ਰਹੀ ਹੈ। ਤੇ ਅਮਰੀਕਾ ਦੇ ਵਿੱਚ ਰੀਸੈਂਟਲੀ ਕਾਨੂੰਨੀ ਤੌਰ ਦੇ ਉੱਤੇ ਫੈਸਲੇ ਲਿੱਤੇ ਜਾ ਰਹੇ ਨੇ ਕਿ ਜੋ ਰੇਸਿਜ਼ਮ ਹੈ ਬਹੁਤ ਜ਼ਿਆਦਾ ਵੱਧ ਰਿਹਾ ਹੈ, ਨਾ ਸਿਰਫ ਬਲੈਕਸ ਐਂਡ ਵਾਈਟਸ ਦੇ ਵਿੱਚ, ਬਲਕਿ ਆਮ ਤੌਰ ਤੇ ਜਿਹੜੇ ਮਾਈਗ੍ਰੇਟ ਕਰਕੇ ਆਉਂਦੇ ਨੇ ਦੂਸਰੇ ਮੁਲਕਾਂ ਤੋਂ, ਹੈ ਨਾ, ਪ੍ਰਵਾਸੀ ਹੈਗੇ ਨੇ, ਉਹ ਵੀ ਆਪਸ ਦੇ ਵਿੱਚ ਰੇਸਿਜ਼ਮ ਕਰਦੇ ਪਏ ਔਰ ਉਹਨਾਂ ਦੇ ਨਾਲ ਵੀ ਰੇਸਿਜ਼ਮ ਹੁੰਦਾ ਪਿਆ। ਇਸ ਦੇ ਉੱਤੇ ਬਾਈਡਨ ਸਰਕਾਰ ਜੋ ਹੈ ਕਾਫੀ ਸਖਤ ਹੋਣ ਜਾ ਰਹੀ ਹੈ। ਹਾਂ, ਨਾ ਕੇਵਲ ਅਮਰੀਕਾ 'ਚ ਵਾਪਰਿਆ ਸਾਰਾ ਕੁਝ, ਇਹ ਬਾਕੀ ਦੇਸ਼ਾਂ ਵਿੱਚ ਵੀ ਨਸਲੀ ਵਿਤਕਰਾ ਚੱਲ ਰਿਹਾ, ਜਿਹਦੇ ਵਿੱਚ ਜਾਤ ਪਾਤ ਤਾਂ ਜਿਹੜੀ ਉਹਨਾਂ ਦੇਸ਼ਾਂ 'ਚ ਘੱਟ ਹੈ, ਪਰ ਜਿਹੜਾ ਗੋਰੇ ਤੇ ਕਾਲੇ ਦਾ ਵਿਤਕਰਾ ਹੈ ਇਹ ਬਹੁਤ ਆ ਰਿਹਾ, ਬਹੁਤ ਜ਼ਿਆਦਾ। ਪਰ ਹੁਣੇ ਰੀਸੈਂਟਲੀ ਜਿਹੜਾ ਵੇਖਣ ਵਿੱਚ ਆਇਆ, ਉਹਦੇ ਵਿੱਚ ਅਮਰੀਕਾ ਦੇ ਕੁਝ ਸੂਬਿਆਂ 'ਚ ਜਿਹੜੇ ਗੋਰੇ ਨੇ ਉਹਨਾਂ ਨੇ ਬਹੁਤ ਤਸ਼ੱਦਦ ਕੀਤਾ ਇਹਨਾਂ ਕਾਲਿਆਂ 'ਤੇ, ਜਿਨ੍ਹਾਂ ਨੂੰ ਅਸੀਂ ਅਫਰੀਕਨ ਵੀ ਕਹਿ ਸਕਦੇ ਹਾਂ ਜਾਂ ਜਿਨ੍ਹਾਂ ਨੂੰ ਕਾਲੇ ਇੰਡੀਅਨ ਵੀ ਕਹਿ ਸਕਦੇ ਹਾਂ। ਬਾਕੀ ਜਿਹੜੇ ਦੇਸ਼ਾਂ 'ਚ ਲੋਕ ਨੇ ਜਿਹੜੇ ਨਸਲੀ ਵਿਤਕਰੇ ਦਾ, ਕਲਰਡ ਜਿਹਨੂੰ ਕਹਿੰਦੇ ਆਪਾਂ, ਜਿਹੜਾ ਉਹ ਨਸਲੀ ਵਿਤਕਰੇ ਦਾ ਜਿਹੜਾ ਤਸ਼ੱਦਦ ਦਾ ਸਹਾਰਾ ਰਹੇ, ਉਹਨਾਂ ਨੇ ਹੁਣ ਜਿਹੜੇ ਗੋਰੇ ਸੀ ਉਹਨਾਂ ਵਿੱਚੋਂ 8 ਗੋਰੇ ਜਿਹੜੇ ਸੀਗੇ ਉਹਨਾਂ ਨੂੰ ਇਹਨਾਂ ਨੇ ਬਰਖਾਸਤ ਕਰਤਾ, ਸਸਪੈਂਡ ਕਰਤਾ ਡਿਊਟੀ ਤੋਂ।
ਉਹਨਾਂ ਦੀ ਜਿਹੜੀ ਪੁੱਛਤਾਛ ਹੋਈ ਆ, ਇਹਦੇ ਤੇ ਜਾਚਕਾ ਵੀ ਦਾਇਰ ਹੋਈ ਸੀ ਉਹਨਾਂ ਦੀ ਕੋਰਟ ਦੇ ਵਿੱਚ, ਔਰ ਉਸ ਕੋਰਟ ਦੇ ਵਿੱਚ ਸੁਣਵਾਈ ਤੋਂ ਤਹਿਤ ਇਹਨਾਂ ਨੇ ਦੱਸਿਆ ਕਿ ਆਹ ਲੋਕ ਜਿਹੜੇ ਆ ਇਹਦੇ ਵਿੱਚ ਇਨਵੋਲਡ ਆ। ਉਹਨਾਂ ਨੇ ਉਹਨਾਂ ਦੇ ਨਾਮ ਹੀ ਮੈਂਸ਼ਨ ਕੀਤੇ ਸੀ ਕਿ ਆਹ ਲੋਕ ਆ ਜਿਹੜੇ ਬਗੈਰ ਵਾਰੰਟ ਸਾਡੇ ਘਰਾਂ 'ਤੇ ਆ ਕੇ ਇਹਨਾਂ ਨੇ ਰੇਡ ਕੀਤਾ, ਔਰ ਉਹ ਤੋਂ ਬਾਅਦ ਸਾਨੂੰ ਜੂੜ ਕੇ ਬੰਨ੍ਹ ਕੇ ਕੁੱਟਿਆ ਵੀ ਆ, ਫਿਜ਼ੀਕਲ ਟੌਰਚਰ ਕੀਤਾ, ਮੈਂਟਲੀ ਟੌਰਚਰ ਤਾਂ ਹੋਏ ਆ। ਔਰ ਉਹਨਾਂ ਨੇ ਫਿਰ ਬਾਈਡਨ ਸਰਕਾਰ ਨੂੰ ਜਦੋਂ ਇਹ ਗੁੱਸਾ ਆਇਆ, ਪਤਾ ਕੀਤਾ, ਉਹਨਾਂ ਤਫਤੀਸ਼ ਕੀਤੀ, ਇਨਕੁਆਇਰੀ ਕੀਤੀ, ਉਹ ਬੰਦੇ ਫਿਰ ਔਨ ਲੀਵ ਚਲ ਕੇ ਛੁੱਟੀ ਚਲੇ ਗਏ। ਉਹਨਾਂ ਨੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ, ਗ੍ਰਿਫਤਾਰ ਕਰਕੇ ਉਹਨਾਂ 'ਤੇ ਕੇਸ ਵੀ ਚਲਾਇਆ, ਨਾਲ ਲੱਗਦੇ ਹੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਡਿਊਟੀ ਤੋਂ। ਉਹ ਤੋਂ ਬਾਅਦ ਫਿਰ ਟਰਮੀਨੇਟ ਵੀ ਕਰਨਗੇ ਜਦੋਂ ਹੌਲੀ ਕੇਸ ਤੋਂ ਬਾਅਦ ਜੋ ਕੋਰਟ ਕਹੇਗੀ। ਇਹ ਵਿਤਕਰਾ ਬ੍ਰਿਟੇਨ 'ਚ ਬਹੁਤ ਰਿਹਾ, ਜਦੋਂ ਸਾਡੇ ਉੱਥੇ ਪੰਜਾਬੀ ਜਾਂ ਇੰਡੀਅਨ ਰਹਿੰਦੇ ਸੀਗੇ, ਉੱਥੇ ਵੀ ਕਾਲੇ ਤੇ ਗੋਰੇ ਦਾ ਬਹੁਤ ਰਿਹਾ। ਇਹ ਜਿਹੜੀ ਚਿੱਟੀ ਚਮੜੀ ਹੈ, ਇਹਨੇ ਕਾਲੀ ਚਮੜੀ ਨੂੰ ਕਿਹਾ ਕਿ ਸਾਡੇ ਸਿਟੀਜ਼ਨ ਨਹੀਂ ਹੈਗੇ, ਸਾਡੇ ਹੈ ਹੀ ਨਹੀਂ, ਤੇ ਇੱਥੇ ਸਾਡੇ ਸਰਵੈਂਟ ਹੈ, ਗੁਲਾਮ। ਔਰ ਜਿਹੜੀ ਗੁਲਾਮ ਪ੍ਰਥਾ ਇਹ ਵੀ ਉੱਥੋਂ ਚੱਲੀ, ਪੰਜਾਬ ਦੇ ਵਿੱਚ ਤਾਂ ਨਹੀਂ ਚੱਲੀ, ਬਾਕੀ ਸੂਬਿਆਂ 'ਚ ਚੱਲੀ ਆ, ਜਿਨ੍ਹਾਂ ਨੂੰ ਗੁਲਾਮ ਕਹਿ ਕੇ ਉਹਨਾਂ ਦੇ ਸਰੀਏ ਦੇ ਨਾਲ ਉਹਨਾਂ ਦੇ ਲਾ ਕੇ ਗਰਮ ਤੇ ਉਹਨਾਂ 'ਤੇ ਚਟਾਕ ਲਾ ਦਿੱਤੇ ਜਾਂਦੇ ਵੀ ਇਹ ਗੁਲਾਮ ਹੈਗੇ, ਔਰ ਉਹਨਾਂ 'ਤੇ ਉਹਨਾਂ ਦੇ ਬੱਚਿਆਂ ਕੋ, ਉਹਨਾਂ ਦੀ ਇਸਤਰੀਆਂ ਕੋ ਕੰਮ ਕਰਾਇਆ ਜਾਂਦਾ ਸੀ। ਨਾ ਕੇਵਲ ਹੁਣ ਬਾਹਰਲੇ ਦੇਸ਼ਾਂ ਵਿੱਚ ਆਏ, ਇੰਡੀਆ ਵਿੱਚ ਵੀ ਰਿਹਾ, ਪੁਰਾਣੇ ਜ਼ਮਾਨੇ 'ਚ ਰਿਹਾ ਹੈਗਾ, ਪਾਕਿਸਤਾਨ 'ਚ ਵੀ ਰਿਹਾ, ਔਰ ਬੰਗਲਾਦੇਸ਼ 'ਚ ਵੀ ਰਿਹਾ। ਨੀਵੀਂ ਜਾਤੀ ਦੇ ਇੱਥੇ ਜਾਤੀਵਾਦ ਦਾ ਜ਼ਿਆਦਾ ਰਿਹਾ, ਕਾਸਟਿਜ਼ਮ ਨੇ ਜ਼ਿਆਦਾ ਰਿਹਾ, ਉੱਥੇ ਜਿਹੜਾ ਹੈਗਾ ਨਸਲੀ ਵਿਤਕਰਾ ਜ਼ਿਆਦਾ। ਉੱਥੇ ਜਾਤ ਪਾਤ ਦਾ ਤਾਂ ਕੋਈ ਵਿਤਕਰਾ ਨਹੀਂ ਹੈਗਾ, ਪਰ ਰੰਗ ਦੇ ਨਾਲ ਬਹੁਤ ਹੈਗਾ ਵੀ ਤੂੰ ਕਾਲਾ ਯਾਰ, ਤੂੰ ਤਾਂ ਦੂਸਰੇ ਦੇਸ਼ ਦਾ ਹੈਗਾ। ਔਰ ਦੇਖ ਲਓ ਕੀ ਹੈਗਾ ਕਿ ਇਹ ਨਾ ਤਾਂ ਇਹਨਾਂ ਨੇ ਬਹੁਤੀ ਪੜ੍ਹਨ ਵਾਲੇ ਲੋਕ ਕਰਦੇ ਆ, ਨਾ ਜਿਹੜੇ ਸੂਝਵਾਨ ਲੋਕ ਆ ਉਹਨਾਂ ਨੂੰ ਤਾਂ ਪਤਾ ਹੈਗਾ ਕਿ ਹਿਊਮਨ ਰਾਈਟਸ ਦੇ ਅਕੋਰਡਿੰਗ ਸਾਰੇ ਲੋਕ ਇੱਕੋ ਜਿਹੇ ਹੈਗੇ ਆ, ਔਰ ਜਿਨ੍ਹਾਂ ਦੇ ਵਿੱਚੋਂ ਜੇ ਜਨਮ ਹੁੰਦਾ ਤਾਂ ਬੰਦੇ ਦਾ ਇੱਕੋ ਜਿਹੇ ਤਰ੍ਹਾਂ ਦਾ ਹੁੰਦਾ, ਖੂਨ ਉਹਦਾ ਇੱਕੋ ਦਾ ਤਰ੍ਹਾਂ ਦਾ ਹੈਗਾ, ਸੋਚ ਦਿਮਾਗ ਇੱਕੋ ਜਿਹੇ ਤਰ੍ਹਾਂ ਦਾ ਹੁੰਦਾ। ਪਰ ਇੱਥੇ ਆ ਕੇ ਜਾਤਾਂ ਤੇ ਵਰਨਾਂ 'ਚ ਵੰਡੇ ਗਏ। 4 ਵਰਨ ਤਾਂ ਇੰਡੀਆ 'ਚ ਵੀ ਹੈਗੇ, ਔਰ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਉਦੋਂ ਬਣਾਏ ਸੀ ਕਿ ਇਸੇ ਕਰਕੇ ਕਿ ਚਾਰੇ ਵਰਨਾਂ ਲਈ ਸਾਂਝਾ ਇਹ ਹੈ, ਔਰ ਇਹਦੇ ਵਿੱਚ ਨਤਮਸਤਕ ਹੋਣ ਲਈ ਸਾਰੇ ਦਰਵਾਜ਼ਿਆਂ ਵਿੱਚ ਲੋਕ ਅੱਜ ਵੀ ਮੱਥਾ ਟੇਕਦੇ ਆ। ਕੋਈ ਵਰਨ ਨਹੀਂ ਗਾ, ਕੋਈ ਜਾਤ ਪਾਤ ਨਹੀਂ ਗੀ, ਸਾਰੇ ਬਰਾਬਰ ਨੇ। ਜੀ ਹਾਂ, ਇਹ ਤਾਂ ਗੁਰੂ ਸਾਹਿਬ ਦਾ ਸੰਦੇਸ਼ ਗੁਰੂ ਸਾਹਿਬ ਹੈ। ਦਾ ਦੁਨੀਆ ਦੇ ਵਿੱਚ ਕੀ ਹੈ ਕਿ ਜਿਹੜੀ ਤੁਸੀਂ ਗੋਰੀ ਚਮੜੀ ਦੀ ਗੱਲ ਕੀਤੀ ਹੈ, ਐਕਸਪਰਟਸ ਕਹਿੰਦੇ ਨੇ ਕਿ ਗੋਰੀ ਚਮੜੀ ਤੇ ਨੀਲੀਆਂ ਅੱਖਾਂ, ਇਹ ਕਹਿੰਦੇ ਨੇ ਕਿ ਅਸੀਂ ਸੁਪਰ ਰੇਸ ਹਾਂ, ਔਰ ਬਾਕੀ ਸਭ ਦੇ ਉੱਤੇ ਬੰਬ ਸੁੱਟੋ, ਬਾਕੀ ਸਭ ਨੂੰ ਖਤਮ ਕਰ ਦਿਓ, ਇਹਨਾਂ ਨੂੰ ਰਹਿਣ ਹੀ ਨਾ ਦਿਓ। ਹਾਂ, ਇਹਨਾਂ ਵਿੱਚ ਨੇਕ ਦਿਲ ਵੀ ਹੈਗੇ ਨੇ, ਐਸਾ ਨਹੀਂ ਕਿ ਸਭ ਨੂੰ ਇੱਕੋ ਹੀ ਰੱਸੇ ਬੰਨ੍ਹਣਾ ਹੈ, ਨੇਕ ਦਿਲ ਵੀ ਮੌਜੂਦ ਨੇ। ਦੂਜੀ ਗੱਲ ਇਹ ਹੈ ਰੇਸਿਜ਼ਮ ਦਾ ਚੱਕਰ ਇੰਨਾ ਜ਼ਿਆਦਾ ਸਦੀਆਂ ਤੋਂ ਚੱਲਦਾ ਪਿਆ, ਔਰ ਇਹ ਜਿੱਦਾਂ ਕਹਿੰਦੇ ਨਾ ਡੀਐਨਏ ਦੇ ਵਿੱਚ ਵੜ ਗਿਆ ਇਨਸਾਨ ਦੇ, ਆਪਣੇ ਆਪ ਨੂੰ ਸੁਪੀਰੀਅਰ। ਇੱਥੋਂ ਤੱਕ ਕਿ ਬਲਕਾਰ ਜੀ ਇੱਥੋਂ ਤੱਕ ਆ ਚੁੱਕਾ ਹੈ, ਅਸੀਂ ਆਫਿਸਰ ਹੁੰਦੇ ਆ ਤੋ ਕਲਰਕ, ਤੂੰ ਪੀਅਨ, ਇਹ ਵੀ ਇੱਕ ਜਾਤ ਬਣ ਗਈ। ਸਹੀ ਗੱਲ ਦੱਸੋ, ਹੁਣ ਇੱਥੋਂ ਤੱਕ ਸੋਚ ਜਾ ਇੱਥੇ ਵੀ ਰਿਹਾ, ਇੰਡੀਆ 'ਚ ਵੀ ਆਪਾਂ ਰਿਹਾ, ਆਪਾਂ ਅਮਰੀਕਾ ਦੀ ਗੱਲ ਕਰਦੇ, ਇੱਥੇ ਆਰੀਅਨ ਜਿਹੜੇ ਆ ਸਭ ਤੋਂ ਉੱਪਰ ਆਪਣੇ ਆਪ ਨੂੰ ਦੱਸਦੇ, ਫਿਰ ਸੂਰਿਆਵੰਸ਼ੀ, ਚੰਦਰਿਆਵੰਸ਼ੀ, ਇਹ ਜਿਹੜੀ ਸੁਪਰ ਜਿਹੜੀ ਹੈਗੀਆਂ ਜਾਤਾਂ ਸੀਗੀਆਂ, ਇਹ ਕਹਿੰਦੇ ਅਸੀਂ ਤੁਹਾਡੇ ਤੇ ਰਾਜ ਕਰਾਂਗੇ, ਤੁਸੀਂ ਸਾਡੇ ਸਾਰੇ ਚੇਲੇ ਚਪਟੇ ਜੇ, ਤੁਸੀਂ ਸਾਡੀ ਜਨਤਾ ਜੇ, ਅਸੀਂ ਤੁਹਾਡੇ ਰਾਜਾ ਵਾਂ, ਅਸੀਂ ਤੁਹਾਡੇ ਸ਼ਹਿਨਸ਼ਾਹ ਪੈਦਾਇਸ਼ੀ ਪੈਦਾਇਸ਼ੀ, ਔਰ ਸਾਡੇ ਖਾਨਦਾਨ ਇਸੇ ਤਰ੍ਹਾਂ ਦੇ ਹੈਗੇ ਆ। ਪਰ ਉਹਨਾਂ ਭਲਿਆ ਮਾਨਸਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਲੜਨ ਲਈ ਵੀ ਯੋਧੇ ਹੈਗੇ ਆ, ਇਹ ਕਮਾਈ ਲਈ ਵੀ ਯੋਧੇ ਹੈਗੇ ਆ, ਮਿਹਨਤ ਲਈ ਵੀ ਅੱਗੇ ਕਰਦੇ। ਤੁਸੀਂ ਤੇ ਵਿਹਲੀਆਂ ਖਾਧੀਆਂ, ਤੁਸੀਂ ਤੇ ਵਿਹਲਾ ਟੋਲਾ ਜੀ। ਹੁਣ ਲੋਕਾਂ ਨੂੰ ਬਹੁਤ ਪਤਾ ਲੱਗ ਗਿਆ, ਨਹੀਂ ਤੇ ਆਉਂਦੇ ਰਾਜਗੱਦੀ ਤੇ ਬੈਠਦੇ ਸੀ। ਜਦੋਂ ਪਿੰਡ ਵੱਜੇ ਪੰਜਾਬ ਦੇ, ਜਦੋਂ ਸ਼ਹਿਰ ਵੱਜੇ ਪੰਜਾਬ ਦੇ, ਉਦੋਂ ਸ਼ਰਨਾਰਥੀ ਦੇ ਤੌਰ ਤੇ ਆਰੀਅਨ ਬਾਹਰੋਂ ਆਏ, ਉਹੀ ਕਾਬਜ ਹੋ ਗਏ ਆਰੀਅਨ ਨੇ ਆ ਕੇ ਪਿੰਡ ਬਣ ਲਏ, ਆਰੀਅਨ ਨੇ ਆ ਕੇ ਸਾਰਾ ਕੁਝ ਕੀਤਾ। ਉਹੀ ਸੁਪਰ ਕੌਮ ਦੇ ਤੌਰ ਤੇ ਉਹਨਾਂ ਨੇ ਕਹਿਤਾ ਕਿ ਅਸੀਂ ਜਾਤੀਵਾਦ ਦੇ ਤੌਰ ਤੇ ਆ ਗਏ ਹਾਂ, ਅਸੀਂ ਬਾਕੀ ਜਾਤੀਆਂ ਜਿਹੜੀਆਂ ਪਛੜੀਆਂ ਜਾਤੀਆਂ ਹੈਗੀਆਂ, ਸ਼ੂਦਰ ਵੈਸ਼ ਕਛਤਰੀ, ਉਹਨਾਂ ਸਾਰਿਆਂ ਨੂੰ ਥੱਲੇ ਲਾਵਾਂਗੇ, ਅਸੀਂ ਉੱਪਰ ਆ ਗਏ, ਚੰਦਰਿਆਵੰਸ਼ੀ ਅਸੀਂ, ਸੂਰਿਆਵੰਸ਼ੀ ਅਸੀਂ ਖਾਨਦਾਨ ਤੋਂ ਆਏ ਹਾਂ। ਉਹ ਦੇਖੋ ਉਹ ਗੱਲਾਂ ਕਦੋਂ ਤੱਕ ਕਿੱਥੇ ਆ ਗਏ। ਅਜੇ ਵੀ ਲੋਕਾਂ ਨੂੰ ਇਹ ਮੱਤ ਨਹੀਂ ਆਈ ਕਿ ਦੁਨੀਆ ਇੱਕੋ ਹੈ, ਸਾਰੇ ਲੋਕ ਇੱਕੋ ਜਿਹਾ ਸੋਚ ਆ, ਉੱਦਾਂ ਦਾ ਦਿਮਾਗ ਹੈ। ਜੇ ਦਿਮਾਗੀ ਤੌਰ ਤੇ ਉਹਦੇ ਜਿਹੜੇ ਦੂਸਰੇ ਲੋਕ ਸਗੋਂ ਵਧੀਆ ਨੌਕਰੀ ਤੇ ਲੱਗੇ ਆ, ਬ੍ਰੇਨ ਗੁਰੂ ਮਹਾਰਾਜ ਦਿੰਦਾ ਵਾ, ਪਰਮਾਤਮਾ ਦਿੰਦਾ, ਗॉड ਦਿੰਦਾ। ਮਾਨਸ ਕੀ ਜਾਤ ਸਭ ਏਕ ਕੋ ਪਹਿਚਾਨ, ਇਹੀ ਗੱਲ ਆਪਾਂ ਨੂੰ ਸਿਖਾਉਣੀ ਚਾਹੀਦੀ ਹੈ, ਔਰ ਇਹੀ ਗੱਲ ਦਾ ਸਾਰਾ ਪ੍ਰਚਾਰ ਹੋਣਾ ਚਾਹੀਦਾ। ਦੇਖੋ ਰੀਸੈਂਟਲੀ ਇੱਕ ਸਟੇਟਮੈਂਟ ਨਹੀਂ ਆਈ ਕੈਪਟਨ ਸਾਹਿਬ ਵੱਲੋਂ, ਜੋ ਪੰਜਾਬ ਦੇ ਐਕਸ ਮੁੱਖ ਮੰਤਰੀ ਨੇ, ਕਿ ਮਾਨ ਨੂੰ, ਭਗਵੰਤ ਮਾਨ ਨੂੰ ਰਾਜ ਕਰਨਾ ਨਹੀਂ ਆਉਂਦਾ। ਉਹਨੂੰ ਪਾਗਲ ਵੀ ਕਿਹਾ, ਸੁਖਬੀਰ ਬਾਦਲ ਨੇ ਪਾਗਲ ਕਿਹਾ ਉਹਨੂੰ। ਉਹ ਤਾਂ ਹੈ, ਰਾਜ ਕਰਨਾ ਨਹੀਂ ਆਉਂਦਾ। ਮੈਂ ਇਹਨੂੰ ਪਾਰਟਿਕੂਲਰ ਅੰਡਰਲਾਈਨ ਕਰ ਰਿਹਾ। ਹੁਣ ਕਿਹਾ ਜਦੋਂ ਗੱਲ ਰੇਸਿਜ਼ਮ ਵਾਲੀ ਆਉਂਦੀ ਪਈ, ਸਾਰੀ ਦਾ ਮਾਮਲਾ ਨਾ, ਉਹਦੇ 'ਚ ਇਹਨੇ ਕਿਹਾ ਵਾ ਕਿ ਉਹਦੇ 'ਚ ਉਹਨਾਂ ਨੇ ਕਹਿੰਦਾ ਅਸੀਂ ਤਾਂ ਰਾਜ ਸ਼ੁਰੂ ਤੋਂ ਕਰਦੇ, ਇਹਨੂੰ ਕੰਮ ਕਰਨਾ ਨਹੀਂ ਹੁੰਦਾ, ਇਹਨੂੰ ਸਿਆਸਤ ਦਾ ਨਹੀਂ ਪਤਾ, ਰਾਜਨੀਤੀ ਦਾ ਨਹੀਂ ਪਤਾ, ਵੀ ਨੋ ਈਚ ਐਂਡ ਐਵਰੀਥਿੰਗ। ਇਹ ਹੈਗਾ
ਕਿਉਂਕਿ ਸਾਡੇ ਬਲੱਡ 'ਚ ਆ। ਹਾਂ ਬਲੱਡ 'ਚ ਜੰਮਦੇ ਜਿਹੜੇ ਆ ਰਾਜਨੀਤੀ ਲੈ ਕੇ ਆਉਂਦੇ ਵਿੱਚ ਮਾਂ ਦੇ ਪੇਟ ਤੋਂ ਰਾਜਨੀਤੀ ਲੈ ਕੇ ਆਉਂਦੇ ਸਾਰਾ। ਸੋ ਇਹ ਚੰਗਾ ਹੈ ਕਿ ਰੇਸਿਜ਼ਮ ਨੂੰ ਖਤਮ ਕੀਤਾ ਜਾਏ ਜੀ 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 ਔਰ ਸਾਰੇ ਹੀ ਬਰਾਬਰ ਨੇ, ਰੂਲਿੰਗ ਕਲਾਸ, ਐਲੀਟ ਕਲਾਸ, ਲੇਬਰ ਕਲਾਸ, ਵਾਈਟ ਕਲਰ, ਬਲੂ ਕਲਰ, ਇਹ ਕੀ ਹੈ? ਕਹਿੰਦੇ ਨੇ ਕਿ ਇੱਕ ਕਲੱਬ ਹੈਗਾ ਜਿਹੜਾ ਪੂਰੀ ਦੁਨੀਆ ਨੂੰ ਕੰਟਰੋਲ ਕਰਦਾ ਹੈ, ਉਸ ਕਲੱਬ ਦੇ ਵਿੱਚ ਆਮ ਲੋਕਾਂ ਨੂੰ ਐਂਟਰੀ ਨਹੀਂ ਮਿਲਦੀ, ਐਲੀਟ ਕਲਾਸ ਨੂੰ, ਰਾਇਲ ਬਲੱਡ, ਉਹਨੂੰ ਐਂਟਰੀ ਮਿਲਦੀ ਹੈ। ਸੋ ਇਹ ਡੈਫੀਨੇਸ਼ਨ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਈ। ਇਹ ਹਰ ਜਗ੍ਹਾ ਮੌਜੂਦ ਹੈ, ਦੁਨੀਆ ਦੇ ਵਿੱਚ ਹਰ ਜਗ੍ਹਾ ਮੌਜੂਦ ਹੈ। ਜਦਕਿ ਬੇਸਿਕ ਗੱਲ ਇਹ ਹੈ ਕਿ ਆਦਮੀ ਦੀ ਪਛਾਣ ਉਹਦੇ ਕੰਮਾਂ ਤੋਂ ਹੁੰਦੀ ਹੈ, ਆਦਮੀ ਦੀ ਪਛਾਣ ਉਹਦੇ ਕਾਬਲੀਅਤ ਤੋਂ ਹੁੰਦੀ ਹੈ। ਸੋ ਕਾਬਲੀਅਤ ਗ੍ਰੇਟ ਆ, ਪਰ ਇਹਨਾਂ ਕਾਬਲੀਅਤ ਨੂੰ ਹੀ ਜਾਤ ਨਾਲ ਜੋੜਤਾ ਨਾ। ਪੁਰਾਣੇ ਜ਼ਮਾਨੇ 'ਚ ਸਮਾਜ ਜਿਹੜਾ ਵੰਡਿਆ ਇਸ ਕਰਕੇ ਹੁੰਦਾ ਹੈ ਕਿ ਉਹਦੇ 'ਚ ਪ੍ਰੋਫੈਸ਼ਨਲਿਜ਼ਮ ਸੀਗਾ, ਜਿਹੜਾ ਪ੍ਰੋਫੈਸ਼ਨ ਦੇ ਨਾਲ ਜੁੜ ਜਾਂਦਾ ਸੀ। ਜਿਹਨੇ ਹਲ ਦਾ ਫਾਲਾ ਚੰਡਿਆ, ਜਿਹਨੇ ਹਲ ਬਣਾ ਦਿੱਤਾ, ਜਿਹਨੇ ਜੂੜਾ ਬਣਾ ਦਿੱਤਾ, ਹੈ ਨਾ, ਜਿਹਨੇ ਦਾਤਰੀਆਂ ਚੰਡੀਆਂ, ਦਾਤਰੀਆਂ ਦੇ ਦੰਦੇ ਕੱਢੇ, ਉਹਨੂੰ ਤਰਖਾਣ ਤੇ ਲੋਹਾਰ ਦੀ ਕੈਟਾਗਰੀ 'ਚ ਆ ਜਾਂਦੇ ਸੀਗੇ। ਪ੍ਰੋਫੈਸ਼ਨ ਸੀਗਾ, ਕੌਮ ਨਹੀਂ ਸੀ ਕੋਈ ਵੀ। ਫਿਰ ਜਿਹਦੇ ਵਿੱਚ ਜਿਹੜਾ ਹਲਵਾਈ ਕਰਦਾ ਹੈਗਾ, ਜਿਹੜਾ ਜ਼ਮੀਨ ਨੂੰ ਸੰਭਾਲਦਾ ਸੀਗਾ, ਹੈ ਨਾ, ਜਿਹੜਾ ਬੀਜ ਕੇ ਤੇ ਕਣਕ ਝੋਨਾ ਉਗਾ ਲੈਂਦਾ, ਉਹ ਜੱਟ ਸੀਗਾ। ਔਰ ਉਹਦੇ ਵਿੱਚ ਉਦੋਂ ਜਾਤਾਂ ਦਾ ਨਹੀਂ ਸੀਗੀ, ਸਬ ਕਾਸਟ ਹੋਣਾ ਹੀ ਆ। ਪਹਿਲਾਂ ਸਬ ਕਾਸਟ ਦਾ ਪਤਾ ਹੀ ਨਹੀਂ ਸੀ ਲੋਕਾਂ ਨੂੰ ਵੀ ਆ ਢਿੱਲੋਂ ਆ, ਇਹ ਸੰਧੂ ਆ, ਇਹ ਹੁਣ ਜ਼ਿਆਦਾ ਆ ਗਏ, ਹੁਣ ਸਾਰੇ ਨਾਲ ਲਿਖਣ ਲੱਗ ਪਿਆ। ਪਰ ਐਸਜੀਪੀਸੀ ਅਜੇ ਨਹੀਂ ਲਿਖਦੀ ਰਹੀ। ਐਸਜੀਪੀਸੀ 'ਚ ਕੋਈ ਆਪਣੀ ਕਾਸਟ ਨਹੀਂ ਸੀ ਲਿਖਦੇ ਰਹੇ। ਸੁਖਬੀਰ ਬਾਦਲ ਹੀ ਆ, ਬਾਦਲ ਸਾਹਿਬ, ਬਾਦਲ ਪਿੰਡ ਉਹਨਾਂ ਦਾ ਹੈ ਕਿ ਨਹੀਂ, ਉਹਦੇ ਨਾਲ ਸਾਰੇ, ਜਿਹਦੇ 'ਚ ਭੂੰਦੜ ਸਾਹਿਬ, ਬਲਵਿੰਦਰ ਭੂੰਦੜ ਨੇ, ਹਰ ਢੀਂਡਸਾ ਸਾਹਿਬ ਤਾਂ ਲਿਖਦੇ ਆਪਣੇ ਆਪ ਨਾਲ, ਢੀਂਡਸਾ ਹੁਣ ਲਿਖਣ ਲਏ ਆ। ਕੁਛ ਲੋਕ ਨਹੀਂ ਸੀ ਪਹਿਲਾਂ ਲਿਖਦੇ। ਜਾਤ ਪਾਤ ਇੱਥੋਂ ਹੁੰਦੇ ਜਦੋਂ ਸਬ ਕਾਸਟ ਲਿਖਣ ਲੱਗ ਪੈਂਦੇ ਆ, ਸਾਰਾ ਕੁਛ ਹੈਗਾ। ਹੁਣ ਅੰਗਰੇਜ਼ ਤਾਂ ਉਹਨਾਂ ਢਿੱਲੇ ਨਹੀਂ ਕਹਿਣਗੇ, ਢਿੱਲੋਂ ਨਹੀਂ ਕਹਿਣਗੇ, ਹੈ ਨਾ। ਅਤੇ ਉਹਦੇ 'ਚ ਸਾਨੂੰ ਸਾਡੀਆਂ ਕੌਮਾਂ ਦਾ ਤਾਂ ਉਹਨਾਂ ਨੂੰ ਪਤਾ। ਇਹ ਅਸੀਂ ਇੱਥੇ ਥੋੜ੍ਹਾ ਜਿਹਾ ਮਿਲਗੋਬਾ ਹੈ। ਔਰ ਇੱਕ ਚੀਜ਼ ਹੋਰ ਬਲਕਾਰ ਜੀ, ਕਿ ਜਿਹੜੇ ਸੁਪਰ ਕੰਟਰੀਜ਼ ਨੇ, ਇਹਨਾਂ ਕੋਲ ਸੁਪਰ ਵੈਪਨਸ ਨੇ, ਹਥਿਆਰ ਨੇ, ਇਹ ਹਥਿਆਰਾਂ ਦੇ ਸਿਰ ਦੇ ਉੱਤੇ ਰਾਜ ਕਰਦੇ ਨੇ ਔਰ ਜੰਗਾਂ ਜ਼ਰੂਰ ਲੜਦੇ ਨੇ। ਔਰ ਟੇਬਲ ਦੇ ਉੱਤੇ ਬਹਿ ਕੇ ਗੱਲ ਉਦੋਂ ਕਰਨਗੇ ਜਦੋਂ ਜੰਗ ਕਰ ਕਰਕੇ ਥੱਕ ਜਾਣਗੇ, ਯਾਰ ਸਾਹਮਣੇ ਵਾਲਾ ਹੱਥ ਨਹੀਂ ਖੜੇ ਕਰਦਾ ਪਿਆ, ਸਰੈਂਡਰ ਨਹੀਂ ਕਰਦਾ ਪਿਆ, ਹੁਣ ਸਾਡੀ ਹਾਲਤ ਵਿਗੜਦੀ ਪਈ ਹੈ, ਅਸੀਂ ਹੋਰ ਜੰਗ ਨਹੀਂ ਕਰ ਸਕਦੇ, ਆਓ ਜੀ ਹੁਣ ਟੇਬਲ ਤੇ ਬਿਠਾ ਲੈਂਦੇ ਹਾਂ। ਸਹੀ ਗੱਲ। ਔਰ ਉਸ ਤੋਂ ਪਹਿਲਾਂ ਕਦੀ ਟੇਬਲ ਤੇ ਨਹੀਂ ਆਉਣਗੇ, ਹਮੇਸ਼ਾ ਕਬਜ਼ਾ ਕਰਨਗੇ ਮਸਲ ਪਾਵਰ ਦੇ ਨਾਲ। ਅੰਗਰੇਜ਼ ਜਿਹੜੇ ਆ ਨਾ, ਇਹਨਾਂ ਦੀ ਬੜੀ ਇੱਕ ਇਸ ਤਰ੍ਹਾਂ ਦੀ ਹੈਗੀ ਆ ਨੀਤੀ। ਇਹ ਜਦੋਂ ਕੋਈ ਗੱਲ ਕਰਦੇ ਆ ਨਾ, ਦੇ ਵੀ ਵਿਲ ਆਰਗੇਨਾਈਜ਼ ਅ ਸੀਕ੍ਰੇਟ ਮੀਟਿੰਗ ਕਹਿੰਦੇ ਆ। ਸਾਡੇ ਲੋਕ ਜਿਹੜੇ ਹੈਗੇ ਇਹ ਕਹਿੰਦੇ ਸੱਥ 'ਚ ਬਹਿ ਕੇ ਗੱਲ ਕਰਨੀ ਹੈ, ਪੰਚਾਇਤ 'ਚ ਗੱਲ ਕਰਨੀ ਹੈ, ਸੂਝਵਾਨਾਂ ਨਾਲ ਬਹਿ ਕੇ ਗੱਲ ਕਰਨੀ ਹੈ। ਇਹ ਕਹਿੰਦੇ ਰਾਊਂਡ ਟੇਬਲ ਸੀਕ੍ਰੇਟ ਮੀਟਿੰਗ ਕਰਾਂਗੇ। ਗੋਲ ਮੇਜ਼ ਕਾਨਫਰੰਸ ਵੀ ਹੋਈਆਂ ਹੀ ਆਪਣੇ, ਹੈ ਨਾ, ਅੰਦਰ ਮੀਟਿੰਗ ਹੋਈਆਂ ਜਦੋਂ ਮਹਾਤਮਾ ਗਾਂਧੀ ਜੀ ਸੱਤਿਆਗ੍ਰਹਿ ਦਾ ਨਾਅਰਾ ਦੇ ਰਹੇ ਸੀਗੇ, ਭਾਰਤ ਛੱਡੋ ਅੰਦੋਲਨ ਸੀਗਾ, ਜਦੋਂ ਇੰਡੀਆ ਦਾ ਉਹਨਾਂ ਨੇ ਕਿਹਾ ਸੀ, ਸਾਈਮਨ ਕਮਿਸ਼ਨ ਆਇਆ। ਇਹ ਸੀਕ੍ਰੇਟ ਮੀਟਿੰਗ ਕਰਦੇ ਆ। ਇਹਨਾਂ ਨੂੰ ਇਹ ਵੀ ਇਹਨਾਂ ਕਰਨੀ ਤਾਂ ਗਲਤ ਗੱਲ ਹੈਗੀ ਆ। ਉਹ ਕਹਿੰਦੇ ਵੀ ਲੋਕਾਂ ਨੂੰ ਇਹ ਡਿਸਕਲੋਜ਼ ਹੋ ਕੇ ਲੋਕਾਂ ਦੇ ਕੰਨਾਂ ਤੱਕ ਨਾ ਪੈ ਜਾਏ ਤੇ ਲੋਕ ਰੈਵੋਲੂਸ਼ਨ ਬਗਾਵਤ ਨਾ। ਬਿਲਕੁਲ, ਸਾਡਾ ਜੋ ਹੈ ਨਾ ਧਰਮ, ਉਹ ਇਹ ਹੈ ਸ਼ੁਰੂ ਤੋਂ ਕਿ 100 ਦੇ 100 ਬੰਦੇ ਇਕੱਠੇ ਬਹਿ ਕੇ ਮੀਟਿੰਗ ਕਰੋ, ਓਪਨ ਕਰੋ। ਔਰ ਜਦੋਂ ਤੱਕ ਇੱਕ ਵੀ ਬੰਦਾ ਤੁਹਾਡੇ ਕੋਲ ਸਹਿਮਤ ਨਹੀਂ ਹੈਗਾ, ਜੇ ਇੱਕ ਵੀ ਬੰਦਾ ਬਾਹਰ ਹੈ ਨਾ, 99 ਬੰਦੇ ਸਹਿਮਤ ਹੋ ਗਏ, ਇੱਕ ਵੀ ਬੰਦਾ ਬਾਹਰ ਹੈ, ਉਹਨੂੰ ਵੀ ਪੂਰਾ ਬਿਠਾਓ। 100 ਦੇ 100% ਸਹਿਮਤ ਹੋਣੇ ਚਾਹੀਦੇ ਨੇ ਤਾਂ ਕਿ ਕਿਸੇ ਵੀ ਮੌਕੇ ਤੇ ਬਗਾਵਤ ਨਾ ਹੋਵੇ। ਇੱਥੇ ਕੀ ਹੈ, ਸੀਕ੍ਰੇਟ ਮੀਟਿੰਗ, ਮੁੱਠੀ ਭਰ ਲੋਕ ਜਿਹੜੇ ਨੇ ਉਹ ਆਪਸ 'ਚ ਫੈਸਲਾ ਕਰ ਲੈਂਦੇ ਨੇ ਔਰ ਬਾਕੀ ਸਭ ਨੂੰ ਕਹਿੰਦੇ ਨੇ ਸਾਡੇ ਥੱਲੇ ਲੱਗ ਜਾਓ, ਜੇ ਨਹੀਂ ਲੱਗੋਗੇ ਆਈਏ ਗੋਲੀ। ਫਿਰ ਆਹ ਹਿਸਾਬ ਹੈ ਸੀਕ੍ਰੇਟ ਮੀਟਿੰਗ। ਰਾਉਂਡ ਟੇਬਲ, ਇੱਕ ਤਾਂ ਨਾਮ ਬੜਾ ਸੋਹਣਾ, ਵੀ ਚੌਰਸ ਟੇਬਲ ਨਹੀਂ ਹੋਣਾ ਚਾਹੀਦਾ, ਰਾਉਂਡ ਟੇਬਲ, ਕਿਉਂਕਿ ਸਾਰੇ ਇੱਕ ਦੂਜੇ ਦੀ ਸ਼ਕਲ ਦੇਖਣਗੇ ਨਾ, ਰਾਉਂਡ ਬੈਠਣਗੇ। 360 ਡਿਗਰੀ ਦੀ ਨਾਲ ਇੱਕ ਪਰਿਭਾਸ਼ਾ ਹੈ ਕਿ ਪੂਰਾ ਸਰਕਲ ਡਿਸਕਸ ਕਰਾਂਗੇ, ਹਰ ਐਂਗਲ ਤੋਂ ਡਿਸਕਸ ਕਰਾਂਗੇ। ਗੋਲਮੇਜ ਕਾਨਫਰੰਸ ਵੀ 360 ਡਿਗਰੀ ਤੋਂ ਹਰ ਐਂਗਲ ਤੋਂ ਡਿਸਕਸ ਕਰਕੇ ਫਿਰ ਰਾਹ ਕੱਢਾਂਗੇ। ਇਹ ਸੀਕ੍ਰੇਟ ਮੀਟਿੰਗ, ਗੋਲ ਮੇਜ਼। ਸੋ ਇਹ ਸਾਰੇ ਦਾ ਸਾਰਾ ਮਾਮਲਾ ਫਿਰ ਉੱਥੇ ਆ ਜਾਂਦਾ ਕਿ ਹਿਊਮਨ ਸਾਈਕੀ ਨੂੰ ਬਦਲੋ। ਇੱਕ ਰੇਸ ਦੂਸਰੇ ਤੋਂ ਸੁਪਰੀਮ ਨਹੀਂ ਹੈਗੀ, ਸਾਰੇ ਬਰਾਬਰ ਨੇ। ਪਰ ਬਾਈਡਨ ਸਰਕਾਰ ਨੇ ਵੈਸੇ ਥੋੜੀ ਜਿਹੀ ਸਖਤੀ ਵਰਤ ਲਈ, ਚੰਗਾ ਕੀਤਾ। ਉਹਨਾਂ ਨੇ ਬੰਦੇ ਬਰਖਾਸਤ ਕਰਤੇ ਆ, ਕੁਛ ਅੰਦਰ ਕਰ ਦਿੱਤੇ ਆ, ਗ੍ਰਿਫਤਾਰ ਕਰ ਲਿਆ, ਤਾਂ ਉਹਨਾਂ ਲੋਕਾਂ ਨੂੰ ਰਾਹਤ ਮਿਲੀ ਇਸ ਗੱਲ ਦੀ। ਸਹੀ ਗੱਲ ਹੈ, ਔਰ ਰਾਹਤ ਮਿਲਣੀ ਵੀ ਚਾਹੀਦੀ ਹੈ। ਔਰ ਅਸੀਂ ਵੀ ਦੇਖਦੇ ਹਾਂ ਭਾਰਤ ਦੇ ਅੰਦਰ ਤੇ ਕਈ ਵਾਰ ਉਹ ਪਾਣੀ ਪੀ ਲਿਆ ਸੀ ਉੱਚੀ ਜਾਤ ਦੇ ਘੜੇ ਵਿੱਚੋਂ ਕਿਸੇ ਬੱਚੇ ਨੇ, ਉਹ ਟੀਚਰ ਨੇ ਉਹਨੂੰ ਕੁੱਟ-ਕੁੱਟ ਪਤਾ ਨਹੀਂ ਹਸਪਤਾਲ ਪਹੁੰਚਾ ਦਿੱਤਾ। ਇਹ ਵੀ ਕਹਾਣੀਆਂ ਰਹੀਆਂ ਨੇ। ਔਰ ਪਿਛੜੀ ਜਾਤੀ ਦੀਆਂ ਔਰਤਾਂ ਦੇ ਨਾਲ ਉਹ ਬਦਸਲੂਕੀ ਹੁੰਦੀ ਹੈ, ਉਹਨਾਂ ਨੂੰ ਕਈ ਵਾਰ ਨਿਰਵਸਤਰ ਕਰਕੇ ਪੂਰੇ ਪਿੰਡ 'ਚ ਘੁਮਾ ਦਿੱਤਾ ਜਾਂਦਾ ਹੈ। ਇੱਥੋਂ ਤੱਕ ਵੀ ਭਾਰਤ ਦੇ ਕਈ ਇਲਾਕਿਆਂ ਵਿੱਚ ਇਹ ਸੱਚਾਈ ਹੈ। ਪੰਜਾਬ 'ਚ ਹੈ ਨਹੀਂ, ਅਜੇ ਬਾਹਰਲੇ ਸੂਬਿਆਂ 'ਚ ਹੈ, ਬਾਹਰਲੇ ਸੂਬਿਆਂ 'ਚ ਹੈ, ਰਿਪੋਰਟਾਂ ਮਿਲਦੀਆਂ ਨੇ ਸਾਨੂੰ। ਸੋ ਇਹ ਸਭ ਬੇਵਕੂਫੀਆਂ ਜਿਹੜੀਆਂ ਨੇ ਨਾ, ਜਾਤ ਪਾਤ ਦੇ ਨਾਂ ਤੇ ਬੰਦ ਹੋਣੀਆਂ ਚਾਹੀਦੀਆਂ ਨੇ। ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਨ, ਉਹ ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ। ਅਗਲੀ ਆਪਾਂ ਚੱਲਦੇ ਹਾਂ ਅਮਰੀਕਾ ਦੀ ਧਰਤੀ ਦੇ ਉੱਤੇ। ਇੱਕ ਨਵਾਂ ਕੰਮ ਹੋਣ ਜਾ ਰਿਹਾ, ਇੱਕ ਨਵੀਂ ਪਿੜਤ ਪੈਣ ਜਾ ਰਹੀ ਹੈ ਕਿ ਬਾਈਡਨ ਸਰਕਾਰ ਵੱਲੋਂ ਵੱਡਾ ਐਲਾਨ ਹੋਣ ਜਾ ਰਿਹਾ ਕਿ ਪ੍ਰਾਇਮਰੀ ਪੱਧਰ ਤੇ ਹਿੰਦੀ ਪੜ੍ਹਾਈ ਜਾਵੇ ਅਮਰੀਕਾ ਦੇ ਵਿੱਚ। ਸ਼ਾਇਦ ਆਪਸ਼ਨਲ ਸਬਜੈਕਟ ਹੋਏਗਾ ਕਿ ਜੋ ਪੜ੍ਹਨਾ ਚਾਹੁੰਦੇ ਨੇ, ਕੰਪਲਸਰੀ ਤਾਂ ਨਹੀਂ ਕਰ ਸਕਦੇ ਜਿੱਥੋਂ ਤੱਕ ਸਿਚੁਏਸ਼ਨਸ ਲੱਗਦੀਆਂ ਨੇ।
ਹਾਂ, ਪਹਿਲੋਂ ਰਾਮਾਇਣ ਔਰ ਮਹਾਭਾਰਤ 'ਤੇ ਵੀ ਇਹਨਾਂ ਨੇ ਖੋਜ ਕੀਤੀ ਸੀ। ਉਹਦਾ ਵੀ ਇਹਨਾਂ ਨੇ ਥੀਸਿਸ ਬਣਾ ਕੇ ਬੱਚਿਆਂ ਦੀ PhD ਦਾ, ਔਰ ਬੱਚੇ ਉਹਦੇ 'ਚ ਜਿਹੜੇ ਹਾਇਰ ਕਲਾਸਿਸ 'ਤੇ ਹੈਗੇ ਉਹਨਾਂ ਨੇ ਆਪਣੇ ਸਿਲੇਬਸ ਵਿੱਚ ਇਹਨੂੰ ਸ਼ਾਮਲ ਕੀਤਾ ਸੀਗਾ। ਪਰ ਹੁਣ ਨਵਾਂ ਜਿਹੜਾ ਇਸ ਵੇਲੇ ਨਵੀਂ ਖਬਰ ਆ ਗਈ ਆ, ਇਹਦੇ ਵਿੱਚ ਇਹਨਾਂ ਨੇ ਪ੍ਰਾਇਮਰੀ ਜਿਹੜਾ ਖੇਤਰ ਹੈਗਾ, ਪ੍ਰਾਇਮਰੀ ਵਿਦਿਆਰਥੀ ਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਹਿੰਦੀ ਨੂੰ ਸ਼ਾਮਲ ਕਰ ਲਿਆ, ਸਿਲੇਬਸ ਦੇ ਵਿੱਚ ਆ ਗਿਆ, ਜਿਹਦੇ ਵਿੱਚ ਪੁਰਾਣੀਆਂ ਹਿੰਦੁਸਤਾਨ ਦੀਆਂ, ਪੰਜਾਬ ਦੀਆਂ ਸ਼ਖਸੀਅਤਾਂ ਉਹਨਾਂ ਦੇ ਪਾਠਕ੍ਰਮ ਹੋਣਗੇ, ਔਰ ਉਹਦੇ ਵਿੱਚ ਜਿਹੜੀ ਰਾਮਾਇਣ ਦਾ ਕਥਾ ਹੋਏਗੀ, ਧਾਰਮਿਕ ਵੀ ਹੋਏਗੀ ਔਰ ਆਜ਼ਾਦੀ ਨਾਲ ਰਿਲੇਟਡ ਵੀ ਹੋਏਗੀ। ਬਾਹਰਲੇ ਦੇਸ਼ਾਂ ਨਾਲ ਸੰਬੰਧਿਤ ਜਿਹੜੇ ਸਾਡੇ ਕਾਰੋਬਾਰ ਰਹੇ ਉਹਨਾਂ ਦਾ ਵੀ ਰਹੂਗਾ। ਆਜ਼ਾਦੀ ਤੋਂ ਪਹਿਲਾਂ ਅਸੀਂ ਪੰਜਾਬ ਤੇ ਹਿੰਦੁਸਤਾਨ ਵਿੱਚ ਕੀ ਕਰਦੇ ਰਹੇ ਹਾਂ, ਇਹ ਸਾਰਾ ਸਰਵੇਖਣ ਜਿਹੜਾ ਉਹ ਪਾਠਕ੍ਰਮ ਵਿੱਚ, ਸਿਲੇਬਸ ਵਿੱਚ ਸ਼ਾਮਲ ਕਰ ਲਿਆ। ਔਰ ਇਹ ਬੜੀ ਵੱਡੀ ਖਬਰ ਹੈ ਔਰ ਬਹੁਤ ਜਿਹੜੇ ਸੂਝਵਾਨ ਨੇ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਮੋਦੀ ਸਾਹਿਬ ਉੱਥੇ ਗਏ ਆ, ਉਹ ਕੁਛ ਨਾ ਕੁਛ ਕਰਨਗੇ, ਪਰ ਜਦੋਂ ਭਾਸ਼ਾ ਉੱਥੇ ਪ੍ਰਚਲਿਤ ਹੋ ਗਈ ਆ, ਬੜੀ ਵੱਡੀ ਪਹਿਲ ਕਦਮੀ ਆ। ਔਰ ਉੱਥਾਂ ਨੇ ਇਹਨਾਂ ਨੇ ਕਹਿਤਾ ਅੰਗਰੇਜ਼ੀ ਤੋਂ ਬਾਅਦ ਜਿਹੜੀ ਦੂਸਰੀ ਭਾਸ਼ਾ ਹੋਏਗੀ ਉਹ ਹਿੰਦੀ ਹੋਏਗੀ। ਇਹਦਾ ਮਤਲਬ ਕਿ ਬਹੁਤ ਜਗ੍ਹਾ 'ਤੇ ਜਿਹੜੇ ਸਾਈਨ ਬੋਰਡ ਹੋਣਗੇ ਜਾਂ ਜਿਹੜੇ ਬੋਰਡ ਹੋਣਗੇ, ਮੀਲ ਪੱਥਰ ਹੋਣਗੇ, ਉਹਨਾਂ 'ਤੇ ਹਿੰਦੀ 'ਚ ਲਿਖਿਆ ਹੋਊਗਾ। ਜਿਸ ਤਰ੍ਹਾਂ ਪਾਕਿਸਤਾਨ ਵਿੱਚ ਅਜੇ ਵੀ ਉੱਥੇ ਜਿਹੜੀ ਭਾਸ਼ਾ ਹੈਗੀ ਆ ਉਹ ਭਾਵੇਂ ਉਹਨਾਂ ਦੀ ਉਰਦੂ ਭਾਸ਼ਾ ਹੈਗੀ ਆ, ਔਰ ਉੱਥੇ ਜਿਹੜੀ ਆ ਜਿਹੜੀ ਭਾਸ਼ਾ ਪੰਜਾਬੀ ਦੇ ਵਿੱਚ ਸਾਈਨ ਬੋਰਡ ਲਿਖੇ ਪਏ ਆ। ਜਿਸ ਤਰ੍ਹਾਂ ਲਾਹੌਰ ਤੋਂ ਕਿੰਨੀ ਕਿਲੋਮੀਟਰ ਉਹ ਲਿਖਿਆ ਹੋਊਗਾ, ਮਲਤਾਨ ਹੈ ਨਾ, ਸਿਆਲਕੋਟ ਔਰ ਜੜ੍ਹਾਂਵਾਲਾ, ਸਾਰਿਆਂ ਦੇ ਵਿੱਚ ਪੰਜਾਬੀ ਹੋਊਗੀ, ਫਿਰ ਉਰਦੂ ਵੀ ਹੋਊਗਾ, ਅੰਗਰੇਜ਼ੀ ਹੋਊਗੀ, ਪੰਜਾਬੀ ਸਭ ਤੋਂ ਉੱਤੇ ਹੋਊਗੀ। ਬਹੁਤ ਵੱਡੀ ਗੱਲ ਹੈ। ਔਰ ਇਸ ਵੇਲੇ ਪੰਜਾਬੀ ਭਾਸ਼ਾ ਤਾਂ ਜਿਹੜੀ ਹੈ ਇੰਟਰਨੈਸ਼ਨਲ ਲੈਂਗੁਏਜ ਬਣ ਗਈ ਹੈ, ਪਰ ਇਹਦੇ ਨਾਲ ਲੱਗਦੀ ਹਿੰਦੀ ਜਿਹੜੀ ਇਸ ਵੇਲੇ ਜੇ ਅਮਰੀਕਾ 'ਚ ਸ਼ੁਰੂ ਹੋ ਗਈ ਆ, ਔਰ ਉਹਦੇ ਵਿੱਚ ਆਪਣੇ ਹੋ ਸਕਦਾ ਬ੍ਰਿਟੇਨ ਵਿੱਚ ਵੀ ਰਿਸ਼ੀ ਜੀ ਬੈਠੇ ਨੇ, ਸੂਨਕ ਰਿਸ਼ੀ ਜੀ ਬੈਠੇ ਨੇ, ਹੋ ਸਕਦਾ ਇਹਦੇ ਵੱਲੋਂ ਉਹਨਾਂ ਨੂੰ ਵੀ ਰੀਸ ਵੱਲ ਗੱਲ ਆ ਜੇ। ਦੇਖੋ ਰਸ਼ੀਆ ਦੇ ਵਿੱਚ ਵੀ ਰਹੀ ਹੈ, ਕਈ ਰਸ਼ੀਅਨ ਲੋਕ ਹਿੰਦੀ ਬੋਲਦੇ ਦੇਖੇ ਗਏ ਨੇ, ਬਿਲਕੁਲ। ਜਾਪਾਨ ਦੇ ਲੋਕਾਂ ਨੇ ਬੋਲੀ ਹੈ, ਅੰਗਰੇਜ਼ ਕਈ ਪੰਜਾਬੀ ਬੋਲਦੇ ਆ, ਬੜੀ ਜ਼ਬਰਦਸਤ। ਇੱਕ ਇੰਟਰਵਿਊ ਆ ਪੰਜਾਬੀ ਦੇ ਵਿੱਚ, ਉਹ ਹੁਸ਼ਿਆਰਪੁਰ ਦਾ ਇੱਕ ਪ੍ਰਵਾਸੀ ਆ, ਉਹਦੇ ਨਾਲ ਇੰਟਰਵਿਊ ਕਰ ਰਿਹਾ, ਉਹ ਪੰਜਾਬੀ ਇੰਨੀ ਗੁੜਚ ਔਰ ਇੰਨੀ ਲੱਛੇਦਾਰ ਭਾਸ਼ਾ ਬੋਲ ਰਿਹਾ ਅੰਗਰੇਜ਼, ਉਹਦੇ 'ਚ ਕਿਤੇ ਕਿਤੇ ਜਿਹੜਾ ਉਹ ਥਤਕਾਇਆ ਜਿਹੜਾ ਇੰਟਰਵਿਊ ਕਰ ਰਿਹਾ, ਪਰ ਉਹ ਪੰਜਾਬੀ ਐਸੀ ਬੋਲ ਰਿਹਾ ਫਲੂਐਂਟ ਆ। ਹਾਂ, ਲੋਕ ਸੁਣ ਰਹੇ ਆ ਕਿ ਯਾਰ ਇੰਨੀ ਵਧੀਆ ਪੰਜਾਬੀ। ਮਤਲਬ ਕੋਈ ਵੀ ਭਾਸ਼ਾ ਤੁਸੀਂ ਸਿੱਖ ਸਕਦੇ ਹੋ, ਪਰ ਇਹ ਹਜੇ ਐਲਾਨ ਹੋਣਾ ਹੈ ਕਿ ਕੁੜੀਆਂ ਤੇ ਮੁੰਡੇ ਜਿਹੜੇ ਆ 300 ਸਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਹੋਇਆ ਅਨੰਦਪੁਰ ਸਾਹਿਬ 'ਚ, ਉੱਥੇ ਕੀਰਤਨ ਜਥੇ ਆਏ ਸੀ 500 ਜਿਹੜੇ ਆ ਜਥੇ, ਉਹਨਾਂ ਦੇ ਵਿੱਚ ਜਿਹੜੇ ਕੀਰਤਨ ਕਰਦੀਆਂ ਕੁੜੀਆਂ, ਚੁੰਨੀਆਂ ਲਈਆਂ ਉੱਤੇ, ਵਾਲ ਬੰਨੇ ਉਹਨਾਂ ਨੇ, ਔਰ ਮੁੰਡੇ ਜਿਨ੍ਹਾਂ ਨੇ ਪਗੜੀਆਂ ਨੀਲੀਆਂ ਬੰਨੀਆਂ, ਉਹ ਕੀਰਤਨ ਕਰ ਰਿਹਾ। ਅਸੀਂ ਖੁਦ ਰਿਕਾਰਡ ਵੀ ਕੀਤਾ ਉਹਨਾਂ ਨੂੰ। ਔਰ ਦੇਖੋ ਗੁਰਬਾਣੀ ਨੂੰ ਉਹਦਾ ਕੀਰਤਨ ਸਰਵਣ ਕਰਨਾ, ਰਸਾਇਤ ਕਰਨਾ ਕਿੰਨੀ ਵੱਡੀ ਗੱਲ ਹੈ। ਇਹ ਅਮਰੀਕਾ ਵਾਲੇ ਲੋਕ ਜਿਹੜੇ ਹੈਗੇ ਆ ਰਿਸਰਚ ਬੇਸਡ ਬਹੁਤ ਹੈਗੇ ਆ। ਹਿੰਦੀ ਨੂੰ ਇਸ ਵੇਲੇ ਜਿਹਨਾਂ ਨੇ ਆਪਣਾ ਭਾਸ਼ਾ ਬਣਾ ਲਿਆ, ਬਹੁਤ ਵੱਡੀ ਖਬਰ। ਕੋਈ ਕਾਰਨ ਹੈ ਇਹਦਾ। ਔਰ ਰਿਸਰਚ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇੱਕ ਰਿਸਰਚ ਇਹ ਵੀ ਹੈ ਕਿ ਹੁਣ ਸਭ ਕੁਝ ਡਿਜੀਟਲ ਹੈ, ਸਭ ਕੁਝ ਕੰਪਿਊਟਰਾਈਜ਼ਡ ਹੈ, ਔਰ ਕੰਪਿਊਟਰ ਨੂੰ ਜਿਹੜਾ ਅਰੇਂਜਮੈਂਟ ਹੁੰਦਾ, ਜਿਹਨੂੰ ਆਪਾਂ ਕਹਿੰਦੇ ਆ ਹਾਰਡਵੇਅਰ, ਜਿਹੜੀ ਸਾਰੀ ਪ੍ਰੋਗਰਾਮਿੰਗ ਹੈ ਕੰਪਿਊਟਰ ਦੀ ਲੈਂਗੁਏਜ, ਕਹਿੰਦੇ ਜੇ ਉਹਨੂੰ ਬੇਸ ਸੰਸਕ੍ਰਿਤ ਬਣਾਇਆ ਜਾਵੇ, ਕਿਉਂਕਿ ਸੰਸਕ੍ਰਿਤ ਤੇ ਪੰਜਾਬੀ ਕਾਫੀ ਨੇੜੇ ਹੈ, ਉਚਾਰਨ ਵੇਲੇ ਜਿੱਦਾਂ ਆਪਾਂ ਬੋਲਦੇ ਆ ਉਦਾਂ ਹੀ ਲਿਖਦੇ ਆ, ਨੰਨਾ ਇਦਾਂ ਦੇ ਕਈ ਸ਼ਬਦ ਨੇ ਜਿਹੜੇ ਬਾਕੀ ਭਾਸ਼ਾਵਾਂ 'ਚ ਨਹੀਂ ਮਿਲਦੇ। ਚੀਨ ਵਿੱਚ ਮਿਲਦੀ ਹੈ ਇਹ ਚੀਜ਼। ਸੰਸਕ੍ਰਿਤ ਭਾਸ਼ਾ ਨੂੰ ਇਹ ਚਾਹੁੰਦੇ ਨੇ ਕਿ ਟੈਕਨੀਕਲੀ ਕੰਪਿਊਟਰ ਦਾ ਜਿਹੜਾ ਬਾਈਨਰੀ ਸਿਸਟਮ ਹੈ ਉਹਦੇ ਨਾਲ ਇਨਕਲੂਡ ਕਰਕੇ ਇਹਦਾ ਬੇਸ ਲੈਂਗੁਏਜ ਬਣਾਇਆ ਜਾਵੇ, ਕਿਉਂਕਿ ਉਹ ਕੰਪਿਊਟਰ ਫਿਰ ਜ਼ਿਆਦਾ ਵਧੀਆ ਤਰ੍ਹਾਂ ਪਰਫਾਰਮ ਕਰੇਗਾ। ਇਹ ਵੀ ਕਿਹਾ ਜਾਂਦਾ ਕਿਉਂਕਿ ਭਾਸ਼ਾਵਾਂ ਆਪਸ ਦੇ ਵਿੱਚ ਜਿਹੜਾ ਵਿਆਕਰਣ ਹੁੰਦਾ ਉਹ ਕਿੱਦਾਂ ਬੋਲੀ ਜਾਂਦੀ ਹੈ, ਤਾਂ ਸੰਸਕ੍ਰਿਤ ਭਾਸ਼ਾ ਦੇ ਉੱਤੇ ਜਿਹੜੀ ਖੋਜ ਹੈ ਉਹ ਇਹ ਕਹਿੰਦੀ ਹੈ ਕਿ ਇਹਦੇ ਜਿਹੜੇ ਵਰਡਸ ਨੇ ਉਹਨੂੰ ਪ੍ਰੋਨਾਉਂਸ ਕਰਨ ਦੀ ਜਿਹੜਾ ਤਰੀਕਾ ਹੈ ਉਹ ਕਾਫੀ ਜ਼ਿਆਦਾ ਐਕੂਰੇਸੀ ਦੇ ਸਕਦਾ ਹੈ ਕੰਪਿਊਟਰ ਭਾਸ਼ਾ ਕੰਪਿਊਟਰ ਨਾਲ। ਔਰ ਨਾਲ ਪੰਜਾਬੀ ਲੈਂਗੁਏਜ ਦੇ ਕਈ ਐਸੇ ਸ਼ਬਦ ਨੇ ਜੋ ਪੰਜਾਬੀ ਭਾਸ਼ਾ ਉਚਾਰਨ ਵੇਲੇ ਬੋਲੇ ਜਾਂਦੇ ਨੇ, ਉਹਨੂੰ ਨਾਲ ਇਨਕਲੂਡ ਕੀਤਾ ਜਾਵੇ, ਕਿਉਂਕਿ ਇੰਡੀਆ ਦੀਆਂ ਭਾਸ਼ਾਵਾਂ ਵੱਲੇ ਇਦਾਂ ਧਿਆਨ ਦਿੱਤਾ ਜਾ ਰਿਹਾ। ਵੈਸੇ ਬਰੀਫ ਜੀ ਗੱਲ ਹੈਗੀ ਕਿ ਸੰਸਕ੍ਰਿਤ ਬੜੀ ਪੁਰਾਣੀ ਭਾਸ਼ਾ ਹੈ, ਜਿੱਦਾਂ ਲੈਟਨ ਚੋਂ ਸਾਰੇ ਸ਼ਬਦ ਅਸੀਂ ਜਿਹੜੇ ਇਸਤੇਮਾਲ ਕਰ ਰਹੇ ਹਾਂ ਪੰਜਾਬੀ ਵਿੱਚ, ਲੈਟਨ ਗ੍ਰੀਕ ਵੀ ਹੈ, ਲਾਤੀਨੀ ਕਹਿ ਦਿੰਦੇ ਨੂੰ, ਲਾਤੀਨੀ ਭਾਸ਼ਾ। ਔਰ ਇਸੇ ਤਰ੍ਹਾਂ ਸੰਸਕ੍ਰਿਤ ਵੀ ਬਹੁਤ ਪ੍ਰਾਚੀਨ ਜਿਹੜੀ ਸਾਡੀ ਭਾਸ਼ਾ ਨੇ, ਜਿੰਨੇ ਵੇਦ ਗ੍ਰੰਥ ਜੋ ਕੁਛ ਹੈਗਾ ਸੰਸਕ੍ਰਿਤ ਦੇ ਵਿੱਚ ਹੀ ਹੈਗਾ। ਪਰ ਪੰਜਾਬੀ ਦਾ ਹਾਜਮਾ ਇੰਨਾ ਵੱਡਾ ਹਾਜਮਾ, ਇਹਦੇ ਵਿੱਚ ਉਰਦੂ ਵੀ ਹੈਗਾ, ਫਾਰਸੀ ਵੀ ਹੈਗਾ, ਅਰਬੀ ਵੀ ਹੈਗੀ ਆ, ਸੰਸਕ੍ਰਿਤ ਵੀ ਹੈਗੀ ਆ, ਅੰਗਰੇਜ਼ੀ ਵੀ ਹੈਗੀ ਆ। ਗਲਾਸ ਸ਼ਬਦ ਅਜੇ ਤੱਕ ਉਹਦਾ ਬਣਿਆ ਨਹੀਂ, ਸ਼ੀਸ਼ਾ, ਔਰ ਉਹਦੇ ਵਿੱਚ ਸਕੂਲ ਦਾ ਜੇ ਕੋਈ ਦੂਜਾ ਜਿਹੜਾ ਸਬਸਟੀਟਿਊਟ ਮਿਲਿਆ ਹੀ ਨਹੀਂ, ਅੰਗਰੇਜ਼ੀ ਚੱਲ ਰਿਹਾ। ਦੇਖੋ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਨੂੰ ਜਦੋਂ ਪਿਓਰ ਰੂਪ ਦੇ ਵਿੱਚ ਆਪਾਂ ਬੋਲਦੇ ਆ ਤਾਂ ਉਹ ਬਹੁਤ ਜ਼ਿਆਦਾ ਐਕੂਰੇਸ ਹੈ, ਬਿਲਕੁਲ ਗ੍ਰਾਮਰ ਹੈ। ਹੁਣ ਜਿਹੜੀ ਅੱਜ ਕੱਲ੍ਹ ਮਿਲਗੋਬਾ ਹੈ ਉਹ ਤੇ ਅਸੀਂ ਬਿਲਕੁਲ ਹੀ ਸੱਤਿਆਨਾਸੀ ਕਰਕੇ ਬਹਿ ਗਏ ਹਾਂ ਪੰਜਾਬੀ ਦਾ। ਔਰ ਜਿਹੜੀ ਸੰਸਕ੍ਰਿਤ ਦੀ ਗੱਲ ਕਰੀਏ ਤਾਂ ਇੱਕ ਪੁਰਾਤਨ ਸੰਸਕ੍ਰਿਤ ਹੈ, ਜਿਹੜੀ ਤੁਸੀਂ ਵੇਦਾਂ ਗ੍ਰੰਥਾਂ ਦੀ ਗੱਲ ਕੀਤੀ, ਇੱਕ ਮਾਡਰਨ ਸੰਸਕ੍ਰਿਤ ਹੈ ਜਿਹੜੀ
ਚਾਣਕਿਆ ਤੋਂ ਸ਼ੁਰੂ ਹੁੰਦੀ ਹੈ। ਉਦੋਂ ਉਹਨਾਂ ਦੇ ਦੋਸਤ ਸੀਗੇ ਜਿਨ੍ਹਾਂ ਨੂੰ ਪਾਣੀਨੀ, ਮਹਾਰਿਸ਼ੀ ਪਾਣੀਨੀ, ਉਹਨਾਂ ਨੇ ਮਾਡਰਨ ਸੰਸਕ੍ਰਿਤ ਨੂੰ ਜਨਮ ਦਿੱਤਾ। ਦੋਵੇਂ ਤਕਸ਼ਸ਼ਿਲਾ ਯੂਨੀਵਰਸਿਟੀ ਦੇ ਸਕਾਲਰਸ ਨੇ। ਜਿੱਦਾਂ ਚਾਣਕਿਆ ਨੇ ਲਿਖਿਆ ਹੈ ਅਰਥ ਸ਼ਾਸਤਰ ਤੇ ਰਾਜਨੀਤੀ ਸ਼ਾਸਤਰ, ਪਾਣੀਨੀ ਨੇ ਲਿਖਿਆ ਹੈ ਵਿਆਕਰਣ, ਮਾਡਰਨ ਸੰਸਕ੍ਰਿਤ, ਗ੍ਰਾਮਰ ਹੈ ਉਹਨਾਂ, ਗ੍ਰਾਮਰ ਹੈ। ਤਾਂ ਇਹ ਦੋਵੇਂ ਸਕਾਲਰਸ ਨੇ। ਤਾਂ ਦੇਖਿਆ ਜਾਵੇ ਤੇ ਪੁਰਾਤਨ ਖਜ਼ਾਨਾ ਸਾਡੇ ਕੋਲ ਬਹੁਤ ਹੈ, ਜਿਹਦੇ ਆਧਾਰ ਦੇ ਉੱਤੇ ਭਾਸ਼ਾਵਾਂ ਨੂੰ ਨਵਾਂ ਰੂਪ ਦੇ ਕੇ ਉਹਨੂੰ ਡਿਜੀਟਲ ਇਕਨੋਮੀ ਦਾ ਵੀ ਅਸੀਂ ਤਦੇ ਕਰਕੇ ਉਹਨਾਂ ਨੇ ਹਿੰਦੀ ਨੂੰ ਜਿਹੜਾ ਭਾਸ਼ਾ ਬਣਾ ਦਿੱਤਾ ਵਾ, ਤਾਂ ਕਿ ਉਹਨਾਂ ਨੇ ਕਿਹਾ ਕਿ ਇੱਥੋਂ ਉਹਨਾਂ ਦਾ ਇਤਿਹਾਸ ਤਾਂ ਪੜ੍ਹਿਆ ਜਾਵੇ, ਹਿੰਦੁਸਤਾਨ ਦਾ ਔਰ ਚਾਈਨਾ ਦਾ ਇਤਿਹਾਸ ਬੜਾ ਪੁਰਾਣਾ ਵਾ, ਪ੍ਰਾਚੀਨ ਹੈਗਾ। ਲੋਕ ਚਾਹੁੰਦੇ ਨੇ ਕਿ ਐਂਸ਼ੀਅੰਟ ਜਿਹੜੀ ਹਿਸਟਰੀ ਆ ਉੱਤੇ ਤਾਂ ਗਿਆਨ ਪ੍ਰਾਪਤ ਕੀਤਾ ਜਾਵੇ। ਇਸੇ ਕਰਕੇ ਉਹਨਾਂ ਦੇ ਖੋਜ ਕਰਨ ਵਾਲੇ ਜਿਹੜੇ ਖੋਜਕਾਰੀ ਨੇ, ਉਹਨਾਂ ਨੇ ਕਹਿਤਾ ਕਿ ਹਿੰਦੀ ਤੁਸੀਂ ਕਰੋਗੇ ਤੇ ਤਦ ਪਤਾ ਲੱਗੂ। ਬਹੁਤ ਜ਼ਬਰਦਸਤ ਤੁਸੀਂ ਇਹ ਗੱਲ ਕਹੀ ਹੈ। ਨੇਪਾਲ ਦੇ ਵਿੱਚ ਜਿਹੜੇ ਇਹ ਬੁੱਧਿਜ਼ਮ ਨੇ, ਇਹਨਾਂ ਦੀ ਜਿਹੜਾ ਇੱਕ ਮੰਦਿਰ ਹੈ, ਉਹਦੇ ਵਿੱਚ ਇੱਕ ਕਮਰੇ ਦੀ ਖੋਜ ਹੋਈ ਹੈ ਜਿਹੜਾ ਕਦੀ ਖੋਲ੍ਹਿਆ ਨਹੀਂ ਗਿਆ ਸੀ। ਉਹਦੇ ਵਿੱਚ 40,000 ਤੋਂ ਵੱਧ ਗ੍ਰੰਥ ਐਸੇ ਨੇ ਜਿਨ੍ਹਾਂ ਦੀ ਟ੍ਰਾਂਸਲੇਸ਼ਨ ਨਹੀਂ ਹੋਈ, ਜੋ ਪੜ੍ਹੇ ਹੀ ਨਹੀਂ ਗਏ ਹਜੇ ਤੱਕ। ਨਹੀਂ ਪੜ੍ਹੇ, ਉਹਨਾਂ ਨੂੰ ਹੁਣ ਪੜ੍ਹਨਾ ਸ਼ੁਰੂ ਕਰਨਗੇ। ਇਸ ਕਰਕੇ ਨਹੀਂ ਪੜ੍ਹੇ ਗਏ ਉਹ। ਵੈਸੇ ਉਹਨਾਂ ਦੀ ਲਿਪੀ ਪਾਲੀ ਆ, ਲਿਖੇ ਪਾਲੀ ਭਾਸ਼ਾ 'ਚ, ਲਿਖੇ ਤੇ ਵੈਸੇ ਪੜ੍ਹਨ 'ਚ ਹਿੰਦੀ ਆ, ਉਹਦੇ 'ਚ ਉਹ ਆ। ਐਕਚੁਅਲੀ ਉਹ ਛੁਪਿਆ ਹੋਇਆ ਕਮਰਾ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ। ਨਹੀਂ ਪਤਾ, ਅਚਾਨਕ ਪਤਾ ਲੱਗਾ। ਉਹ ਦੀਵਾਰ ਸੁੱਟੀ ਗਈ ਤੇ ਪਿੱਛੇ ਪੂਰੇ ਦਾ ਪੂਰਾ ਲਾਇਬ੍ਰੇਰੀ ਮਿਲੀ। ਉਹਦੇ 40-45,000 ਗ੍ਰੰਥ ਨੇ। ਉਹ ਹੁਣ ਪੜ੍ਹਨਾ ਸ਼ੁਰੂ ਕਰਨਗੇ। ਦੇਖੋ ਉਹਦੇ ਚੋਂ ਕਿਹੜਾ ਖਜ਼ਾਨਾ ਬੜਾ ਕੁਝ ਨਿਕਲੇਗਾ। ਔਰ ਸਾਡੇ ਭਾਰਤ ਵਿੱਚ ਕਰੋੜਾਂ ਗ੍ਰੰਥ ਐਸੇ ਪਏ ਨੇ ਜਿਨ੍ਹਾਂ ਨੂੰ ਹਜੇ ਪੜ੍ਹਿਆ ਹੀ ਨਹੀਂ ਗਿਆ। ਨਹੀਂ ਪੜ੍ਹੇਗਾ। ਸੰਸਕ੍ਰਿਤ ਨਾਲ ਜਾਂ ਹਿੰਦੀ ਨਾਲ ਰਿਲੇਟਡ ਹੈ ਨਾ, ਉਹ ਸਾਰਾ ਕੁਝ ਜੇ ਕੱਢ ਕੇ ਲਿਆਓ ਖਜ਼ਾਨਾ, ਬਹੁਤ ਕੁਝ ਦੁਨੀਆ ਨੂੰ ਮਿਲ ਸਕਦਾ ਹੈ। ਸੋ ਆਪਾਂ ਅੱਗੇ ਚੱਲੀਏ। ਦੁਨੀਆ ਦੀ ਗੱਲ ਕਰਦੇ ਪਏ ਹਾਂ ਤੇ ਦੁਨੀਆ ਦੇ ਬੈਂਕ ਦੀ ਗੱਲ ਕਰਦੇ ਹਾਂ, ਵਿਸ਼ਵ ਬੈਂਕ ਦੀ ਗੱਲ ਕਰਦੇ ਹਾਂ। ਇੱਕ ਸੂਚੀ ਬਣੀ ਹੈ ਇਮੀਗ੍ਰੈਂਟਸ ਦੀ, ਜਿਹਦੇ ਵਿੱਚ ਮਹਾਨ ਇਮੀਗ੍ਰੈਂਟਸ ਉਹਨਾਂ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ। ਤੇ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਅਜੇ ਬੰਗਾ ਜੋ ਪ੍ਰਧਾਨ ਨੇ ਵਿਸ਼ਵ ਬੈਂਕ ਦੇ, ਉਹਨਾਂ ਦਾ ਨਾਮ ਵੀ ਉੱਥੇ ਸ਼ਾਮਿਲ ਹੋਇਆ ਤੇ ਉਹ ਪਹਿਲੇ ਭਾਰਤੀ ਅਮਰੀਕੀ ਬਣੇ ਨੇ ਜਿਨ੍ਹਾਂ ਦਾ ਨਾਮ ਇਸ ਲਿਸਟ ਦੇ ਵਿੱਚ ਸ਼ਾਮਿਲ ਹੈ। ਇਹ ਜਿਹੜੀ ਸੂਚੀ ਹੈ ਗ੍ਰੇਟ ਇਮੀਗ੍ਰੈਂਟਸ ਦੇ ਵਿੱਚ ਇਹਨਾਂ ਦਾ ਨਾਮ ਉਹਦੇ ਵਿੱਚ ਸੂਚੀ ਵਿੱਚ ਸ਼ਾਮਿਲ ਹੋ ਗਿਆ। ਪਹਿਲੋਂ ਇਹ ਵਿਸ਼ਵ ਬੈਂਕ ਦੇ ਵੈਸੇ ਪ੍ਰਧਾਨ ਨੇ ਔਰ ਵਰਲਡ ਬੈਂਕ ਦੇ, ਔਰ ਉਦੋਂ ਬਾਅਦ ਇਹਨਾਂ ਨੂੰ ਦੂਜੀ ਉਪਾਧੀ ਦਿੱਤੀ ਗਈ। ਇਹਦੇ ਨਾਲ ਭਾਰਤ ਦਾ ਜਿਹੜਾ ਕੱਦ ਆ ਉੱਚਾ ਹੋ ਗਿਆ, ਕਿਉਂਕਿ ਪਹਿਲੇ ਜਿਹੜੇ ਭਾਰਤੀ ਅਮਰੀਕਨ ਜਿਹੜੇ ਵਸਿੰਦੇ ਨੇ ਉੱਥੋਂ ਦੇ NRI, ਉਹਨਾਂ ਨੂੰ ਇਹ ਉਪਾਧੀ ਦਿੱਤੀ ਗਈ ਆ, ਜਿਹਦੇ ਵਿੱਚ ਸਿਰਮੌਰ 35 ਆ, ਵੈਸੇ ਇਨਕਲੂਡ 700 ਦੇ ਕਰੀਬ ਕੀਤਾ। ਇਹ ਜਿਹੜੀ ਉੱਪਰਲੀ ਜਿਹੜੀ ਲਿਸਟ ਹੈਗੀ ਆ 35 ਦੀ, ਉਹਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹੋ ਗਿਆ। ਔਰ ਅਜੇ ਬੰਗਾ ਜੀ ਨੇ ਵੈਸੇ ਵੀ ਪਹਿਲਾਂ ਬੜਾ ਕੰਮ ਕੀਤਾ ਵਾ, ਖਾਸ ਕਰਕੇ ਫਾਈਨਾਂਸ ਦੇ ਨਾਲ ਰਿਲੇਟਡ, ਔਰ ਉਹਦੇ ਨਾਲ ਬੈਂਕਾਂ ਦੇ ਵਿੱਚ ਜੋ ਹਿਸਾਬ ਕਿਤਾਬ ਸੀਗਾ, ਜੋ ਬੈਂਕਾਂ ਇਸ ਵੇਲੇ ਢਹਿ ਹੋ ਰਹੀਆਂ ਸੀ, ਡਿੱਗ ਰਹੀਆਂ ਸੀਗੀਆਂ। ਖਾਸ ਕਰਕੇ ਅਮਰੀਕਾ ਦੀਆਂ ਬੈਂਕਾਂ ਦਾ ਆਪਾਂ ਪੜ੍ਹਦੇ ਰਹੇ ਹਾਂ, ਸੁਣਦੇ ਰਹੇ ਹਾਂ, ਔਰ ਇਹਦੇ ਵਿੱਚ ਮਸਲਾ ਵੀ ਰੱਖਿਆ ਸੀਗਾ। ਬਹੁਤ ਬੈਂਕਾਂ ਜਿਹੜੀਆਂ ਕਰਜ਼ਾਈ ਹੋ ਗਈਆਂ ਔਰ ਬੰਦ ਹੀ ਹੋ ਗਈਆਂ। ਔਰ ਇੰਡੀਆ 'ਚ ਵੀ ਬੈਂਕਾਂ ਜਿਹੜੀਆਂ ਇੱਕ ਦੂਜੇ 'ਚ ਮਰਜ ਹੋ ਗਈਆਂ, ਇਹਨਾਂ ਨੂੰ ਮਿਲਾ ਦਿੱਤਾ ਗਿਆ ਕਿਉਂਕਿ ਬੈਂਕਾਂ ਜ਼ਿਆਦਾ ਸੀਗਾ। ਔਰ ਉਦੋਂ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਉਦੋਂ ਕੁਝ ਬੈਂਕਾਂ ਇਹਨਾਂ ਨੇ 8 ਦੇ ਕਰੀਬ ਨੈਸ਼ਨਲਾਈਜ਼ ਬੈਂਕਾਂ ਕਰ ਦਿੱਤੀਆਂ ਸੀਗੀਆਂ, ਜਿਨ੍ਹਾਂ ਵਿੱਚ SBI ਸਭ ਤੋਂ ਟੌਪ 'ਤੇ ਬੈਂਕ ਆ, ਬਾਕੀ ਨਵੀਆਂ ਬੈਂਕਾਂ ਆਈਆਂ, ਹੋਰ ਬੈਂਕਾਂ ਵੀ। ਔਰ ਇਸ ਵੇਲੇ ਜਿਹੜੀ ਹਾਲਾਤ ਸੀਗੇ ਅਮਰੀਕਾ ਦੀ, ਉਸ ਕਰਕੇ ਕੀ ਸੀਗਾ ਕਿ ਜਿਹੜੀਆਂ ਕੰਪਨੀਆਂ ਸੀਗੀਆਂ ਉਹਨਾਂ ਨੇ ਆਪਣੇ ਜਿਹੜੇ ਅਕਾਊਂਟ ਸੀ ਉਹਨਾਂ 'ਚੋਂ ਕਢਾ ਲਏ। ਕਢਾਉਣ ਨਾਲ ਜਿਹੜੀਆਂ ਬੈਂਕਾਂ ਦਾ ਵਿੱਚ ਸਟੈਗਨੇਸ਼ਨ ਆ ਗਈ, ਖੜੋਤ ਆ ਗਈ। ਉਸ ਖੜੋਤ ਨੂੰ ਇਹਨਾਂ ਨੇ ਕਿਹਾ ਕਿ ਇੱਕ ਬੰਦਾ ਜਿਹੜਾ ਸਕਾਲਰ ਹੈ, ਜਿਹਨੂੰ ਪਤਾ ਫਾਈਨਾਂਸ ਦਾ, ਜਿਹੜੇ ਡਾਕਟਰ ਮਨਮੋਹਨ ਸਿੰਘ ਦੇ ਵੀ ਚੇਲੇ ਰਹੇ ਆ, ਜਿਨ੍ਹਾਂ ਨੂੰ ਪਤਾ ਹੈਗਾ, ਮਨਟੇਕ ਸਿੰਘ ਆਹਲੂਵਾਲੀਆ ਦੇ ਨਾਲ ਵੀ ਸਾਥੀ ਰਹੇ ਆ, ਉਹਨਾਂ ਨੂੰ ਫਿਰ ਇਹਨਾਂ ਨੇ ਲਿਆ ਔਰ ਉਹਨਾਂ ਨੇ ਪ੍ਰਧਾਨ ਬਣਾਇਆ, ਜਾਂ ਪ੍ਰੈਜ਼ੀਡੈਂਟ ਨੇ ਉਹ। ਔਰ ਇਸ ਵੇਲੇ ਉਹਨਾਂ ਨੂੰ ਗ੍ਰੇਟ ਜਿਹੜਾ ਇਮੀਗ੍ਰੇਸ਼ਨ ਦਾ ਮਾਮਲਾ ਸੀ, ਉਹਦੇ ਵਿੱਚੋਂ ਲੈ ਕੇ ਉਹਨਾਂ ਦਾ ਜਿਹੜਾ ਪਦਵੀ ਦੇ ਦਿੱਤੀ। ਔਰ ਉਹਦੇ 'ਚ ਇਸ ਸੂਚੀ ਵਿੱਚ ਸ਼ਾਮਲ ਹੋਣ ਨਾਲ, ਜਿਹੜਾ ਇਮੀਗ੍ਰੈਂਟ ਸੂਚੀ ਵਿੱਚ ਸ਼ਾਮਲ ਹੋਣ ਨਾਲ ਭਾਰਤ ਦਾ ਕੱਦ ਤਾਂ ਇਹ ਉੱਚਾ ਹੋਣਾ ਹੀ ਹੋਣਾ। ਦੁਨੀਆ ਵਿੱਚ ਵੀ ਪਤਾ ਲੱਗਾ ਕਿ ਸਰਦਾਰ ਜਿਹੜਾ ਪਗੜੀ ਵਾਲਾ ਉਹ ਇੱਥੇ ਆ ਕੇ ਬਹਿ ਗਿਆ। ਔਰ ਦੇਖੋ ਹੁਣ ਕੀ ਬਣਦਾ ਗਾ, ਜਾਂ ਤਾਂ ਪੂਰੇ ਦਾ ਪੂਰਾ ਸਿਖਰਾਂ 'ਤੇ ਲੈ ਜਾਣਗੇ, ਹੈ ਕਿ ਨਹੀਂ, ਜਾਂ ਸਾਰੇ ਦਾ ਸਾਰਾ ਹੀ। ਔਰ ਉਹਦੇ ਵਿੱਚ ਜੇ ਕੁਛ ਬਾਈਡਨ ਸਾਹਿਬ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਪ੍ਰਧਾਨਗੀ ਸੌਂਪ ਦਿੱਤੀ ਹੈ। ਔਰ ਬਾਈਡਨ ਸਰਕਾਰ ਨੇ ਇਹਨਾਂ ਦੇ ਪਿੱਛੇ ਇਸ ਵੇਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਤੀਆਂ। ਉਹਨਾਂ ਨੂੰ ਪਤਾ ਕਿ ਸਾਡੀ ਫਾਈਨਾਂਸ ਡਿੱਗ ਰਹੀ ਹੈ, ਸਾਡੀ ਕੰਪਨੀਆਂ ਡਿੱਗ ਰਹੀਆਂ, ਜਿਹਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਨੇ ਉਹਨਾਂ ਨੂੰ ਥੋੜ੍ਹਾ ਫਾਈਨਾਂਸ਼ੀਅਲ ਤੌਰ 'ਤੇ ਬੈਕ ਦੇਣੀ ਜ਼ਰੂਰੀ ਸੀਗੀ। ਔਰ ਉਹਨਾਂ ਨੇ ਆ ਕੇ ਉਹਦੇ ਵਿੱਚ ਵਾਈਟ ਹਾਊਸ 'ਚ ਵੀ ਰੌਲਾ ਪਾਇਆ ਕਿ ਸਾਡੇ ਬਾਰੇ ਕੀ ਕਰੋਗੇ। ਕੰਪਨੀਆਂ ਦੇ ਵਿੱਚੋਂ ਉਹਨਾਂ ਨੇ ਬਹੁਤ ਮੁੰਡੇ ਕੱਢ ਦਿੱਤੇ, ਬਹੁਤ ਕੁੜੀਆਂ ਕੱਢਤੀਆਂ, ਕਰਕੇ ਕਿ ਉਹ ਫਾਈਨਾਂਸ ਜਿਹੜੀ ਬੈਕਗਰਾਊਂਡ ਉਹਨਾਂ ਦੀ ਮਾੜੀ ਹੋ ਗਈ ਸੀ। ਪਰ ਦੁਬਾਰਾ ਕਾਲ ਹੋ ਗਿਆ ਜਦੋਂ ਦੇ ਇਹ ਆਏ ਨੇ ਅਜੇ ਬੰਗਾ ਜੀ। ਚੀਨ ਨੇ ਕਾਫੀ ਖਿਲਾਫਤ ਕੀਤੀ ਇਸ ਚੀਜ਼ ਦੀ। ਬਾਈਡਨ ਸਾਹਿਬ ਇਸ ਪੱਖ 'ਚ ਸੀਗੇ, ਕਿਉਂਕਿ ਚੀਨ ਇਹ ਚਾਹੁੰਦਾ ਕਿ ਜਿਹੜੇ ਦੁਨੀਆ ਦੇ ਮੁੱਖ ਕੇਂਦਰ ਨੇ, ਮੁੱਖ ਇੰਸਟੀਚਿਊਟਸ ਨੇ, ਉੱਥੇ ਸਾਡੇ ਬੰਦੇ ਬੈਠਣ ਤਾਂ ਕਿ ਸਾਨੂੰ ਹਰ ਤਰ੍ਹਾਂ ਦੀ ਐਡਵਾਂਟੇਜ ਮਿਲ ਸਕੇ। ਸਹੀ ਗੱਲ। ਸੋ ਬਾਈਡਨ ਸਾਹਿਬ ਨੇ ਉਦੋਂ ਪੱਖ ਪੂਰਿਆ ਸਾਡੇ ਭਾਰਤ ਦਾ, ਤੇ ਬੰਗਾ ਸਾਹਿਬ ਨੂੰ ਬਣਾਇਆ ਗਿਆ। ਸੋ ਇਟਸ ਅ ਗੁੱਡ ਨਿਊਜ਼। ਔਰ ਅਸੀਂ
ਚਾਹੁੰਦੇ ਹਾਂ ਕਿ ਉਹ ਕਾਨੂੰਨ ਦੇ ਮੁਤਾਬਿਕ ਹੀ ਚੱਲਣਗੇ। ਇਹ ਨਹੀਂ ਕਿ ਭਾਰਤ ਦਾ ਹੱਕ ਪੂਰਨਗੇ, ਬਿਲਕੁਲ ਨਹੀਂ, ਐਸੀ ਗੱਲ ਨਹੀਂ ਹੈ। ਅਸੀਂ ਭਾਰਤੀ ਤਵੱਕੋ ਵੀ ਨਹੀਂ ਕਰਦੇ ਕਾਨੂੰਨ ਦੀ ਖਿਲਾਫਵਰਜ਼ੀ ਨਹੀਂ ਕਿ ਆਊਟ ਆਫ ਦਾ ਟਰੈਕ ਹੋ ਜਾ ਕੇ ਸਾਨੂੰ ਬੈਨੀਫਿਟ ਦੇਣ। ਉਹ ਇਦਾਂ ਹੋ ਵੀ ਨਹੀਂ ਸਕਦਾ ਕਿਉਂਕਿ ਇੰਟਰਨੈਸ਼ਨਲ ਕਮਿਊਨਿਟੀ ਬੈਠੀ ਆ। ਬਿਲਕੁਲ। ਸੋ ਕਾਨੂੰਨ ਦੇ ਮੁਤਾਬਿਕ ਚੱਲਣਗੇ ਔਰ ਸਾਡੇ ਵਾਸਤੇ ਫਖਰ ਦੀ ਗੱਲ ਹੈ ਕਿ ਜਿਹੜੇ ਗ੍ਰੇਟ ਇਮੀਗ੍ਰੈਂਟਸ ਨੇ ਉਹਦੇ ਵਿੱਚ ਸਾਡੇ ਭਾਰਤੀ ਦਾ, ਪਹਿਲੇ ਅਮਰੀਕੀ ਭਾਰਤੀ ਦਾ ਨਾਂ ਵੀ ਸ਼ਾਮਿਲ ਹੋਇਆ। ਸੋ ਹੁਣ ਭਾਰਤੀ ਡਿਪਲੋਮੈਟਾਂ ਦੀ ਗੱਲ ਕਰਾਂਗੇ ਕਿਉਂਕਿ ਉਹ ਵੀ ਭਾਰਤੀ ਪੱਧਰ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਔਰ ਕੈਨੇਡਾ ਦੇ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਮਾਮਲਾ ਹੈ। ਹਾਈ ਕਮਿਸ਼ਨਰ ਤਲਬ ਹੋਏ ਨੇ ਕਿਉਂਕਿ ਜੋ ਖਾਲਿਸਤਾਨ ਸਮਰਥਕ ਨੇ ਉਹਨਾਂ ਨੇ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਨੇ। ਸੋ ਇਹ ਕੈਨੇਡਾ ਦਾ ਮਾਮਲਾ ਹੈ। ਰੀਸੈਂਟਲੀ ਹੁਣੇ ਕੈਨੇਡਾ ਦੇ ਵਿੱਚ ਬੜਾ ਇਹ ਰੌਲਾ ਪਿਆ ਜਿਹਦੇ ਵਿੱਚ ਜਿਹੜੇ ਸਫਾਰਤਖਾਨੇ ਨੇ, ਅਮਰੀਕਨ ਕੌਂਸੂਲੇਟ ਵਿੱਚ ਵੀ ਜਿਹੜਾ ਸਾਡੇ ਉੱਥੇ ਰੌਲਾ ਪੈ ਕੇ ਉਹਦੇ 'ਚ ਅੱਗ ਤੱਕ ਵੀ ਲਾ ਦਿੱਤੀ ਸਫਾਰਤਖਾਨੇ ਨੂੰ। ਔਰ ਉਹ ਜਿਹੜੀ ਅੱਗ ਲਾਉਣ ਤੋਂ ਬਾਅਦ ਇੱਕ ਉੱਥੇ ਹਰਦੀਪ ਸਿੰਘ ਨਿੱਜਰ ਸੀਗੇ, ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਆ ਬ੍ਰਿਟਿਸ਼ ਕੋਲੰਬੀਆ 'ਚ। ਉਹਦਾ ਰੌਲਾ ਪੈਂਦਾ ਬ੍ਰਿਟੇਨ ਤੱਕ ਪਹੁੰਚ ਗਿਆ ਤੇ ਜਿਹੜੇ ਗੁਰਪਤਵੰਤ ਸਿੰਘ ਪੰਨੂ ਜੀ ਨੇ ਉਹ ਰੂਪੋਸ਼ ਹੋ ਗਏ। ਉਹਨਾਂ ਨੂੰ ਲੱਗਿਆ ਵੀ ਇਹ ਹੁਣ ਮਾਰਨ ਲੱਗ ਪਏ ਸਾਰੇ ਜਿਹੜੇ ਵੀ ਕਾਰਜਕਾਰੀ ਜਾਂ ਨੇਤਾ ਨੇ, ਜਿਹੜੇ ਸਮਰਥਕ ਨੇ ਖਾਲਿਸਤਾਨ ਦੇ, ਉਹ ਰੂਪੋਸ਼ ਹੋ ਗਏ। ਹੁਣ ਅੱਜ ਦੀ ਖਬਰ ਆਈ ਹੈ ਕਿ ਉਹ ਸਾਹਮਣੇ ਆ ਕੇ ਵੀਡੀਓ ਉਹਨਾਂ ਨੇ ਜ਼ਾਹਰ ਕਰਤੀ ਆ ਕਿ ਮੈਂ ਅਜੇ ਜਿੰਦਾ, ਮੈਨੂੰ ਕਿਤੇ ਮਾਰਿਆ ਨਹੀਂ, ਪਰ ਇੱਕ ਵਾਰੀ ਰੌਲਾ ਪੈ ਗਿਆ ਵੀ ਸ਼ਾਇਦ ਉਹਨੂੰ ਵੀ ਗੋਲੀ ਮਾਰ ਦਿੱਤੀ ਆ। ਉਹਨੇ ਕਿਹਾ ਗਿਆ ਕਿ ਇੱਥੇ ਪਲੈਬੀਸਾਈਡ ਕਰਾਉਣਾ ਚਾਹੀਦਾ। ਉਹਨਾਂ ਬੁਲਾਇਆ ਸੀਗਾ ਹੁਣ 8 ਜੁਲਾਈ ਦਾ, ਪਰ ਉਹ ਹੁਣ ਹੋ ਸਕਦਾ ਅਜੇ ਤੱਕ ਨਾ ਹੋਵੇ ਕਿਉਂਕਿ ਉਹ ਥੋੜ੍ਹੇ ਜਿਹੇ ਠੰਡੇ ਪੈ ਗਏ। ਉਹਨਾਂ ਨੇ ਆ ਕੇ ਵੀਡੀਓ ਤੇ ਫਿਰ ਦੁਬਾਰਾ ਉਹੀ ਜ਼ਹਿਰ ਉਗਲਿਆ ਜੋ ਪਹਿਲੋਂ ਵਾਲਾ ਸੀਗਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦੀ ਜਿਹੜੀ ਲਹਿਰ ਆ ਉਸੇ ਤਰ੍ਹਾਂ ਜੀਵਤ ਆ, ਉਸੇ ਤਰ੍ਹਾਂ ਅਸੀਂ ਪੰਜਾਬ ਤੋਂ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਜਥੇਦਾਰ ਭਿੰਡਰਾਂਵਾਲਾ ਜੀ ਨੇ ਕੀਤੀ ਸੀ। ਉਸ ਤੋਂ ਬਾਅਦ ਇਹ ਅੱਗੇ ਤਾਂ ਬੜਾ ਤਸ਼ੱਦਦ ਹੋਇਆ, ਬਹੁਤ ਕੁਝ ਹੋਇਆ। ਸਰਦਾਰ ਬੇਅੰਤ ਸਿੰਘ ਸੀਗੇ ਉਦੋਂ ਮੁੱਖ ਮੰਤਰੀ ਔਰ KPS ਗਿੱਲ ਜਿਹੜੇ ਸੀਗੇ ਉਹ ਚੀਫ ਸੀਗੇ ਆਰਮੀ ਦੇ ਪੁਲਿਸ ਦੇ ਔਰ ਹੈੱਡ ਸੀਗੇ ਪੁਲਿਸ ਦੇ। ਉਦੋਂ ਬਹੁਤ ਜਵਾਨ ਮਾਰੇ ਗਏ, ਪਰ ਹੁਣ ਫਿਰ ਇਹ ਲਹਿਰ ਦੁਬਾਰਾ ਸ਼ੁਰੂ ਹੋ ਗਈ ਆ। ਪਰ ਉਹ 'ਚ ਟਰੂਡੋ ਨੇ ਕਹਿ ਦਿੱਤਾ ਕਿ ਅਸੀਂ ਆਤੰਕਵਾਦੀਆਂ ਦਾ ਕਦੀ ਸਾਥ ਨਹੀਂ ਦੇਵਾਂਗੇ, ਸਾਨੂੰ ਇਹ ਕਦੀ ਵੀ ਸਵਾਲ ਪੈਦਾ ਨਹੀਂ ਹੁੰਦਾ। ਅੱਜ ਉਹਨਾਂ ਦੀ ਇਹ ਸਟੇਟਮੈਂਟ ਆਈ ਹੈ ਕਿ ਉਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਟਰੂਡੋ ਸਾਹਿਬ ਦੀ ਸਰਕਾਰ ਜਿਹੜੀ ਹੈਗੀ ਆ ਉਹ ਸਹੂਲਤਾਂ ਮੁਹੱਈਆ ਕਰ ਰਹੀ ਹੈ, ਪੋਸਟਰ ਵੰਡਣ ਦੇ ਵਿੱਚ ਵੀ ਹੈਲਪ ਕਰ ਰਹੀ ਹੈ। ਉਹਨਾਂ ਦੇ ਵਿੱਚ ਉਹਨਾਂ ਨੇ ਕਹਿਤਾ ਸੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਬਹੁਤ ਪੰਜਾਬੀ ਰਹਿ ਰਹੇ ਆ ਕਿ ਉਹਨਾਂ ਨੂੰ ਆਂਦੇ ਆਪਣੇ ਵੱਸ 'ਚ ਰੱਖ ਕੇ ਉਹਨਾਂ 'ਚ ਜਿਹੜੇ ਸਮਾਗਮ ਹੋ ਰਹੇ ਆ ਜਾਂ ਉਹਨਾਂ ਦੇ ਵਿੱਚ ਜੋ ਕੁਛ ਉਹ ਮੁੰਡੇ ਬੋਲਦੇ ਆ ਜਾਂ ਨਾਅਰੇਬਾਜ਼ੀ ਹੁੰਦੀ ਆ, ਕੰਧਾਂ 'ਤੇ ਜੋ ਕੁਛ ਪੋਸਟਰ ਚਿਪਕਾਉਂਦੇ ਆ, ਉਹਦੇ ਵਿੱਚ ਉੱਥੋਂ ਦੀ ਸਰਕਾਰ ਟਰੂਡੋ ਸਰਕਾਰ ਜਿਹੜੀ ਆ ਉਹ ਇਹਦੇ ਵਿੱਚ ਉਹਨਾਂ ਨੂੰ ਸਹੂਲਤ ਮੁਹੱਈਆ ਕਰਾ ਰਹੀ ਹੈ। ਪਰ ਉਹਨਾਂ ਨੇ ਇਸ ਵੇਲੇ ਚਿੱਟਾ ਜਵਾਬ ਦੇ ਦਿੱਤਾ। ਟਰੂਡੋ ਸਾਹਿਬ ਕਹਿੰਦੇ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ, ਕੁਛ ਨਹੀਂ ਹੈਗਾ। ਔਰ ਅਮਰੀਕਾ 'ਚ ਵੀ ਮੋਦੀ ਸਾਹਿਬ ਦੇ ਜਾਣ ਨਾਲ ਉਦੋਂ ਪਹਿਲਾਂ ਵੀ ਆਸਟ੍ਰੇਲੀਆ ਵਿੱਚ ਵੀ ਇਹ ਰੌਲਾ ਪੈ ਚੁੱਕਿਆ, ਬਾਹਰਲੇ ਦੇਸ਼ਾਂ ਵਿੱਚ ਫਰਾਂਸ ਦੇ ਵਿੱਚ ਵੀ ਇਹ ਰੌਲਾ ਪੈ ਚੁੱਕਿਆ ਆਤੰਕਵਾਦ ਦਾ, ਜੋ ਪੰਜਾਬ ਵਿੱਚ ਪਹਿਲਾਂ ਹੋਇਆ ਸੀ। ਪੰਜਾਬ 'ਚ ਅਜੇ ਇਸ ਵੇਲੇ ਇਹ ਗੱਲ ਨਹੀਂ ਵਾਪਰੀ, ਪਰ ਇਹ ਬਾਹਰਲੇ ਸੂਬਿਆਂ 'ਚ ਹੋ ਗਿਆ। ਉਹਦੇ ਵਿੱਚ ਇਸ ਤਰ੍ਹਾਂ ਹੋ ਗਿਆ ਕਿ ਪਹਿਲਾਂ ਜਦੋਂ 1984 'ਚ ਵੀ ਹੋਇਆ ਸੀਗਾ, ਉਦੋਂ ਆਇਆ ਪਾਕਿਸਤਾਨ, ਜਗਜੀਤ ਸਿੰਘ ਜੀ ਸੀ ਉੱਥੇ ਔਰ ਹੋਰ ਵੀ ਸੀਗੇ ਕਰਿੰਦੇ ਜਿਹੜੇ ਖਾਲਿਸਤਾਨ ਦੇ ਸਮਰਥਕ ਸੀਗੇ। ਉਹ ਕੈਨੇਡਾ 'ਚ ਬੈਠੇ ਸੀ, ਅਮਰੀਕਾ 'ਚ ਬੈਠੇ ਸੀ। ਉਸ ਤੋਂ ਬਾਅਦ ਉਹ ਇੱਕ ਦੀ ਤਾਂ ਮੌਤ ਹੋ ਗਈ, ਇੱਕ ਨੂੰ ਮਾਰ ਦਿੱਤਾ ਗਿਆ ਸੀ ਪਾਕਿਸਤਾਨ 'ਚ ਆ ਕੇ। ਔਰ ਇਸੇ ਤਰ੍ਹਾਂ ਹੁਣ ਵੀ ਹੋਇਆ। ਉਹਦੇ ਵਿੱਚ ਪਰਮਜੀਤ ਜੀ ਪੰਜਵੜ ਮਾਰ ਦਿੱਤੇ ਗਏ ਸੀ ਪਾਕਿਸਤਾਨ ਵਿੱਚ। ਜਿੱਥੇ ਜਿੱਥੇ ਇਹਨਾਂ ਦੇ ਨੇਤਾ ਸੀਗੇ ਉਹਨਾਂ ਨੂੰ ਇੱਦਾਂ ਦਾ ਸਾਹਮਣਾ ਕਰਨਾ ਪਿਆ। ਇਸੇ ਕਰਕੇ ਗੁਰਪਤਵੰਤ ਸਿੰਘ ਪੰਨੂ ਜੀ ਵੀ ਡਰ ਗਏ ਸੀ ਜਾਂ ਉਹਨਾਂ ਨੇ ਰੂਪੋਸ਼ ਕਰ ਲਿਆ ਆਪਣੇ ਆਪ ਨੂੰ, ਫਿਰ ਉਹ ਸਾਹਮਣੇ ਆ ਗਏ। ਇਹ ਲਹਿਰ ਇਸ ਵੇਲੇ ਥੋੜ੍ਹੀ ਜ਼ੋਰ ਫੜਦੀ ਜਾ ਰਹੀ ਆ। ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ ਸੀ, ਪੰਜਾਬ ਦੇ ਕੁਝ ਏਰੀਆ ਦੇ ਵਿੱਚ ਵੀ ਇਹਦੇ ਪੋਸਟਰ ਲੱਗ ਗਏ ਸੀ, ਨਾਅਰੇ ਵੀ ਲੱਗ ਗਏ ਸੀ, ਲਿਖੇ ਸਲੋਗਨ ਲੱਗ ਗਏ ਸੀਗੇ। ਉਹ ਮੁੰਡੇ ਫੜੇ ਇਹਨਾਂ ਨੇ, ਮੁੰਡਿਆਂ ਨੇ ਕਿਹਾ ਕਿ ਅਸੀਂ ਬੇਰੁਜ਼ਗਾਰ ਹਾਂ, ਅਸੀਂ ਇਸ ਕਰਕੇ ਇਸ ਪਾਸੇ ਆ ਗਏ ਹਾਂ, ਸਾਡੀ ਤੇ ਇਹ ਇੱਕ ਤਰਸਯੋਗ ਭਾਵਨਾ ਹੈਗੀ ਆ, ਅਸੀਂ ਇਸ ਕਰਕੇ ਦਿਲੋਂ ਨਹੀਂ ਆਏ, ਸਾਡੇ ਕੋਲ ਪੈਸਾ ਹੈ ਨਹੀਂਗਾ। ਪਰ ਇਹ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਪੜਤਾਲ ਕਰਨੀ ਚਾਹੀਦੀ ਹੈ। ਜਿਹੜੇ ਨੌਜਵਾਨ ਮੁੰਡੇ ਦਾ ਮਾਰਗਦਰਸ਼ਨ ਟੁੱਟ ਰਿਹਾ, ਜਿਹੜੇ ਬੱਚੇ ਥੋੜ੍ਹੇ ਜਿਹੇ ਮਿਸਗਾਈਡ ਹੋ ਰਹੇ, ਉਹਨਾਂ ਨੂੰ ਚਾਹੀਦਾ ਥੋੜ੍ਹੇ ਤਰੀਕੇ ਨਾਲ ਪੈਸਾ ਦੇ ਕੇ, ਰੁਜ਼ਗਾਰ ਦੇ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਆਰੇ ਲਾਉਣ ਤਾਂ ਕਿ ਉਹ ਇਸ ਪਾਸੇ ਨਾ ਆਉਣ, ਤਾਂ ਕਿ ਫਿਰ ਬਲੱਡ ਸ਼ੱਡ ਜਾਂ ਖੂਨ ਖਰਾਬਾ ਨਾ ਆਵੇ। ਇਹ ਪੰਜਾਬ ਸਰਕਾਰ ਨੂੰ ਸੋਚਣਾ ਜ਼ਰੂਰੀ ਹੈ। ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਨੌਕਰੀਆਂ ਦੀ ਵੀ ਗੱਲ ਤੁਸੀਂ ਕੀਤੀ ਹੈ, ਉਹ ਵੀ ਮੁੱਦਾ ਹੈਗਾ, ਉਹਦੇ ਤੇ ਵੀ ਆਪਾਂ ਆਵਾਂਗੇ। ਪੰਜਾਬ ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਪੰਜਾਬ ਨੇ ਪਹਿਲਾਂ ਹਾਲਾਤ ਭੁਗਤੇ ਨੇ ਉਹ ਹਾਲਾਤ ਦੁਬਾਰਾ ਨਾ ਪੈਦਾ ਹੋਣ, ਕਿਉਂਕਿ ਪੰਜਾਬ ਨੇ ਬਹੁਤ ਜ਼ਿਆਦਾ ਇਕਨੋਮਿਕਲੀ ਵੀ, ਸੋਸ਼ਲੀ ਵੀ, ਪੋਲੀਟੀਕਲੀ ਵੀ, ਰਿਲੀਜੀਅਸ ਦੇ ਤੌਰ ਤੇ ਵੀ ਬਹੁਤ ਕੁਝ ਐਸਾ ਭੁਗਤਿਆ ਜੋ ਨਹੀਂ ਭੁਗਤਣਾ ਚਾਹੀਦਾ ਦੁਬਾਰਾ। ਔਰ ਇੱਥੋਂ ਦੇ ਲੋਕ ਹੁਣ ਜ਼ਿਆਦਾ ਸਿਆਣੇ ਹੋ ਗਏ ਨੇ, ਉਹ ਸਮਝਦੇ ਨੇ
ਕਿ ਜੋ ਅੰਤਰਰਾਸ਼ਟਰੀ ਪੱਧਰ ਤੇ ਬੈਠੇ ਲੋਕ ਬਾਹਰ ਗਲਤ ਲੋਕ ਬੈਠੇ ਨੇ ਜੋ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਨੇ, ਉਹਨਾਂ ਦੀ ਸਾਜ਼ਿਸ਼ ਨੂੰ ਸਮਝਦੇ ਨੇ। ਪੰਜਾਬ ਦੀ ਖੇਤੀਬਾੜੀ ਦਾ ਹਾਲ ਦੇਖੋ, ਪੰਜਾਬ ਦੀ ਇੰਡਸਟਰੀ ਦਾ ਹਾਲ ਦੇਖੋ, ਇੱਥੇ ਕੋਈ ਇਨਵੈਸਟਰ ਆਉਣ ਨੂੰ ਤਿਆਰ ਨਹੀਂ ਹੈ, ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ। ਸੋ ਇਹ ਸਾਰੇ ਹਾਲਾਤ ਪੰਜਾਬ ਦੀ ਤਰੱਕੀ ਨੂੰ ਰੋਕਦੇ ਨੇ। ਸੋ ਇਸ ਵਾਸਤੇ ਤਿਆਰੀ ਇਹ ਵੀ ਕਰ ਰਹੇ ਨੇ ਭਗਵੰਤ ਮਾਨ ਜੀ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ। 8 ਨਵੇਂ UPS ਸੈਂਟਰ ਖੋਲ੍ਹਣ ਦੀ ਤਿਆਰੀ ਚੱਲਦੀ ਪਈ ਹੈ ਪੰਜਾਬ ਸਰਕਾਰ ਵੱਲੋਂ, ਕਿਉਂਕਿ ਜੇ ਨੌਜਵਾਨਾਂ ਕੋਲ ਰੋਜ਼ਗਾਰ ਹੋਏਗਾ ਤਾਂ ਉਹ ਭਟਕਣਗੇ ਨਹੀਂ, ਗਲਤ ਰਾਹ 'ਤੇ ਨਹੀਂ ਚੱਲਣਗੇ। ਇਹ ਜਿਹੜੇ ਸਾਜ਼ਿਸ਼ ਕਰਨ ਵਾਲੇ ਬੈਠੇ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਖਿਲਾਫ, ਇਹਨਾਂ ਦੇ ਹੱਥੇ ਨਹੀਂ ਚੜਨਗੇ ਕਿਉਂਕਿ ਰੋਜ਼ਗਾਰ ਦੇ ਵਿੱਚ ਬਿਜ਼ੀ ਹੋਣਗੇ। ਹੁਣੇ ਭਗਵੰਤ ਮਾਨ ਸਰਕਾਰ ਨੇ ਇਹ ਮੁੱਦਾ ਚੁੱਕਿਆ ਸੀਗਾ ਕਿ ਬਾਹਰਲੇ ਸੂਬਿਆਂ 'ਚੋਂ ਜੇ ਗਿਣਿਆ ਜਾਵੇ ਜਾਂ ਸਰਵੇਖਣ ਕੀਤਾ ਜਾਵੇ ਉੱਥੇ IAS ਤੇ ਉਹਦੇ ਵਿੱਚ IPS ਸਭ ਤੋਂ ਜ਼ਿਆਦਾ ਨੇ। ਔਰ ਉਹ ਇਸ ਕਰਕੇ ਹੈਗਾ ਕਿ ਇੱਕ ਤਾਂ ਚਲੋ ਸੂਬੇ ਵੱਡੇ ਹੈ, ਦੂਜਾ ਪੜ੍ਹਨ ਦੀ ਸ਼ੌਕ, ਪੜ੍ਹਨ ਦਾ ਜਾਂ ਉੱਥੋਂ ਦੀ ਐਜੂਕੇਸ਼ਨ ਲੈਣ ਦਾ ਸ਼ੌਕ ਬਹੁਤ ਹੈ। ਉਹਨਾਂ ਨੇ ਕਿਹਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਬੱਚਾ ਐਲੀਜੀਬਲ ਹੋ ਜਾਂਦਾ UPSC ਦੇ ਜਿਹੜਾ ਐਗਜ਼ਾਮੀਨੇਸ਼ਨ ਨੂੰ ਤੈਅ ਕਰਨ ਲਈ, ਉਹਨੂੰ ਕ੍ਰਾਸ ਕਰਨ ਲਈ ਜਾ ਸਕਦਾ। ਔਰ ਉਹ ਬੱਚੇ ਜਾ ਕੇ ਦਿੱਲੀ ਜਾ ਕੇ ਪੜ੍ਹਦੇ ਆ, ਉੱਥੇ ਜਾ ਕੇ ਕੋਚਿੰਗ ਲੈਂਦੇ IAS ਲਈ। ਉੱਥੇ ਪੈਸਾ ਬਹੁਤ ਬਰਬਾਦ ਹੁੰਦਾ ਬੱਚਿਆਂ ਦੇ, ਰਹਿਣ ਲਈ ਕਮਰਾ ਲੈਣਗੇ, ਫਿਰ ਰੋਟੀ ਪਾਣੀ ਲਈ, ਫਿਰ ਕੱਪੜਾ ਲੱਤਾ ਲੈਣਗੇ, ਉਹ ਮਾਂ ਪਿਓ ਤੋਂ ਦੂਰ ਵੀ ਰਹਿਣਗੇ। ਉਹ ਕਹਿੰਦੇ ਇਹਦੇ ਤੋਂ ਵੱਧ ਹੈਗਾ ਫਿਰ ਜੇ ਬੱਚਿਆਂ ਨੇ IAS ਨਹੀਂ ਕਰਨੀ ਫਿਰ ਤਾਂ ਬਾਹਰ ਜਾਂਦੇ ਆ ਬੱਚੇ। ਤੇ ਜੇ IAS ਕਰਨੀ ਤਾਂ ਪੰਜਾਬ ਵਿੱਚ ਕਿਉਂ ਨਾ UPSC ਦੀ ਟ੍ਰੇਨਿੰਗ ਦਿੱਤੀ ਜਾਵੇ, ਉਹਦਾ ਕੋਚਿੰਗ ਦਿੱਤੀ ਜਾਵੇ, ਉਹਦਾ ਜਿਹੜਾ ਸਿਲੇਬਸ ਆ ਉਹਨੂੰ ਜਿਹੜਾ ਸਰ ਕਰਨ ਲਈ ਪੰਜਾਬ ਦੇ ਲੋਕਾਂ ਨੂੰ, ਬੱਚਿਆਂ ਨੂੰ, ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਇਹਦੇ ਵੱਲ ਪ੍ਰੇਰਿਤ ਕੀਤਾ ਜਾਵੇ। ਉਹਨਾਂ 8 ਜਿਹੜੇ ਕੇਂਦਰ ਆ UPSC ਦੇ ਖੋਲ੍ਹਣ ਦਾ ਐਲਾਨ ਕਰ ਦਿੱਤਾ। ਔਰ ਉਹਦੇ ਵਿੱਚ ਪਹਿਲਾਂ ਕੁਝ ਯੂਨੀਵਰਸਿਟੀਆਂ ਸੀਗੀਆਂ, ਉਹ ਯੂਨੀਵਰਸਿਟੀਆਂ UPSC ਦੇ ਜਿਹੜੇ ਆ ਕੋਰਸ ਕਰਾਉਂਦੀਆਂ ਸੀਗੀਆਂ, ਪਰ ਉਹਦੇ ਵਿੱਚ ਉਹ ਰਿਜ਼ਰਵ ਕੈਟਾਗਰੀ ਦੇ ਬੱਚਿਆਂ ਨੂੰ ਲੈਂਦੇ ਸੀ, ਫ੍ਰੀ ਆਫ ਕਾਸਟ ਲੈਂਦੇ ਸੀ। ਜਿੱਦਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਜਿਹੜੀ ਆਪਣੇ ਚੰਡੀਗੜ੍ਹ ਹੈਗੀ ਆ, ਫਿਰ ਜਿਹੜੀ ਆ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਇਹਨਾਂ 3 ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਂਦੀ ਸੀ IAS ਦੀ, IPS ਦੀ, ਸਾਰਾ। ਪਰ ਇਹਨਾਂ ਨੇ ਨਵਾਂ ਮੁੱਦਾ ਲੈ ਲਿਆ, ਕਹਿੰਦੇ ਕਿ ਸਾਰੇ ਬੱਚਿਆਂ ਨੂੰ ਇਸ ਪਾਸੇ ਲਾਵਾਂਗੇ। ਇੱਕ ਤਾਂ ਬੱਚੇ ਦਾ ਅੱਛਾ ਮਾਰਗਦਰਸ਼ਨ ਹੋ ਜਾਊਗਾ, ਗੈਂਗਸਟਰ ਵਾਲੇ ਪਾਸੇ ਨਹੀਂ ਜਾਣਗੇ, ਦੂਜੇ ਪਾਸੇ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਗੇ, ਪੜ੍ਹਨਾ ਤਾਂ ਸਿੱਖ ਜਾਣਗੇ ਨਾ। ਵੀ ਜਦੋਂ 14 ਜਮਾਤਾਂ ਪੜ੍ਹ ਲਈਆਂ ਬੱਚਾ ਇਸ ਪਾਸੇ ਆ ਸਕਦਾ ਹੈ ਨਾ। ਨਹੀਂ ਤਾਂ ਬੱਚੇ 12 ਜਮਾਤਾਂ ਪੜ੍ਹ ਕੇ 13ਵੀਂ 'ਚ ਜਾਂਦਾ ਹੀ ਨਹੀਂਗਾ, ਕਾਲਜ 'ਚ ਜਾਂਦੇ ਨਹੀਂ, ਉਹ ਬੱਚੇ ਉਡਾਰੀ ਮਾਰ ਜਾਂਦੇ, ਜਹਾਜ਼ 'ਤੇ ਚੜ੍ਹ ਜਾਂਦੇ ਆ, ਜਾ ਕੇ ਬ੍ਰਿਟਿਸ਼ ਕੋਲੰਬੀਆ ਚਲੇ ਜਾਂਦੇ ਆ, ਓਟਵਾ ਚਲੇ ਜਾਂਦੇ ਆ, ਹੈ ਨਾ, ਉੱਥੇ ਵਿਨੀਪੈਗ ਉੱਥੇ ਚਲੇ ਜਾਂਦੇ ਪੜ੍ਹਨ ਲਈ। ਸਾਰੇ ਜਿਹੜੇ ਸੈਂਟਰ ਉੱਥੇ ਐਜੂਕੇਸ਼ਨ ਦੇ ਉੱਥੇ ਉਡਾਰੀ ਮਾਰ ਜਾਂਦੇ ਆ। ਅਤੇ ਲੋਕਾਂ ਨੇ ਆਪਣੀ ਜ਼ਮੀਨਾਂ ਵੇਚਤੀਆਂ, ਆਪਣਾ ਸਾਰਾ ਜਿਹੜੀ ਜਾਇਦਾਦ ਸੀ ਉਹ ਵੇਚ ਦਿੱਤੀ। ਮੂਲੂਮਦਾ ਕਈ ਪਿੰਡ ਤੇ ਖਾਲੀ ਹੋ ਗਏ, ਪਲਾਹੀ ਪਿੰਡ 'ਚ ਕੋਈ ਇੱਥੇ ਬੰਦਾ ਨਹੀਂ ਰਹਿ ਰਿਹਾ, ਸਾਰੇ ਉੱਥੇ ਜਿਹੜੇ ਆ ਪ੍ਰਵਾਸੀ ਜਾਂ ਬਾਹਰਲੇ ਜਿਹੜੇ ਮਾਈਗ੍ਰੇਟਰੀ ਲੋਕ ਉਹ ਰਹਿ ਰਹੇ ਆ। ਰਮੀਦੀ ਪਿੰਡ ਇੱਥੇ ਨਾਲ ਹੀ ਆ, ਜਦੋਂ ਆਪਾਂ ਸੁਬਾਨਪੁਰ ਨੂੰ ਜਾਂਦੇ ਰਾਹ ਦੇ ਵਿੱਚ ਸੱਜੇ ਹੱਥ, ਉੱਥੇ ਵੀ ਕੋਈ ਬੰਦਾ ਨਹੀਂ ਇੱਥੋਂ ਦਾ। ਇੱਦਾਂ ਪਿੰਡਾਂ ਦੇ ਪਿੰਡ ਖਾਲੀ ਹੋ ਗਿਆ। 2-2 ਲੱਖ ਬੱਚਾ ਜਿਹੜਾ ਉਹ ਹਰ ਸਾਲ ਦੇ ਵਿੱਚ ਬੱਚਾ ਜਾ ਰਿਹਾ। ਔਰ ਇਹਨੂੰ ਰੋਕਣ ਲਈ ਬੜਾ ਵੱਡਾ ਕੰਮ ਕੀਤਾ ਇਹਨਾਂ ਨੇ। ਜੇ ਇਹਨੂੰ ਚਲਾਇਆ ਜਾਵੇ, ਕਈ ਨਹੀਂ ਐਲਾਨਨਾਮੇ ਐਲਾਨ ਹੀ ਰਹਿ ਜਾਂਦੇ ਆ, ਜੋ ਮੈਨੀਫੈਸਟੋ ਵਿੱਚ ਕੀਤਾ ਹੁੰਦਾ ਵੀ ਅਸੀਂ ਆਹ ਕਰ ਦਾਂਗੇ, ਉਹ ਸਿਰਫ ਐਲਾਨ ਦੇ ਨਾਲ ਨੀਂਹ ਪੱਥਰੀ ਰਹਿ ਜਾਂਦੇ। ਕਈ ਸਰਕਾਰਾਂ ਦੇ ਅਜੇ ਤੱਕ ਨੀਂਹ ਪੱਥਰੀ ਪਏ ਉਹਦੇ ਵਿੱਚ ਵੀ ਇਹ ਅਸੀਂ ਹਸਪਤਾਲ ਬਣਾਇਆ ਸੀਗਾ, ਇਹ ਡੰਗਰਾਂ ਦਾ ਹਸਪਤਾਲ ਬਣਾਇਆ ਸੀ, ਇਹ ਬੰਦਿਆਂ ਦਾ ਹਸਪਤਾਲ, ਉਹਦੇ 'ਚ ਅਜੇ ਉਹ ਜਿਹੜੀਆਂ ਲੱਗੀਆਂ ਸਲੇਟਾਂ ਉਹੀ ਆ, ਕਿਹਨੇ ਉਦਘਾਟਨ ਕੀਤਾ। ਪਰ ਇਹਨਾਂ ਨੂੰ ਮਾਨ ਸਰਕਾਰ ਨੂੰ ਚਾਹੀਦਾ ਕਿ ਇਹ ਉਸ ਆਦਤ 'ਤੇ ਨਾ ਆਉਣ ਜਿਹੜੀਆਂ ਆਦਤਾਂ ਪਹਿਲੀਆਂ ਸਰਕਾਰਾਂ ਨੂੰ ਪਈਆਂ। ਲੋਕਾਂ ਨੂੰ ਘੱਟੋ ਘੱਟ ਕੁਛ ਤਾਂ ਦੇਣ। ਬੱਚੇ ਦੇ ਵਿਚਾਰੇ ਜਵਾਨ ਜਿਹੜੇ ਆ ਇਸ ਵੇਲੇ ਨਸ਼ਿਆਂ 'ਚ ਗ੍ਰਸਤ ਹੋ ਗਏ ਆ, ਮਰ ਰਹੇ ਨੇ, ਮਾਵਾਂ ਰੋ ਰਹੀਆਂ, ਮਾਂ ਪਿਓ ਤਾਂ ਇਸ ਵੇਲੇ ਵਿਚਾਰੇ ਮਰਦੇ ਜਾ ਰਹੇ ਆ। ਜਿਹੜੇ ਤਰਾਸਦੀ ਦਾ ਜਿਹੜਾ ਹਾਦਸਾ ਵਰਤ ਰਹੇ ਆ ਲੋਕ ਨਸ਼ਿਆਂ ਦੀ ਖਾਤਰ, ਇਹਨੂੰ ਬਚਾਉਣਾ ਚਾਹੀਦਾ ਸਰਕਾਰ ਨੂੰ। ਬਿਲਕੁਲ ਬਚਾਉਣਾ ਚਾਹੀਦਾ, ਕਿਉਂਕਿ ਨੌਜਵਾਨ ਪੀੜ੍ਹੀ, ਨੌਜਵਾਨ ਭਵਿੱਖ, ਨੌਜਵਾਨ ਹੀ ਦੇਸ਼ ਨੂੰ ਸੰਭਾਲਣਗੇ। ਔਰ ਇਹ ਇੱਕ એનર્ਜੀ ਆ, ਇਹਨੂੰ ਚੈਨਲਾਈਜ਼ ਕਰਨਾ ਜ਼ਰੂਰੀ ਹੈ। ਪਰ ਅਸੀਂ ਦੇਖਦੇ ਹਾਂ ਨਾ, ਜਿਵੇਂ ਖਿੱਚ ਕੇ ਤੀਰ ਛੱਡ ਦਿਓ ਤੇ ਉਹਨੂੰ ਕੋਈ ਦਿਸ਼ਾ ਨਾ ਦਿਓ, ਉਹ ਟੱਕਰਾਂ ਮਾਰਦਾ ਫਿਰਦਾ। ਇਹ ਉਸੇ ਤਰ੍ਹਾਂ ਖਿੱਚ ਕੇ ਛੱਡੇ ਹੋਏ ਤੀਰ ਨੇ, ਇਹਨਾਂ ਨੂੰ ਕੋਈ ਦਿਸ਼ਾ ਨਹੀਂ ਦਿੱਤੀ ਜਾ ਰਹੀ, ਟੱਕਰਾਂ ਮਾਰਦੇ ਫਿਰਦੇ ਨੇ, ਦਿਸ਼ਾਹੀਨ ਨੇ। ਜੇ ਦਿਸ਼ਾ ਮਿਲ ਜਾਵੇ ਤਾਂ ਇਹ ਤੀਰ ਆਪਣੇ ਨਿਸ਼ਾਨੇ ਤੇ ਵੱਜੇਗਾ ਔਰ ਪੰਜਾਬ ਦੀ ਤਰੱਕੀ ਦੇਖਣਾ ਫਿਰ। ਕਿਉਂਕਿ ਜਿਹੜੇ ਪੰਜਾਬੀ ਬਾਹਰਲੇ ਮੁਲਕਾਂ 'ਚ ਜਾ ਕੇ ਵਿਸ਼ਵ ਬੈਂਕ ਦੇ ਪ੍ਰਧਾਨ ਬਣ ਸਕਦੇ ਨੇ, ਮਿਨਿਸਟਰੀਆਂ 'ਚ ਬਹਿ ਸਕਦੇ ਨੇ, ਡਿਫੈਂਸ ਮਿਨਿਸਟਰ ਬਣ ਸਕਦੇ ਨੇ। ਸੱਜਣ ਸਿੰਘ ਜੀ ਦੇਖ ਲਓ, ਉਹ ਉੱਥੇ ਹੈਗੇ ਆ। ਕਮਲਾ ਹੈਰਿਸ ਕਿੱਥੋਂ, ਇੰਡੀਆ 'ਚੋਂ ਗਏ ਹੈ ਨਾ। ਰਿਸ਼ੀ ਸੁਨਕ ਜੀ ਇੱਥੋਂ ਹੀ ਗਏ। ਕਿਉਂ ਨਹੀਂ ਸਾਡੇ ਮੁੰਡੇ? ਸਾਰਿਆਂ ਕੋਲ ਅੱਛਾ ਬ੍ਰੇਨ ਆ, ਅੱਛਾ IQ ਇਹਨਾਂ ਕੋਲ, ਅੱਛੀ ਸੂਝਵਾਨ ਬੱਚਿਆਂ ਕੋਲ ਹੈਗਾ। ਜੇ ਜਵਾਨੀ ਨੂੰ ਸੰਭਾਲ ਲੈਣਾ ਸਰਕਾਰ ਤਾਂ ਸਾਰਾ ਕੁਝ ਸੰਭਲ ਜਾਂਦਾ। ਖਜ਼ਾਨਾ ਜਾਵੇ, ਪੈਸਾ ਜਾਵੇ ਹੈ ਨਾ। ਸਿਹਤ ਚੰਗੀ ਸਿਹਤ ਤੇ ਜਵਾਨੀ ਸੰਭਾਲਣਾ ਬਹੁਤ ਜ਼ਰੂਰੀ ਆ, ਤਾਂ ਹੀ ਉਹ ਨਸ਼ਿਆਂ ਵਾਲੇ ਪਾਸੇ ਆ ਗਏ। એનર્ਜੀ ਨੂੰ ਚੈਨਲਾਈਜ਼ ਕਰਨਾ ਬੜਾ ਔਖਾ ਕੰਮ। ਇਹੀ ਭਗਤ ਸਿੰਘ ਨੇ ਕਿਹਾ ਕਿ ਨੌਜਵਾਨ ਹੀ ਕ੍ਰਾਂਤੀਕਾਰੀ ਹੋ ਸਕਦੇ ਨੇ,
ਔਰ ਜਿਹੜੇ ਕ੍ਰਾਂਤੀਕਾਰੀ ਨੌਜਵਾਨ ਨੇ ਉਹੀ ਕ੍ਰਾਂਤੀ ਲਿਆ ਸਕਦੇ ਨੇ। ਬਿਲਕੁਲ। ਸੋ ਨੌਜਵਾਨੀ ਦੀ ਗੱਲ ਆਪਾਂ ਨੂੰ ਜ਼ਰੂਰ ਸੁਣਨੀ ਚਾਹੀਦੀ, ਦੇਖਣੀ ਚਾਹੀਦੀ ਆ। ਤੇ ਹੁਣ ਮਾਨ ਸਾਹਿਬ ਹੋਰ ਵੀ ਕਈ ਮਾਮਲਿਆਂ 'ਚ ਉਲਝੇ ਹੋਏ ਨੇ। ਆ ਹੁਣ ਇੱਕ ਨਵਾਂ ਮਾਮਲਾ, ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਭਗਵੰਤ ਮਾਨ ਵਿਰੁੱਧ ਮਾਨਹਾਨੀ ਦੇ ਕੇਸ ਦੀ ਤਿਆਰੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜਾ 55 ਲੱਖ ਦਾ ਮਾਮਲਾ ਚੱਲਦਾ ਪਿਆ ਮੁਖਤਾਰ ਅੰਸਾਰੀ ਗੈਂਗਸਟਰ ਤੋਂ ਲੈ ਕੇ, ਕੈਪਟਨ ਸਾਹਿਬ ਦਾ ਨਾਮ ਵੀ ਵਿੱਚ ਆ ਰਿਹਾ ਹੈ ਤੇ ਰੰਧਾਵਾ ਸਾਹਿਬ ਦਾ ਵੀ ਆ ਰਿਹਾ ਹੈ। ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਕਿ ਉਹ ਪੱਤਰਕਾਰ ਨੇ ਬੜੇ ਪੁੱਠੇ ਸਿੱਧੇ ਸਵਾਲ ਪੁੱਛ ਲਏ ਰੰਧਾਵਾ ਸਾਹਿਬ ਤੋਂ ਉਹਨਾਂ ਦੀ ਗੱਡੀ ਵਿੱਚ ਜਾਂਦੇ ਹੋਏ। ਰੰਧਾਵਾ ਸਾਹਿਬ ਨੇ ਪੂਰਾ ਗੁੱਸਾ ਕੀਤਾ ਤੇ ਉਹਨੂੰ ਕਿਹਾ ਗੱਡੀ 'ਚੋਂ ਉਤਰ ਜਾ, ਔਰ ਇੱਥੋਂ ਤੱਕ ਕਿਹਾ ਕਿ ਤੂੰ ਤੇ ਤੇਰਾ ਚੈਨਲ ਦੋਵੇਂ ਹੀ ਮੇਰੇ ਖਿਲਾਫ ਚੱਲਦੇ ਪਏ ਹੋ, ਵਿਕੇ ਹੋਏ ਹੋ। ਮਤਲਬ ਇਦਾਂ ਦੀਆਂ ਗੱਲਾਂ ਵੀ ਹੋਈਆਂ, ਇਸ ਲੈਵਲ ਤੱਕ ਚਲੀ ਗਈ ਹੈ ਸਾਰੀ ਗੱਲਬਾਤ। ਤੇ ਹੁਣ ਮਾਨਹਾਨੀ ਦੀ ਗੱਲ ਹੋ ਰਹੀ ਹੈ ਕਿਉਂਕਿ ਨੋਟਿਸ ਸਰਵ ਹੋ ਚੁੱਕਾ ਹੈ। ਹਾਂ, ਇਹ ਮੁੱਦਾ ਬੜੀ ਦੇਰ ਦਾ ਜਿਹੜਾ ਗਰਮ ਹੋ ਗਿਆ। ਇਹਦੇ ਵਿੱਚ ਇਹ ਹੈਗਾ ਕਿ ਦੋ ਜਿਹੜੀਆਂ ਪਰਸਨੈਲਿਟੀ ਨੇ, ਜਿਹੜੀਆਂ ਆਗੂ ਰਹੇ ਨੇ ਪੰਜਾਬ ਦੇ, ਮੁੱਖ ਮੰਤਰੀ ਰਹਿਣਾ ਔਰ ਮੁੱਖ ਮੰਤਰੀ ਵੀ ਉਹ ਨੇ ਜਿਹੜੇ ਵੱਡੇ ਸ਼ਹਿਨਸ਼ਾਹ ਜਾਂ ਰਾਜਿਆਂ ਦੇ ਪੁੱਤ ਨੇ। ਕੈਪਟਨ ਅਮਰਿੰਦਰ ਸਿੰਘ, ਉਹਨਾਂ 'ਤੇ ਇਸ ਤਰ੍ਹਾਂ ਦਾ ਵੱਡਾ ਦੋਸ਼ ਲੱਗਣਾ ਬਹੁਤ ਵੱਡਾ ਸਿਆਸਤੀ ਧੱਬਾ। ਔਰ ਇਸੇ ਤਰ੍ਹਾਂ ਰੰਧਾਵਾ ਸਾਹਿਬ ਵੀ ਬੜੇ ਵੱਡੇ ਨੇਤਾ ਨੇ ਔਰ ਉਸ ਵੇਲੇ ਦੇ ਜੇਲ੍ਹ ਮੰਤਰੀ ਰਹੇ ਨੇ। ਔਰ ਇਹਨਾਂ 'ਤੇ ਅੰਸਾਰੀ ਦਾ ਪੱਖ ਪੂਰਨ ਦਾ, ਉਹਨੂੰ ਇੱਥੇ ਲਿਆਉਣ ਦਾ, ਉਹਦੀ ਘਰਵਾਲੀ ਵੀ ਇੱਥੇ ਸੀਗੀ ਨਾਲ ਲਿਆਂਦੀ। ਔਰ ਜਿਹੜਾ ਮੁੱਖ ਮੰਤਰੀ ਕੈਪਟਨ ਸਾਹਿਬ ਨੇ, ਉਹਨਾਂ 'ਤੇ ਇਹ ਦੋਸ਼ ਲੱਗਾ ਕਿ ਇਹਨਾਂ ਦੀ ਜ਼ਮੀਨ ਜਿਹੜੀ ਵਕਫ ਬੋਰਡ ਸੀ ਵੰਡ ਵੰਡਾਈ 'ਚ ਉਹਨਾਂ ਨੂੰ ਦਿੱਤੀ ਗਈ। ਉਹਦਾ ਭਤੀਜਾ ਵੀ ਨਾਲ ਆਇਆ, ਉਹਦਾ ਭਰਾ ਔਰ ਸਾਰਾ ਟੱਬਰ ਹੀ ਇੱਥੇ ਬੈਠਾ ਸੀਗਾ। ਔਰ ਉਹਨੂੰ ਕਿਉਂ ਲਿਆਂਦਾ ਗਿਆ ਰੋਪੜ ਜੇਲ੍ਹ ਦੇ ਵਿੱਚ? ਉਹਨੂੰ ਰੱਖਿਆ ਨਾਂ ਦੀ ਜੇਲ੍ਹ ਸੀਗੀ, ਬਾਕੀ ਤਾਂ ਅਯਾਸ਼ੀ ਕਰਦਾ ਰਿਹਾ ਇੱਥੇ ਬੈਠਾ। ਔਰ ਜਿਹੜਾ ਪੈਸਾ ਬਰਬਾਦ ਕੀਤਾ ਉਹ ਵੀ ਮਾੜਾ ਹੈਗਾ। ਪੈਸਾ ਇਹਨਾਂ ਨੇ ਕੱਢ ਲਿਆ, ਘੋਖ ਲਿਆ ਕਿ ਉਹਦੇ ਵਿੱਚ 55 ਲੱਖ ਜਿਹੜਾ ਗਿਆ ਵਾ ਵਕੀਲਾਂ ਨੂੰ ਦਿੱਤਾ ਗਿਆ। ਜਿਹੜੇ ਵਕੀਲ ਜਿਹੜੇ ਸੀ ਹਾਈ ਕੋਰਟ ਦੇ, ਉਹਨਾਂ ਨੂੰ ਕੇਸ ਲੜਨ ਲਈ, ਵਕੀਲ ਤਾਂ ਇਸ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਕੋਈ ਸਸਤਾ ਨਹੀਂ ਦੇਖਦੇ, ਉਹਨਾਂ ਨੇ ਆਪਣੀ ਜਿਹੜੀ ਫੀਸ ਉਹ ਲੈਣੀ ਹੈ। ਔਰ ਰੰਧਾਵਾ ਸਾਹਿਬ ਫਿਰ ਛੇਤੀ ਨਾਰਾਜ਼ਗੀ 'ਚ ਆ ਜਾਂਦੇ ਆ, ਗੁੱਸੇ 'ਚ ਆ ਜਾਂਦੇ ਆ। ਉਹਨਾਂ ਜਿੱਦਾਂ ਤੁਸੀਂ ਦੱਸਿਆ ਪੱਤਰਕਾਰ ਨਾਲ ਵੀ ਤੂੰ ਮੈਂ ਹੋ ਗਈ ਉਹਨਾਂ ਦੀ। ਔਰ ਇਹਨਾਂ ਨੇ ਭਗਵੰਤ ਮਾਨ ਬਾਰੇ ਵੀ ਇਹ ਬੋਲਿਆ ਕਿ ਮੈਂ ਮਾਨਹਾਨੀ ਦਾ ਕੇਸ ਕਰੂੰਗਾ। ਇਹਨਾਂ ਕੋਰਟ ਆਫ ਕੰਟੈਂਪਟ ਜਿਹੜਾ ਕੀਤਾ ਹੈਗਾ, ਮੈਨੂੰ ਉਹਨਾਂ ਨੇ ਮੈਂਟਲੀ ਟੌਰਚਰ ਕੀਤਾ ਹੈਗਾ। ਮੈਂ ਉਦੋਂ ਜੇਲ੍ਹ ਮੰਤਰੀ ਸੀਗਾ। ਮੈਂ ਆਂਦੇ ਉਹਨਾਂ ਨੇ ਲਿਖਿਆ ਲੈਟਰ ਕੈਪਟਨ ਸਾਹਿਬ ਨੂੰ ਕਿ ਜਿਹੜਾ ਇਹ ਗ੍ਰਹਿ ਵਿਭਾਗ ਦਾ ਮਾਮਲਾ ਹੈਗਾ ਉਹ ਵੇਖੇਗਾ, ਇਹਦੇ ਵਿੱਚ ਨਹੀਂ ਹੈਗਾ। ਪਰ ਜੇਲ੍ਹ 'ਚ ਤਾਂ ਅੰਸਾਰੀ ਦੇ ਉਹੀ ਸੀਗਾ, ਇਹਨਾਂ ਨੇ ਕਿਉਂ ਐਂਟਰੀ ਕਰਨ ਦਿੱਤੀ ਉਹਨੂੰ? ਜਦੋਂ ਜੇਲ੍ਹ 'ਚ ਆਇਆ ਅੰਸਾਰੀ, ਬਲਕਾਰ ਜੀ ਇੱਥੋਂ ਤੱਕ ਕਹਿੰਦੇ ਨੇ ਕਿ ਉਹ ਇੱਕ ਮਾਲਸ਼ੀਆ ਵੀ ਆਉਂਦਾ ਸੀ। ਸਹੀ ਗੱਲ, ਉਹਦੀ ਮਾਲਿਸ਼ ਕਰਨਾ। ਉਹਦੀ ਵਾਈਫ ਉੱਥੇ ਸੀਗੀ, ਵਾਈਫ ਉਹਦੀ ਇੱਥੇ ਸੀਗੀ। ਔਰ ਉਹਦੇ ਵਿੱਚ ਜਿੰਨੀ ਜ਼ਮੀਨ ਸੀ, ਉਹਦਾ ਜਿਹੜਾ ਰਹਿਣ ਸਹਿਣ ਸੀ, ਸਾਰਾ ਕੁਝ ਜਾਂ ਤਾਂ ਉਹ ਤੋਂ ਕੱਟ ਲੈਣ। ਜਿਹੜੀ ਜ਼ਮੀਨ ਉਹਦੀ ਹੈਗੀ ਆ, ਹਾਲਾਂਕਿ ਤਾਂ ਵਕਫ ਬੋਰਡ ਤਾਂ ਨਹੀਂ ਦਊਗਾ। ਵਕਫ ਬੋਰਡ ਹੁੰਦਾ ਜਿਹੜਾ ਮੁਸਲਮਾਨ ਕਮਿਊਨਿਟੀ ਆ, ਉਹਨਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਪਈਆਂ ਨੇ, ਜਿਨ੍ਹਾਂ ਨੂੰ ਲਾਵਾਰਸ ਜ਼ਮੀਨਾਂ ਕਿਹਾ ਗਿਆ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਵਕਫ ਬੋਰਡ ਬਣਾਇਆ ਗਿਆ, ਉਹਦੇ ਕੋਲ ਹੁੰਦੀ ਹੈ। ਪਰ ਹੁਣ ਕੈਪਟਨ ਸਾਹਿਬ ਵੀ ਮੁੱਕਰ ਰਹੇ ਆ, ਰੰਧਾਵਾ ਸਾਹਿਬ ਵੀ ਮੁੱਕਰ ਰਹੇ, ਤਾਂ ਫਿਰ ਇਹ ਪੈਸਾ ਕਿੱਧਰ ਗਿਆ? ਪੈਸਾ ਕਿਤੇ ਸਮਾਨ 'ਚ ਖੰਭ ਲਾ ਕੇ ਉੱਡ ਗਿਆ। ਪੈਸਾ ਤਾਂ ਸਰਕਾਰ ਦਾ ਸੀਗਾ, ਲੋਕਾਂ ਦਾ ਪੈਸਾ ਸੀ। ਜੋ ਰਿਪੋਰਟਾਂ ਆ ਰਹੀਆਂ ਨੇ ਸਾਹਮਣੇ, ਉਹਦੇ ਮੁਤਾਬਿਕ ਤੇ ਲੱਗਦਾ ਹੈ ਮੁਖਤਾਰ ਅੰਸਾਰੀ ਜੇਲ੍ਹ 'ਚ ਨਹੀਂ ਆਇਆ ਸੀ, ਆਪਣੇ ਨਾਨਕੇ ਆਇਆ ਸੀ। ਸਹੀ ਗੱਲ, ਬਿਲਕੁਲ। ਗਰਮੀ ਦੀਆਂ ਛੁੱਟੀਆਂ ਬਿਤਾਉਣ, ਨਾਨਕੇ ਵਾਕਿਆ ਗਰਮੀ ਦੀ ਸਮਰ ਵਕੇਸ਼ਨ 'ਚ ਆਉਂਦਾ ਨਹੀਂ ਕਿ ਨਾਨਕੇ ਖਾਤਰ ਕਰਵਾਈ, ਹੱਸਣ ਖੇਡਣ ਲਈ, ਉਹਦੇ ਲਈ ਆਇਆ। ਪਰ ਇਹ ਕਿ ਜੇਲ੍ਹਾਂ ਉੱਧਰ ਹੈ ਨਹੀਂ ਸੀਗੀਆਂ। ਇਹ ਪੰਜਾਬ ਜੰਗਲ ਸੀਗਾ ਕਿ ਜਾਂ ਨਿਕੋਬਾਰ ਅੰਡੇਮਾਨ ਦੀ ਜਿਹੜੀਆਂ ਕਾਲੇ ਪਾਣੀ ਦੀਆਂ ਜੇਲ੍ਹਾਂ ਸੀ ਉਹਦੇ 'ਚ ਲਿਆਂਦਾ ਸੀ? ਇੱਕ ਬੇਸਿਕ ਤੌਰ ਤੇ ਅਸੀਂ ਗੱਲ ਕਰ ਰਹੇ ਹਾਂ। ਇੱਥੇ ਜੇਲ੍ਹਾਂ ਵੱਡੀਆਂ ਸੀਗਾ ਜਾਂ ਇੱਥੇ ਲਿਆਉਣ ਦਾ ਕੀ ਕਾਰਨ ਸੀ? ਇਹਦੇ ਪਿੱਛੇ ਕੀ ਮਤਲਬ ਸੀ? ਸਿਆਸਤ ਸੀਗਾ, ਪੈਸਾ ਧੇਲਾ ਸੀਗਾ, ਹਜ਼ਮ ਕਰਨ ਦੀਆਂ ਗੱਲਾਂ ਸੀਗੀਆਂ। ਪਰ ਇਹ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੇ ਜਿਹੜੇ ਲੀਡਰ ਹੁੰਦੇ ਆ। ਔਰ ਬਾਕਾਇਦਾ ਤੌਰ 'ਤੇ ਹੈਗਾ। ਉਹ ਤੋਂ ਬਾਅਦ ਜਿਹੜੀ ਜੁਡੀਸ਼ਰੀ ਆ ਜਾਂ ਜਿਹੜੇ ਬਾਕੀ ਨੇ ਜਾਂਚ ਪੜਤਾਲ ਕਰਨ ਵਾਲੇ, ਉਹ ਵੀ ਪਿੱਛੇ ਹਟ ਜਾਂਦੇ ਆ। ਹੁਣ ਕੈਪਟਨ ਨੂੰ ਹੱਥ ਪਾਉਣਾ ਹਾਰੀ ਸਾਰੀ ਦਾ ਗੱਲ ਨਹੀਂ ਹੈਗੀ। ਕੈਪਟਨ ਬੜੀ ਜਿਹੜੀ ਡੂੰਘੀਆਂ ਜੜ੍ਹਾਂ 'ਚ ਪਹੁੰਚਿਆ ਉਹਨਾਂ ਦੀ ਗੱਲ ਹੈਗੀ, ਰੰਧਾਵਾ ਸਾਹਿਬ। ਪਰ ਹੈ ਜਿਹੜੀ ਗੱਲ ਬਹੁਤ ਗਲਤ ਹੈ। ਦੇਖੋ ਗੱਲ ਇਹ ਹੈ ਕਿ ਹੱਥ ਪਾਉਣ ਦੀ ਗੱਲ ਤਾਂ ਇਹੀ ਹੈ ਨਾ ਕਿ ਕਿੰਨੀਆਂ ਕੁ ਜਾਂਚਾਂ ਦੇ ਅੱਗੇ ਰਿਜ਼ਲਟ ਆ ਗਏ ਨੇ, ਜਿਹੜੇ ਇਸ ਜਾਂਚ ਦੇ ਰਿਜ਼ਲਟ ਅਸੀਂ ਕਹੀਏ ਕਿ ਆ ਸਕਦੇ ਨੇ। ਅਜੇ ਚਰਨਜੀਤ ਚੰਨੀ ਵਾਲੀ ਜਿਹੜਾ ਇਹਨਾਂ ਨੇ ਕਿਹਾ ਸੀ, ਭਗਵੰਤ ਮਾਨ ਨੇ ਖੁਦ ਕਿਹਾ ਸੀ, ਸਾਰੇ ਲੋਕ ਕਹਿ ਰਹੇ ਆ, ਸੁਖਪਾਲ ਖਹਿਰਾ ਨੇ ਕਿਹਾ ਪਹਿਲਾਂ ਤਾਂ ਤੁਹਾਨੂੰ ਭੁੱਲ ਗਿਆ ਹੋਊਗਾ। ਉਹ ਤਾਂ ਮੁੱਦਾ ਦੇਖੋ, ਜਦੋਂ ਚਰਨਜੀਤ ਚੰਨੀ ਤੇ ਨੇ ਕਿਹਾ ਕਿ 2 ਕਰੋੜ ਰੁਪਈਆ ਮੰਗਿਆ ਇਹਦੇ ਭਾਣਜੇ ਨੇ, ਔਰ ਉਹਦੇ ਕੋਲ ਵੈਸੇ ਤਾਂ ਪੈਸੇ ਫੜੇ ਗਏ, ਬਹੁਤ ਕੁਛ ਹੈ ਚਰਨਜੀਤ ਚੰਨੀ ਦੇ ਭਾਣਜੇ ਕੋਲ। ਉਦੋਂ ਬਾਅਦ ਉਹ ਮਸਲਾ ਕਿੱਥੇ ਗਿਆ? ਉਦੋਂ ਬਾਅਦ ਇਹਨਾਂ ਨੇ ਕਈ ਮਸਲੇ ਛੇੜੇ ਆ। ਉਹਦੇ ਵਿੱਚ ਇਹ ਆਂਦੇ ਮਸਲੇ ਛੇੜਨ ਦੇ ਵਿੱਚ ਹੀ ਰਹਿੰਦੇ ਆ। ਜਿੱਦਾਂ ਗੁਰਬਾਣੀ ਪ੍ਰਸਾਰਣ ਦਾ ਮਸਲਾ ਲਿਆ ਸੀਗਾ, ਉਹਦੇ ਵਿੱਚ ਤਾਂ ਉਹਨਾਂ ਨੇ ਕਹਿਤਾ ਸੁਖਬੀਰ ਬਾਦਲ ਨੇ ਕੱਲ੍ਹ ਪਏ, ਅਸੀਂ ਇਹਦੇ ਤੋਂ ਪਿੱਛੇ ਹਟ ਗਏ, ਅਸੀਂ ਕੋਈ ਪੈਸਾ ਨਹੀਂ ਲਿਆ ਪੀਟੀਸੀ ਚੈਨਲ ਤੋਂ। ਉਹਨਾਂ ਨੇ ਸਾਫ਼ ਗੱਲ ਕੀਤੀ ਆ। ਉਹਨਾਂ ਨੇ ਕਿਹਾ ਅਸੀਂ ਗੁਰਬਾਣੀ ਦੀ ਸੇਵਾ ਕੀਤੀ ਆ, ਅਸੀਂ ਹੁਣ ਵੀ ਕਰਾਂਗੇ, ਪਰ ਚੈਨਲ ਰਾਹੀਂ ਨਹੀਂ। ਜੇ ਅਸੀਂ ਕਰਾਂਗੇ ਤਾਂ ਅਸੀਂ ਜਿਹੜਾ YouTube ਤੇ ਆਪਣਾ ਕੋਈ ਚੈਨਲ ਖੋਲ੍ਹਣ ਦਾ ਕਰਾਂਗੇ। ਨਹੀਂ, ਉਹਨਾਂ ਨੇ ਕਿਹਾ ਹੈ ਕਿ ਤੁਸੀਂ YouTube ਤੇ ਨਾ ਖੋਲੋ, ਬਲਕਿ ਬਕਾਇਦਾ ਇੱਕ ਜਿੱਦਾਂ ਸੈਟੇਲਾਈਟ ਚੈਨਲ ਹੈ ਉਹ ਚਲਾਓ।
ਹਾਂ ਕਿਉਂਕਿ ਪੈਸਾ ਬਹੁਤ ਹੈ ਐਸਜੀਪੀਸੀ ਪਰ ਕੋਲ। ਇਹਨਾਂ ਕਹਿਤਾ ਕੱਲ ਇਹਨਾਂ ਨੇ ਕਹਿਤਾ ਸੁਖਬੀਰ ਬਾਦਲ ਨੇ ਕਿ ਮੇਰਾ ਮੁੱਦਾ ਨਹੀਂ, ਐਸਜੀਪੀਸੀ ਸੋਚੂਗੀ ਕੀ ਕਰਨਾ। ਪਰ ਧਾਮੀ ਸਾਹਿਬ ਨੇ ਕਹਿਤਾ ਕਿ ਅਸੀਂ ਚੈਨਲ ਨਹੀਂ ਅਜੇ ਡਿਜੀਟਲ ਖੋਲਾਂਗੇ, ਉੱਤੇ ਪੈਸਾ ਲੱਗਦਾ, ਫੀਸ ਵੀ ਦੇਣੀ ਪੈਣੀ ਆ। ਅੱਗੇ ਤੇ ਮੁਫਤ 'ਚ ਕੰਮ ਚੱਲਦਾ ਰਹਿੰਦਾ, ਸੈਟੇਲਾਈਟ ਦਾ ਕਿਰਾਇਆ ਦੇਣਾ ਪੈਣਾ, ਕਿਰਾਇਆ ਵਾ ਪਰ ਮੰਥ ਜਿਹੜਾ ਕਿਰਾਇਆ ਦੇਣਾ ਪੈਣਾ ਕਰੋੜਾਂ 'ਚ ਜਾਏਗਾ, ਕਰੋੜਾਂ 'ਚ ਜਾਊਗਾ। ਹੁਣ ਇਹਨਾਂ ਕੋਲ ਬਜਟ ਦੀ ਕੋਈ ਘਾਟ ਨਹੀਂ, ਪਰ ਹੁਣ ਪੈਸੇ ਦਾ ਕਰਕੇ ਪਿੱਛੇ ਹਟ ਗਏ ਨਾ ਕਿ YouTube ਤੇ ਅਸੀਂ ਦੇਵਾਂਗੇ ਪ੍ਰਸਾਰਣ, ਇਹਦੇ ਤੇ ਨਹੀਂ ਦੇਵਾਂਗੇ। ਇਹਨਾਂ ਨੂੰ ਪਤਾ ਕਿ ਜੇ ਇਹਨਾਂ ਨੇ ਪ੍ਰਸਾਰਣ ਬੰਦ ਕੀਤਾ 21 ਤਰੀਕ ਜੁਲਾਈ ਤੋਂ ਬੰਦ ਹੋ ਰਿਹਾ, ਔਰ ਇਹਨਾਂ ਕੋਲ ਨਵੇਂ ਤਰੀਕੇ ਨਾਲ ਕਿਹੜਾ ਚੈਨਲ, ਕੋਈ ਚੈਨਲ ਆਊਗਾ ਪਰ ਹੁਣ ਟੈਂਡਰ ਨਹੀਂ ਖੁੱਲੂਗਾ। ਹੁਣ ਜਿਹੜਾ ਓਪਨ ਤਰੀਕੇ ਨਾਲ ਲਊਗਾ ਔਰ ਸਾਰਿਆਂ ਨੂੰ ਸਪਲਾਈ। ਜੇ ਦੂਰਦਰਸ਼ਨ ਸਰਕਾਰੀ ਚੈਨਲ ਨੂੰ ਇਹ ਦੇ ਦਿੱਤਾ ਜਾਏ ਤਾਂ ਬਹੁਤ ਵਧੀਆ ਹੈ। ਇਹਦੇ ਬਾਰੇ ਗੱਲ ਹੋਈ ਸੀ ਪਹਿਲਾਂ ਵੀ, ਜਦੋਂ ਕਿ ਰੇਡੀਓ ਕਰ ਰਿਹਾ, ਰੇਡੀਓ 4 ਤੋਂ 6 ਕਰ ਰਿਹਾ ਪ੍ਰਸਾਰਣ ਗੁਰਬਾਣੀ ਦਾ ਸਵੇਰੇ ਦਰਬਾਰ ਸਾਹਿਬ ਤੋਂ, ਔਰ ਦੂਰਦਰਸ਼ਨ ਪਹਿਲਾਂ ਵੀ ਕਰਦਾ ਰਿਹਾ। ਦੂਰਦਰਸ਼ਨ ਕੋ ਉਹ ਵੀ ਵੈਨ ਹੈਗੀਆਂ ਔਰ ਬ੍ਰਾਡਕਾਸਟਿੰਗ ਵੈਨ ਹੈਗੀਆਂ ਔਰ ਸਟਾਫ ਹੀ ਹੈਗਾ ਵਾ। ਜੇ ਮੋਦੀ ਸਾਹਿਬ ਜਾਂ ਉੱਤੋਂ ਕੇਂਦਰ ਕਹਿ ਦੇ, ਅਨੁਰਾਗ ਜੀ ਜਿਹੜੇ ਅਨੁਰਾਗ ਠਾਕਰ ਜੀ ਨੇ ਸੂਚਨਾ ਪ੍ਰਸਾਰਣ ਮੰਤਰੀ ਪੰਜਾਬ ਨੂੰ ਬਿਲੋਂਗ ਕਰਦੇ ਆ, ਉਹ ਜੇ ਡਿਸੀਜਨ ਲੈ ਜਾਣ ਤਾਂ ਬਹੁਤ ਵਧੀਆ ਗੱਲ ਹੈਗੀ ਆ। ਔਰ ਕਟਸੀ ਸੇਕ ਫਾਰ ਦਾ ਕਟਸੀ ਆਫ ਵਿਊਵਰਸ ਉਹ ਦੇ ਸਕਦੇ, ਬਾਕੀ ਚੈਨਲ ਉੱਥੋਂ ਲੈ ਸਕਦੇ ਆ। ਡਿਜੀਟਲ ਪ੍ਰਥਾ ਹੈਗੀ ਆ, ਉਹਦੇ ਪ੍ਰੋਸੈਸ ਰਾਹੀਂ ਸਾਰੇ ਚੈਨਲ ਉੱਥੋਂ ਟੈਲੀਕਾਸਟ ਕਰ ਸਕਦੇ ਆ ਔਰ ਸਾਰਿਆਂ ਨੂੰ ਘਰ ਗੁਰਬਾਣੀ ਦਾ ਸਰਵਣ ਹੋ ਸਕਦਾ। ਗੱਲ ਇਹ ਹੈ ਨਾ, ਮੁੱਦੇ ਉਦੋਂ ਤੱਕ ਜਿਉਂਦੇ ਰਹਿੰਦੇ ਨੇ ਜਦੋਂ ਤੱਕ ਜਨਤਾ ਪਬਲਿਕ ਬਿਲਕੁਲ ਉਹਦਾ ਪਿੱਛਾ ਕਰਦੀ ਹੈ। ਫਾਲੋ ਹੁਣ ਉਹ ਪਬਲਿਕ ਤਾਂ ਰੋਟੀ ਰੋਜ਼ੀ ਦੇ ਮਸਲੇ 'ਚ ਐਸੀ ਉਲਝੀ ਹੋਈ ਹੈ, ਆਪਣੇ ਸਿਆਪੇ ਖਤਮ ਨਹੀਂ ਹੁੰਦੇ ਪਬਲਿਕ ਦੇ, ਤੇ ਉਹਨੇ ਕਿੱਥੋਂ ਮੁੱਦਿਆਂ ਨੂੰ ਜਿਉਂਦੇ ਰੱਖਣਾ ਤੇ ਕਿੱਥੋਂ ਮੁੱਦਿਆਂ ਦਾ ਪਿੱਛਾ ਕਰਨਾ ਹੈ। ਤਾਂ ਫਿਰ ਜਿਹੜੇ ਪੋਲੀਟੀਕਲ ਲੀਡਰਸ ਨੇ ਆਪਣੀਆਂ ਮਨ ਮਰਜ਼ੀਆਂ ਕਰਦੇ ਨੇ, ਔਰ ਕਈ ਮੁੱਦੇ ਕਿੱਥੇ ਪਏ ਫਾਈਲਾਂ ਉਹਦੇ 'ਚ ਕੋਕਰੋਚ ਅੰਡੇ ਦਿੰਦੇ ਹੋਣਗੇ, ਪਤਾ ਨਹੀਂ ਕਿੱਥੇ ਕਿਹੜੀਆਂ ਫਾਈਲਾਂ ਰੁਲੀਆਂ ਪਈਆਂ ਨੇ, ਕੋਈ ਮੁੱਦਾ ਹੱਲ ਹੋਇਆ? ਇਹਦਾ ਵੀ ਇਹੀ ਹਾਲ ਹੈ, ਚੱਲੀ ਜਾਂਦਾ ਹੈ। ਔਰ ਉਧਰੋਂ ਜਿੱਦਾਂ ਆਪਾਂ ਬ੍ਰਿਜ ਭੂਸ਼ਣ ਜੀ ਦਾ ਮਸਲਾ ਦੇਖਿਆ, ਹੋਰ ਕਈ ਮਸਲੇ ਹੋਏ, ਉਹ ਕਿਸਾਨਾਂ ਨੂੰ ਦਰੜ ਕੇ ਟੋਕਰੀ 'ਚ ਪੈ ਗਏ ਸਾਰੇ ਮਸਲੇ। ਹਾਂ, ਕਿਸਾਨਾਂ ਨੂੰ ਜਿਹੜਾ ਦੜਿਆ ਸੀਗਾ ਵੇਖੋ ਖੀਰੀ ਦੇ ਵਿੱਚ, ਹਾਂ ਉਹ ਮਾਮਲਾ, ਉਹ ਵੀ ਨਹੀਂ ਮਿਲਿਆ। ਕਿੰਨੇ ਮਾਮਲੇ। ਔਰ ਕਿਸਾਨ ਅੰਦੋਲਨ ਦੇ ਵਿੱਚ 700 ਦੇ ਕਰੀਬ ਕਿਸਾਨ ਸ਼ਹੀਦ ਹੋਏ, ਉਹਨਾਂ ਦੇ ਪਰਿਵਾਰਾਂ ਦਾ ਕੀ ਬਣਿਆ, ਕੁਝ ਪਤਾ ਲੱਗਦਾ ਪਿਆ ਨਾ। ਸੋ ਇਹ ਸਾਰੇ ਮਾਮਲੇ ਉਦੋਂ ਤੱਕ ਜਿਉਂਦੇ ਨੇ ਜਦੋਂ ਤੱਕ ਪਬਲਿਕ ਪਿੱਛਾ ਕਰਦੀ ਹੈ, ਪਬਲਿਕ ਪੁੱਛਦੀ ਮੀਡੀਆ ਹੈ। ਪਿੱਛਾ ਕਰਦਾ ਵਾ। ਮੀਡੀਆ ਵੀ ਜਿਹੜੇ ਆ ਨਾ, ਕਈ ਮੀਡੀਆ ਨਹੀਂ ਕਹਿਣਾ ਚਾਹੀਦਾ, ਕਈ ਮੀਡੀਆ ਪੱਖ ਪੂਰ ਲੈਂਦੇ ਸਰਕਾਰ, ਵਿਕੇ ਹੋਏ ਨੇ, ਵਿਕੇ ਹੋਏ ਆ। ਜਿਹਨੂੰ ਕਹਿੰਦੇ ਗੋਦੀ ਮੀਡੀਆ ਹੈਗਾ, ਉਹਦੇ ਵਿੱਚ ਸਾਰਾ ਕੁਝ ਉਹ ਮੀਡੀਆ ਦੇ ਲੋਕ ਜਿਹੜੇ ਪੈਰੋਕਾਰ ਨੇ ਉਹ ਉਹਨਾਂ ਦਾ ਹੀ ਗੱਲ ਕਰਦੇ ਆ, ਉਹਨਾਂ ਦੀ ਹਮਾਇਤ ਕਰਦੇ ਆ, ਉਹਨਾਂ ਦੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਫੇਵਰੇਬਲ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ। ਬਿਲਕੁਲ ਜੀ। ਇਸੇ ਕਰਕੇ ਜਿਹੜੇ ਕਰਪਟ ਪੋਲੀਟੀਸ਼ੀਅਨ ਨੇ ਨਾ, ਉਹਨਾਂ ਦੀਆਂ ਪੰਜੇ ਉਂਗਲਾਂ ਘਿਓ 'ਚ, ਲੱਤਾਂ ਪੀਪੇ 'ਚ ਤੇ ਸਿਰ ਕੜਾਈ 'ਚ ਪੂਰਾ ਇੰਜੋਏ ਕਰਦੇ ਪਏ ਨੇ ਆਪਣਾ। ਹਾਂ, ਸੋ ਆਪਾਂ ਅੱਗੇ ਵਧੀਏ ਜੀ। ਹੁਣ ਇਹ ਫਾਇਦਾ ਹੋਰ ਕਿੱਦਾਂ ਹੋ ਸਕਦਾ ਹੈ, ਕਿਉਂਕਿ ਆਪਾਂ ਪਿਛਲੇ ਸੁਣਿਆ ਸੀਗਾ ਕਿ ਇੱਕ ਨਿਊਜ਼ਪੇਪਰ ਦੀ ਹੈਡਲਾਈਨਸ ਵੀ ਸੀ ਕਿ ਅਕਾਲੀ ਦਲ ਤੇ ਭਾਜਪਾ ਦਾ ਜੋ ਡਿਵੋਰਸ ਹੋ ਗਿਆ ਸੀ, ਹੁਣ ਉਹ ਰੀਮੈਰਿਜ ਹੋਣ ਵਾਲੀ ਆ, ਫਿਰ ਦੁਬਾਰਾ ਜੋੜ ਹੋਣ ਵਾਲਾ ਹੈ, ਦੁਬਾਰਾ ਜੱਫੀ ਪੈਣ ਵਾਲੀ ਆ, ਮਿਲਣੀਆਂ ਹੋਣ ਵਾਲੀਆਂ ਨੇ। ਤਾਂ ਲੋਕ ਸਭਾ ਦੀ ਇਲੈਕਸ਼ਨ ਵਾਸਤੇ ਤਿਆਰੀ ਚੱਲਦੀ ਪਈ ਹੈ। ਤੇ ਹੁਣ ਸੁਖਬੀਰ ਬਾਦਲ ਜੀ ਨੇ ਇਹ ਕਿਹਾ ਕਿ ਗੱਠਜੋੜ ਨਹੀਂ ਹੋਏਗਾ, ਅਕਾਲੀ ਦਲ ਆਪਣੇ ਦਮ ਦੇ ਉੱਤੇ ਇਕੱਲਾ 13 ਲੋਕ ਸਭਾ ਸੀਟਾਂ ਤੇ ਜਿੱਤੇਗਾ, ਇਹ ਵੀ ਕਿਹਾ ਉਹਨਾਂ ਨੇ। ਹਨਾ ਜੀ, ਇਹ ਮੁੱਦਾ ਬੜਾ ਅਹਿਮ ਹੈਗਾ। ਇਹ ਕੱਲ੍ਹ ਹੀ ਮੀਟਿੰਗ ਹੋਈ ਹੈ ਕੋਰ ਕਮੇਟੀ ਦੀ, ਬੜੀ ਵੱਡੀ ਮੀਟਿੰਗ ਸੀ ਜਿਹੜੀ ਸੁਖਬੀਰ ਬਾਦਲ ਜੀ ਨੇ ਪਹਿਲੀ ਵਾਰ ਬਾਦਲ ਸਾਹਿਬ ਦੇ ਇੱਥੋਂ ਤੁਰ ਜਾਣ ਨਾਲ ਬਾਅਦ 'ਚ ਸਾਡੀ ਦੁਨੀਆ 'ਚ ਨਹੀਂ ਰਹੇ ਬਾਦਲ ਸਾਹਿਬ, ਉਹਨਾਂ ਤੋਂ ਬਾਅਦ ਇਹ ਉਹਨਾਂ ਨੇ ਕਮਾਂਡ ਸੰਭਾਲੀ ਆ ਔਰ ਉਹਦੇ ਵਿੱਚ ਉਹਨਾਂ ਨੇ ਬੜੇ ਅਹਿਮ ਮੁੱਦੇ ਲਏ ਆ। ਇੱਕ ਤਾਂ 2024 ਦੀਆਂ ਲੋਕ ਸਭਾ ਇਲੈਕਸ਼ਨ ਦਾ ਮੁੱਦਾ ਜਿਹੜਾ ਉਹਨਾਂ ਨੇ ਪਹਿਲੋਂ ਡਿਸਕਸ ਕੀਤਾ ਸਾਰਿਆਂ ਨਾਲ। ਉਹਨਾਂ ਨੇ ਕਿਹਾ ਕਿ ਤੁਸੀਂ ਇਸ ਵੇਲੇ ਜਿਹੜੀ ਗੱਲ ਕਰੋਗੇ ਮਿਲ ਕੇ ਕਰੋਗੇ, ਜੁਆਇੰਟਲੀ ਕਰੋਗੇ, ਤਾਂ ਕਿ ਅਸੀਂ 13 ਸੀਟਾਂ ਤੇ ਆਪਣੇ ਕੈਂਡੀਡੇਟ ਖੜੇ ਕਰ ਦਈਏ ਤੇ ਜਿੱਤ ਪ੍ਰਾਪਤ ਕਰੀਏ। ਔਰ ਉਹਨਾਂ ਨੇ ਕਿਹਾ ਕਿ ਕੋਈ ਸਾਡੀ ਇਹਨਾਂ ਨਾਲ ਗੱਲ ਵਕੜੀ ਨਹੀਂ ਪਊਗੀ, ਬੀਜੇਪੀ ਨਾਲ ਅਸੀਂ ਇਹਨਾਂ ਨਾਲ ਕੋਈ ਵੀ ਕਿਸੇ ਆਗੂ ਨਾਲ ਨਹੀਂ ਮਿਲਾਂਗੇ। ਸਾਡੇ ਕੋਲ ਬੀਐਸਪੀ ਨਾਲ ਪਹਿਲੋਂ ਸਮਝੌਤਾ ਹੋਇਆ ਹੈਗਾ, ਚਾਹੇ ਅਸੀਂ ਹਾਰ ਗਏ ਪਰ ਅਸੀਂ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਹਮਾਇਤ ਨਾਲ ਜਿੱਤ ਪ੍ਰਾਪਤ ਕਰਾਂਗੇ। ਔਰ ਉਹਨਾਂ ਨੇ ਕਹਿਤਾ ਕਿ ਅਸੀਂ ਜਿੱਥੇ ਵੀ ਪਿੰਡਾਂ 'ਚ ਜਾਂਦੇ ਹਾਂ, ਪਿੰਡਾਂ 'ਚ ਸਾਨੂੰ ਬਹੁਤ ਅੱਛਾ ਹੁੰਗਾਰਾ ਮਿਲਦਾ ਵਾ, ਪਿੰਡਾਂ ਦੇ ਲੋਕ ਇਸ ਵੇਲੇ ਸਾਡੇ ਨਾਲ ਨੇ। ਔਰ ਉਹਨਾਂ ਨੇ ਸਰਵੇਖਣ ਕੀਤਾ ਪਹਿਲੋਂ, ਔਰ ਇਸ ਵੇਲੇ ਜਿਹੜੀ ਗੱਲ ਹੋ ਗਈ ਹੈ ਮਾਲਵੇ ਦੇ ਪਿੰਡਾਂ ਵਿੱਚ, ਉਹਨਾਂ ਨੇ ਕਹਿਤਾ ਕਿ ਸਾਨੂੰ ਬਹੁਤ ਮਤ ਮਿਲੂਗਾ, ਪਹਿਲੋਂ ਹੀ ਮਿਲਦਾ ਰਿਹਾ। ਉੱਥੋਂ ਜਿਹੜੀਆਂ ਬਹੁਤ ਸੀਟਾਂ ਲੈ ਕੇ ਜਾਂਦੇ ਰਹੇ ਆ ਮਾਲਵੇ ਦੇ ਵਿੱਚ। ਬਾਕੀ ਰਿਹਾ ਸੰਗਰੂਰ ਵਾਲਾ ਬਾਦਲ ਦਾ ਆਪਣਾ ਮੁਕਤਸਰ ਏਰੀਆ, ਫਰੀਦਕੋਟ ਹੈਗਾ, ਫਿਰ ਲੁਧਿਆਣਾ ਵਾ, ਅੱਗੇ ਬਸ ਜਾ ਕੇ ਜਿਹੜਾ ਬਾਕੀ ਏਰੀਆ ਜਿਹੜਾ ਬੈਲਟ ਪੈ ਅਬੋਹਰ ਦਾ ਏਰੀਆ, ਜਿੱਥੇ ਜਾਖੜ ਸਾਹਿਬ ਬਿਲੋਂਗ ਅਬੋਹਰ ਨੂੰ ਕਰਦੇ ਆ। ਔਰ ਉਹਨਾਂ ਨੇ ਕਹਿਤਾ ਕਿ ਅਸੀਂ ਮਾਲਵੇ 'ਚ ਤਾਂ ਜਿਹੜੀਆਂ ਵੀ ਸੀਟਾਂ ਸਾਡੀਆਂ ਹੋਣਗੀਆਂ ਲੋਕ ਸਭਾ ਦੀਆਂ, ਉਹਨਾਂ 'ਤੇ ਜਿੱਤ ਪ੍ਰਾਪਤ ਕਰਾਂਗੇ। ਰਹੀ ਗੱਲ ਮਾਝੇ ਦੀ, ਮਾਝੇ 'ਚ ਤਾਂ ਉੱਥੇ ਜਿਹੜੇ ਆ ਮਜੀਠਾ ਸਾਹਿਬ ਨੇ ਉੱਥੇ, ਔਰ ਵਿਕਰਮਜੀਤ ਸਿੰਘ ਮਜੀਠਾ ਜੀ ਨੇ ਉੱਥੇ ਨੇ, ਆਦੇਸ਼ ਪ੍ਰਤਾਪ
ਜਿੱਥੇ ਉਹਨਾਂ ਦੇ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੇ, ਇਹਨਾਂ ਦੀ ਬੇਟੀ ਉੱਥੇ ਵਿਆਹੀ ਹੈਗੀ ਉਹਨਾਂ ਦੇ ਘਰ 'ਚ। 2 ਵੱਡੇ ਜਿਹੜੇ ਉੱਥੇ ਬੰਸ ਨੇ ਜਾਂ ਖਾਨਦਾਨ ਨੇ ਉਹ ਇਹਨਾਂ ਦੇ ਵਿੱਚ। ਉਹ ਆਂਦੇ ਸਾਨੂੰ ਮਾਝੇ ਦੀ ਪਰਵਾਹ ਨਹੀਂ ਗੀ, ਇਹ ਸੁਖਬੀਰ ਬਾਦਲ ਨੇ ਬੋਲਿਆ। ਦੁਆਬੇ 'ਚ ਇਹ ਹੈਗਾ ਗੱਲ ਕਿ ਦੁਆਬੇ 'ਚ ਜਦ ਬਾਕੀ ਜਵਾਨ ਇੱਥੋਂ ਬਾਹਰ ਚਲੇ ਗਿਆ, ਬਾਹਰ ਵਿਦੇਸ਼ਾਂ ਵਿੱਚ ਜਾ ਵਸੇ ਹੈਗੇ ਆ, ਪਰ ਫਿਰ ਵੀ ਇਹਨਾਂ ਦੀ ਪਕੜ ਇੱਥੇ ਹੈਗੀ ਆ। ਤੇ ਬੀਜੇਪੀ ਦੇ ਉਹਨਾਂ ਨੇ ਇਹ ਕਹਿਤਾ ਕਿ ਬੀਜੇਪੀ ਦੀ ਪਕੜ ਜਿਹੜੀ ਹੈਗੀ ਆ ਅਰਬਨ 'ਚ ਹੈ, ਸ਼ਹਿਰਾਂ 'ਚ ਹੈਗੀ ਹੈ, ਪਿੰਡਾਂ 'ਚ ਉਹਨਾਂ ਨੂੰ ਨਹੀਂ ਕੋਈ ਜਾਣਦਾ, ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਗੱਲ ਵਕੜੀ ਨਹੀਂ ਪਾਵਾਂਗੇ। ਪਰ ਬੀਜੇਪੀ ਨੇ ਕਹਿਤਾ ਕਿ ਅਸੀਂ ਵੀ ਅੱਗੇ ਹਾਂ, ਅਸੀਂ ਵੀ ਤੁਹਾਡੇ ਤੋਂ ਐਤਕੀ ਜੇ ਅਸੀਂ ਫਸਵਾਂ ਤੇ ਡਟ ਕੇ ਮੁਕਾਬਲਾ ਹੋਊਗਾ ਦੋਵਾਂ ਦਾ। ਆਪ ਜਿਹੜੀ ਆ ਫਿਰ ਆਂਦੇ ਅਸੀਂ ਰਲ ਕੇ ਆਪ ਨੂੰ ਜ਼ੀਰੋ ਕਰਾਂਗੇ ਆਉਣ ਵਾਲੀਆਂ ਲੋਕ ਸਭਾ ਵਿੱਚ। ਪਰ ਲੋਕ ਸਭਾ ਦੀ ਪਹਿਲੀ ਚੋਣ ਦੇ ਵਿੱਚ ਜਲੰਧਰ 'ਚੋਂ ਤਾਂ ਪਹਿਲੀ ਵਾਰੀ ਜਿਹੜੇ ਹੈਗੇ ਮੋਹਰੀ ਰਹਿ ਗਏ, ਜਿੱਤ ਪ੍ਰਾਪਤ ਕਰ ਲਈ ਹੈ, ਜਿਸ 'ਚ ਉਹਨਾਂ ਨੇ ਪਾਰਲੀਮੈਂਟ ਦੇ ਜਿਹੜੇ 1 ਸਾਲ ਦਾ ਵਿੱਚ ਰਹਿੰਦਾ ਸੀ ਨਾ ਪਦਵੀ, ਉਹਦੇ ਵਿੱਚ ਉਹਨਾਂ ਨੇ ਕਰਤਾ ਜਿੱਤ ਪ੍ਰਾਪਤ। ਅੱਗੇ ਦੇਖੋ ਆਉਣ ਵਾਲੀਆਂ ਆਗਾਮੀ ਚੋਣਾਂ ਵਿੱਚ ਕੀ ਜਿਹੜਾ ਸਿੱਟਾ ਨਿਕਲਦਾ। ਤੁਸੀਂ ਜਿਵੇਂ ਕਹਿੰਦੇ ਹੋ ਨਾ ਅੱਜ ਕੱਲ੍ਹ ਟਵੀਟੋ ਟਵੀਟੀ ਹੁੰਦੇ ਨੇ, ਟਵੀਟੋ ਟਵੀਟੀ ਮਿਹਣੇ ਸੋ ਇਹ ਤਾਂ ਹਜੇ ਗੱਲਾਂ ਨੇ ਵੀ ਆਹ ਕਰ ਲਾਂਗੇ, ਉਹ ਕਰ ਲਾਂਗੇ, ਅਸੀਂ ਆਹ ਦਿਖਾ ਦਾਂਗੇ, ਅਸੀਂ ਉਹ ਦਿਖਾ ਦਾਂਗੇ। ਦੇਖੋ ਹਜੇ ਗਰਾਊਂਡ ਰਿਐਲਿਟੀ ਕੀ ਬਣਦੀ ਹੈ। ਸਮਾਂ ਵੀ ਹੋ ਗਿਆ। ਬਸ ਆਹ ਥੋੜ੍ਹਾ ਜਿਹਾ ਦੱਸ ਦਿਓ ਸਾਨੂੰ ਕਿ ਜਿਹੜੀ ਆਪਾਂ ਜਨਤਾ ਨਾਲ ਗੱਲ ਕਰਨੀ ਆਪਣੇ ਆਡੀਅנס ਨਾਲ, ਕਿ ਭਾਜਪਾ ਲੋਕ ਸਭਾ ਚੋਣਾਂ 2024 ਲਈ 13 ਸੀਟਾਂ 'ਚੋਂ 9 ਸੀਟਾਂ ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕਰੇਗੀ। ਉਹੀ ਗੱਲ ਆ ਹੁਣ ਜਿਹੜੀ ਆਪਾਂ ਦੱਸੀ ਆ, ਇਹਨਾਂ ਦਾ ਬੀਜੇਪੀ ਦਾ ਤੇ ਅਕਾਲੀ ਦਲ ਦਾ ਗੱਠਜੋੜ ਨਹੀਂ ਹੋਏਗਾ। ਉਹ 13 ਸੀਟਾਂ ਦੀ ਗੱਲ ਕਰਦੇ ਨੇ, ਇਹ 9 ਸੀਟਾਂ ਦੀ ਗੱਲ ਕਰਦੇ ਨੇ। ਇਸ ਕਰਕੇ ਹੋਇਆ ਕਿ ਹੁਣ ਜਾਖੜ ਸਾਹਿਬ ਆ ਗਏ ਨੇ, ਜਾਖੜ ਸਾਹਿਬ ਇਹਦੇ ਪ੍ਰਧਾਨ ਬਣ ਗਏ ਆ ਔਰ ਅਸ਼ਵਨੀ ਸ਼ਰਮਾ ਜੀ ਚਲੇ ਗਏ ਆ। ਉਹਨਾਂ ਤੋਂ ਬਾਅਦ ਉਹਨਾਂ ਦਾ ਬਿਸਤਰਾ ਕਰਤਾ ਗੋਲ ਤੇ ਇਹਨਾਂ ਦੀ ਕੁਰਸੀ ਢਾਤੀ ਉੱਥੇ ਹੈ ਨਾ, ਜਿਹੜਾ ਚੁਰਾਹੇ ਦੇ ਵਿੱਚ। ਮੰਜੀ ਕਿਉਂ ਨਹੀਂ ਢਾਈ? ਚੁਰਾਹੇ ਮੰਜੇ ਵੀ ਆ, ਮੰਜੀ ਤੇ ਵੀ ਬਹਿਣਗੇ। ਪਰ ਇਹਨਾਂ ਦੇ ਰਾਮ ਜਾਖੜੇ ਇਹ ਵੀ ਬੜੇ ਖਾਨਦਾਨੀ ਸਿਆਸੀ ਲੀਡਰ ਆ ਔਰ ਇਹ ਪ੍ਰਧਾਨ ਤਾਂ ਪਹਿਲਾਂ ਵੀ ਰਹੇ ਕਾਂਗਰਸ ਦੇ ਔਰ ਇੱਕ ਵਾਰੀ ਪਾਰਲੀਮੈਂਟ ਦੇ ਵੀ ਰਹੇ ਆ, 3 ਵਾਰ MLA ਵੀ ਇਹਨਾਂ ਜਿੱਤੇ ਆ। ਪਰ ਇਹਨਾਂ ਨੂੰ ਇਹ ਸੀ ਕਿ ਕਾਂਗਰਸ ਦੇ ਵਿੱਚ ਸਾਨੂੰ ਅਜੇ ਤੱਕ ਉਹ ਨਹੀਂ ਰੁਤਬਾ ਮਿਲਿਆ ਜੋ ਬੀਜੇਪੀ ਦੇ ਐਗਜ਼ੈਕਟਲੀ। ਪਰ ਬੀਜੇਪੀ ਨੇ ਇਹਨਾਂ ਦਾ ਬਹੁਤ ਵੱਡਾ ਸਵਾਗਤ ਕੀਤਾ, ਵੈਲਕਮ ਕੀਤਾ। ਔਰ ਹੁਣ ਇਹਨਾਂ ਨੇ ਇਹ ਕੀਤਾ ਜਿਹੜੀ ਤੁਸੀਂ ਗੱਲ ਕੀਤੀ ਕਿ 9 ਸੀਟਾਂ ਤੇ ਇਹਨਾਂ ਨੇ ਕਿਹਾ ਕੀਤਾ, ਇਹਨਾਂ ਨੇ ਕਹਿਤਾ ਕਿ ਅਸੀਂ ਸਾਰੇ ਪੰਜਾਬ ਦਾ ਸਰਵੇਖਣ ਕਰਾਂਗੇ, ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਘੁੰਮਿਆ ਸੀਗਾ ਸਾਰਾ ਜਗ੍ਹਾ ਤੇ। ਇਹਨਾਂ ਨੇ ਕਹਿਤਾ ਅਸੀਂ ਮੈਨ ਟੂ ਮੈਨ ਮਿਲਾਂਗੇ, ਲੋਕ ਕੀ ਕਹਿ ਰਹੇ ਆ, ਸ਼ਹਿਰਾਂ 'ਚ ਵੀ ਜਾਵਾਂਗੇ, ਪਿੰਡਾਂ ਵਿੱਚ ਵੀ ਜਾਵਾਂਗੇ, ਦੱਸਾਂਗੇ ਕਿ ਬੀਜੇਪੀ ਤੁਹਾਡੇ ਲਈ ਆਹ ਕੁਝ ਕਰਨਾ ਚਾਹੁੰਦੀ ਹੈ। ਔਰ ਜਿਹੜਾ ਸਾਡਾ ਮੈਨੀਫੈਸਟੋ ਅਸੀਂ ਉਹ ਵੀ ਆਂਦਾ ਉਹਦਾ ਉਲੇਖ ਦੇਵਾਂਗੇ, ਉਹਦਾ ਸਾਰਾ ਦੱਸਾਂਗੇ ਕਿ ਆਹ ਸਾਡੇ ਮੇਨ ਪੁਆਇੰਟ ਹੈਗੇ। ਕਿਉਂਕਿ ਮੈਂ ਚਾਹੁੰਦਾ ਸੀ, ਕਿਉਂਕਿ ਅਕਾਲੀ ਦਲ ਦੀ ਆਪਾਂ ਗੱਲ ਕਰ ਦਿੱਤੀ ਉਸ ਐਂਗਲ ਤੋਂ, ਤੇ ਹੁਣ ਬੀਜੇਪੀ ਦਾ ਐਂਗਲ ਜਿਹੜਾ ਉਹ ਵੀ ਗੱਠਜੋੜ ਵਾਸਤੇ ਕੀ ਕਹਿੰਦੇ ਉਹ ਵੀ ਐਂਗਲ ਆਪਣਾ ਜ਼ਰੂਰੀ ਸੀ। ਤਾਂ ਦੋਵੇਂ ਐਂਗਲ ਬਿਲਕੁਲ ਬੈਲੈਂਸ ਕਰ ਦਿੱਤੇ ਨੇ ਆਪਾਂ। ਸੋ ਬਾਕੀ ਜਨਤਾ ਦੇ ਹੱਥ ਹੈ, ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਜੀ। ਸਤਿ ਸ੍ਰੀ ਅਕਾਲ।